ਸਤਿ ਸ੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਫੋਕਸ ਦੇ ਵਿੱਚ। ਮੇਰੇ ਨਾਲ ਸਟੂਡੀਓਸ ਦੇ ਵਿੱਚ ਮੌਜੂਦ ਨੇ ਬਲਕਾਰ ਸਿੰਘ। हाँ जी, पंजाब मेल USA TV चैनल के प्यारे दर्शकों, निੱਘੀ ਜਿਆਂ ਨੂੰ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਅਸੀਂ ਦੂਰ ਦਰਾਡੇ ਦੇ ਦੇਸ਼ ਪ੍ਰਦੇਸ਼ ਦੀਆਂ ਖਬਰਾਂ ਨੂੰ ਮੁੱਦੇ ਦੇ ਰੂਪ ਵਿੱਚ ਇਸ ਪ੍ਰੋਗਰਾਮ ਵਿੱਚ ਅਸੀਂ ਤੁਹਾਡੀ ਨਜ਼ਰ ਕਰਦੇ ਹਾਂ ਤੇ ਤੁਹਾਨੂੰ ਪਤਾ ਕਿ ਮੇਰੇ ਨਾਲ ਜਸ਼ ਖੰਨਾ ਜੀ ਬੈਠੇ ਨੇ ਔਰ ਅਸੀਂ ਚਾਹੁੰਦੇ ਹਾਂ ਕਿ ਉਹ ਮੁੱਦਾ ਤੁਹਾਡੀ ਨਜ਼ਰ ਕੀਤਾ ਜਾਵੇ ਜਿਹੜਾ ਮੁੱਦਾ ਬਿਲਕੁਲ ਇਸ ਵੇਲੇ ਵਾਜਬ ਵੀ ਆ ਔਰ ਲੋਕ ਉਹਨੂੰ ਚਾਹੁੰਦੇ ਨੇ ਸੁਣਨਾ ਔਰ ਅਸੀਂ ਉਸ ਦੇ ਨਾਲ ਸਾਂਝ ਪਾਵਾਂਗੇ। ਤੇ ਮੈਂ ਗੁਜ਼ਾਰਿਸ਼ ਕਰਦਾ ਜਸ਼ ਖੰਨਾ ਜੀ ਨੂੰ ਕਿ ਉਹ ਮੁੱਦਾ ਲਓ ਜਿਹੜਾ ਇਸ ਵੇਲੇ ਸਾਡੇ ਸਾਰੇ ਨੌਜਵਾਨ ਵੀ ਉਹਨੂੰ ਚੰਗਾ ਸਮਝਣਗੇ ਔਰ ਉਹਨਾਂ ਦੇ ਬਜ਼ੁਰਗ ਉਹਨਾਂ ਦੇ ਮਾਪੇ। ਉਹ ਮੁੱਦਾ ਕਿਹੜਾ ਹੈ? ਇੱਕ ਨਾ ਗੀਤ ਆਂਦਾ ਬਲਕਾਰ ਜੀ, ਪਾਰਟੀ ਤੋਂ ਬਣਤੀ ਹੈ, ਇੱਦਾਂ ਕਰਕੇ ਤੁਸੀਂ ਸੁਣਿਆ ਹੋਵੇਗਾ। ਮੈਂ ਵੀ ਬੜਾ ਸੁਣਿਆ। ਪਾਰਟੀ ਬਣਦੀ ਕਿਸ ਗੱਲ ਦੀ? ਪਾਰਟੀ ਬਣਦੀ ਕੋਈ ਖੁਸ਼ਖਬਰੀ ਹੋਵੇ ਤੇ ਖੁਸ਼ਖਬਰੀ ਆਪਾਂ ਲੈ ਕੇ ਆਏ ਹਾਂ। ਪਾਰਟੀ ਬਣਦੀ ਹੈ ਕਿਸ ਗੱਲ ਦੀ? ਦਾ ਆਗਾਜ਼ ਬਹੁਤ ਅੱਛੇ ਤਰੀਕੇ ਨਾਲ ਕਰ ਰਹੇ ਫਿਰ। ਬਿਲਕੁਲ ਜੀ। ਕੈਨੇਡਾ ਵਿੱਚ ਵਿਦੇਸ਼ੀ ਪੜ੍ਹਿਆ ਜਿਹੜੇ ਸਟੂਡੈਂਟ ਸਾਡੇ ਉੱਤੇ ਪੜ੍ਹ ਰਹੇ ਨੇ, ਪੜ੍ਹੇ ਕਹਾਂਗੇ ਉਹਨਾਂ ਨੂੰ, ਪੜ੍ਹੇ ਨੇ ਸਟੂਡੈਂਟਸ ਨੇ, ਵਿਦਿਆਰਥੀ ਨੇ, ਸਿੱਖਿਆਰਥੀ ਨੇ, ਉਹ ਪੜ੍ਹਦੇ ਨੇ ਉੱਥੇ ਜੀ ਤੇ ਉਹ ਨਾਲ ਕੰਮ ਵੀ ਕਰਦੇ ਨੇ, ਹੈ ਨਾ। ਕਈ ਵਾਰ ਸੈਲਫ ਇੰਪਲੋਇਡ ਹੋ ਜਾਂਦੇ ਨੇ ਕਿ ਅਰਨ ਆਪਣਾ ਖਰਚਾ ਕੱਢਣ ਦੀ ਲਰਨ ਇਕੱਠਾ ਚੱਲਦਾ। ਕਹਿੰਦੇ ਨੇ ਅਰਨ ਵਾਈਲ ਯੂ ਲਰਨ, ਉਹ ਵਾਲਾ ਕੰਮ ਚੱਲਦਾ ਪਿਆ ਤੇ 20 ਘੰਟੇ ਤੋਂ ਜ਼ਿਆਦਾ ਕੰਮ ਕਰ ਸਕਦੇ ਨੇ। ਗਵਰਨਮੈਂਟ ਨੇ ਪਰਮਿਸ਼ਨ ਦੇ ਦਿੱਤੀ ਹੈ ਕਿ ਤੁਸੀਂ ਅਰਨਿੰਗ ਕਰ ਸਕਦੇ ਹੋ ਆਪਣੀ ਲਰਨਿੰਗ ਦੇ ਵਾਸਤੇ। ਇਹ ਬੜੀ ਖੁਸ਼ਖਬਰੀ ਵੱਡੀ ਹੈ ਔਰ ਸਾਡੇ ਖਾਸ ਤੌਰ ਤੇ ਪੰਜਾਬੀਆਂ ਨੇ, ਸਾਡੇ ਜਿੰਨੇ ਵਿਦਿਆਰਥੀ ਪੰਜਾਬ ਚੋਂ ਸਟੱਡੀ ਵੀਜ਼ੇ ਤੇ ਉੱਥੇ ਕੈਨੇਡਾ ਪਹੁੰਚੇ ਨੇ ਔਰ ਵੱਖ-ਵੱਖ ਯੂਨੀਵਰਸਿਟੀਆਂ ਚੋਂ ਪੜ੍ਹ ਰਹੇ ਆ ਔਰ ਕਈਆਂ ਕੋ 3 ਸਾਲ ਦਾ ਵੀਜ਼ਾ, ਕਈਆਂ ਕੋ 4 ਸਾਲ ਦਾ, ਕਈਆਂ ਕੋ 5 ਦਾ। ਹਾਇਰ ਸਟੱਡੀ ਵੀ ਆ, ਥੱਲੇ ਵਾਲੀ ਸਟੱਡੀ ਵੀ ਆ। ਜਦੋਂ ਮੁੰਡੇ ਇੱਥੇ +2 ਕਰਦੇ ਆ ਤਾਂ ਦੌੜਾਂ ਲਾਉਂਦੇ ਫਿਰ ਕੈਨੇਡਾ ਦੀਆਂ ਔਰ ਮਾਂ ਪਿਓ ਉਹਨਾਂ ਨੂੰ ਪੈਸਾ ਦੇ ਦਿੰਦੇ ਆ, ਪਿਆ ਲੈ ਪੁੱਤਰੋ ਆਪਣੀ ਫੀਸਾਂ ਭਰੋ ਤੇ ਉੱਥੇ ਜਾ ਕੇ ਕੰਮ ਕਰੋ। ਪਰ ਇਹ ਸੁਣਨ ਵਿੱਚ ਆਇਆ ਸੀਗਾ ਕਿ ਜਿੰਨੇ ਵਿਦਿਆਰਥੀ ਦੱਸਦੇ ਆ ਕਿ ਵੀਕਐਂਡ 'ਤੇ ਉਹਨਾਂ ਨੂੰ 20 ਘੰਟੇ ਮਿਲਦੇ ਸੀਗੇ ਕੰਮ ਕਰਨ ਲਈ। ਪਰ ਹੁਣ ਜਿਹੜੀ ਉੱਥੋਂ ਦੇ ਇਮੀਗ੍ਰੇਸ਼ਨ ਗੌਰਮੈਂਟ ਦੀ ਹੈਗਾ ਮਹਿਕਮਾ, ਉਹਨਾਂ ਦੇ ਮੰਤਰੀ ਨੇ ਇਹ ਅਨਾਉਂਸ ਕਰ ਦਿੱਤਾ ਕਿ ਜਿੰਨੇ ਵੀ ਇੱਥੋਂ ਦੇ ਵਿਦਿਆਰਥੀ ਨੇ ਉਹ ਖਾਸ ਤੌਰ 'ਤੇ ਖੁੱਲ੍ਹੇ ਤਰੀਕੇ ਨਾਲ ਕੰਮ ਕਰਨਗੇ ਟਿਲ 2023 ਦਸੰਬਰ ਤੱਕ। ਔਰ ਹੁਣ ਤੋਂ ਇਹ ਸ਼ੁਰੂ ਹੋ ਗਿਆ। ਆ 2-3 ਦਿਨਾਂ ਤੋਂ ਹੀ ਮੇਰੇ ਖਿਆਲ ਅਨਾਉਂਸ ਹੋਇਆ ਔਰ ਤੁਸੀਂ ਬਹੁਤ ਵੱਡੀ ਖਬਰ ਆਪਣੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ। ਔਰ ਖਾਸ ਕਰਕੇ ਇਹ ਇਸ ਵੇਲੇ ਮਾਝਾ, ਮਾਲਵਾ ਔਰ ਦੁਆਬਾ ਤੋਂ ਪਹਿਲਾਂ ਹੀ ਉੱਥੇ ਬੈਠਾ, ਉੱਥੋਂ ਦੇ ਜਿਹੜੇ ਵਿਦਿਆਰਥੀ ਉੱਥੇ ਬੈਠੇ ਨੇ ਪੜ੍ਹ ਰਹੇ ਆ, ਉਹਨਾਂ ਲਈ ਬਹੁਤ ਵੱਡੀ ਖੁਸ਼ਖਬਰੀ ਹੈ। ਔਰ ਅਸੀਂ ਚਾਹੁੰਦੇ ਹਾਂ ਕਿ ਉਹ ਮੁੰਡੇ ਹੁਣ ਉੱਥੇ ਮਿਹਨਤ ਨਾਲ ਕੰਮ ਕਰਨ, ਪੈਸਾ ਕਮਾਉਣ। ਜੋ ਮਾਂ ਪਿਓ ਨੇ ਇੱਥੇ ਆਪਣੀਆਂ ਬੈਂਕਾਂ ਦੀਆਂ ਕਿਸ਼ਤਾਂ ਦੇਣੀਆਂ ਜਾਂ ਜ਼ਮੀਨਾਂ ਵੇਚੀਆਂ ਜਾਂ ਕਰਜ਼ਾ ਲਿਆ, ਉਹਨੂੰ ਥੋੜ੍ਹਾ ਪੂਰਾ ਕਰਨ, ਉੱਥੇ ਵੀ ਆਪਣਾ ਐਸ਼ ਲੈਣ ਔਰ ਚੰਗਾ ਖਾਣ ਪੀਣ ਔਰ ਚੰਗੇ ਦਿਨ ਕੱਟਣ ਤੇ ਚੰਗੀਆਂ ਪੋਸ਼ਾਕਾਂ ਪਾਉਣ। ਇਹ ਚੀਜ਼ਾਂ ਦੀ ਹਰ ਸਟੂਡੈਂਟ ਨੂੰ ਚਾਹੀਦਾ ਜੀ ਕਿ ਮਿਹਨਤ ਵੀ ਕਰੋ ਨਾਲ ਪੜ੍ਹੋ ਵੀ। ਮੈਂ ਖੁਦ ਆਪਣੀ ਗੱਲ ਕਰਾਂਗਾ ਕਿ ਮੈਂ ਆਪਣੀ ਕਾਲਜ ਦੀ ਪੜ੍ਹਾਈ ਇੱਦਾਂ ਹੀ ਕਰਦਾ ਰਿਹਾ, ਨਾਲ ਮੈਂ ਕੰਮ ਕਰਦਾ ਰਿਹਾ। ਬਿਲਕੁਲ, ਨਾਲ ਮੈਂ ਸਵੇਰੇ ਕਾਲਜ, ਰਾਤੀ ਸ਼ਾਮੀ ਮੈਂ ਆਪਣਾ ਕੰਮ ਕਰਨਾ ਔਰ ਸਵੇਰੇ, ਕਿਉਂਕਿ ਮੈਂ ਇੱਕ ਸੁਪਰਵਾਈਜ਼ਰ ਰਿਹਾ ਹਾਂ, ਯੂ ਨੋ, ਇੱਕ ਪੇਪਰ ਮਿਲ ਦੇ ਵਿੱਚ ਮੈਂ ਸੁਪਰਵਾਈਜ਼ਰ ਰਿਹਾ ਔਰ ਸੁਪਰਵਿਜ਼ਨ ਕਰਨੀ, ਮੈਂ ਉੱਥੇ 8 ਘੰਟੇ ਦੀ ਜੌਬ ਵੀ ਕਰਨੀ। ਕਈ ਵਾਰ ਨਾਈਟ ਟਾਈਮ ਮੇਰੀ ਸ਼ਿਫਟ ਹੁੰਦੀ ਸੀ, ਰਾਤੀ 10 ਵਜੇ ਤੋਂ ਸਵੇਰੇ 6 ਵਜੇ ਤੱਕ ਸ਼ਿਫਟ ਹੋਣੀ। ਜਸ਼ ਖੰਨਾ ਜੀ, ਅਸੀਂ ਵੀ ਵਿਹਲੇ ਨਹੀਂ ਪੜ੍ਹੇ। ਤੁਸੀਂ ਵੀ ਇੱਦਾਂ ਪੜ੍ਹਦੇ ਰਹੇ? ਮੈਂ ਅਸਲ 'ਚ ਪਿੰਡਾਂ ਦੇ ਸਕੂਲ 'ਚ ਪੜ੍ਹ ਕੇ ਆਇਆ ਬਾਹਰ ਔਰ ਉਹ ਤੋਂ ਬਾਅਦ ਸਾਡੇ ਪਿੰਡ ਪਹਿਲਾਂ ਪ੍ਰਾਇਮਰੀ ਸਕੂਲ ਸੀ, ਉੱਥੇ ਪੜ੍ਹਦੇ ਗਏ। ਨਾਲ ਅਸੀਂ ਆਪਣੇ ਡੰਗਰ ਵੱਛਾ ਜੋ ਘਰ ਦਾ ਮਾਲ ਡੰਗਰ ਨੂੰ ਸੰਭਾਲਦੇ। ਜੋ ਹੀ ਵੱਡੇ ਹੋਏ ਮੁੜ ਕੇ ਬਾਪੂ ਨੇ ਕਿਹਾ ਵੀ ਚਲੋ ਹੁਣ ਖੇਤਾਂ 'ਚ, ਫਿਰ ਖੇਤਾਂ 'ਚ ਹੀ ਕੰਮ ਕਰਦੇ ਰਹੇ। ਉੱਥੇ ਫਸਲਾਂ ਵੀ ਬੀਜਣੀਆਂ, ਗੋਡਣੀਆਂ ਵੀ, ਨਾਲ ਉਹਨਾਂ ਦੇ ਘਰ ਦਾ ਕੰਮ ਵੀ ਕਰਨਾ। ਡੰਗਰਾਂ ਨੂੰ ਜਦੋਂ ਅਸੀਂ ਸਕੂਲ ਜਾਣ ਤੋਂ ਪਹਿਲਾਂ ਪੱਠੇ ਵੱਢ ਕੇ ਅਤੇ ਟੋਕੇ 'ਤੇ ਕੁਤਰ ਕੇ ਸਾਰੇ ਪੱਠੇ ਉਹਨਾਂ ਨੂੰ ਰਲਾ ਕੇ ਫਿਰ ਜਾਂਦੇ। ਫਿਰ ਆ ਕੇ ਉਹਨਾਂ ਨੂੰ ਡੰਗਰਾਂ ਨੂੰ ਖੋਲ੍ਹ ਕੇ ਛੱਪੜੇ ਵਾੜੀਦਾ ਸੀ, ਉਹਨਾਂ ਨੂੰ ਨਵਾਈਦਾ ਹੈਗਾ, ਪਾਣੀ ਪਿਆਈਦਾ ਹੈਗਾ, ਨਾਲੇ ਖੇਡੀਦਾ ਸੀ, ਨਾਲ ਆਈਦਾ। ਅੱਜ ਵੀ ਉਹ ਦਿਨ ਮੈਨੂੰ ਯਾਦ ਆ ਕਿ ਸਾਡੇ ਨੇੜੇ ਇੱਕ ਨਹਿਰ ਆ, ਨਹਿਰ ਦਾ ਜਿਹੜਾ ਏਰੀਆ ਵਾ ਅਤੇ ਨਹਿਰੇ ਜਾ ਕੇ ਅਸੀਂ ਪਾਣੀ ਪਿਆਉਂਦੇ ਸੀ ਡੰਗਰਾਂ ਨੂੰ, ਨਾਲੇ ਡੰਗਰਾਂ ਨੂੰ ਚਾਰਦੇ ਸੀ ਉੱਥੇ। ਅੱਜ ਵੀ ਉੱਥੇ ਬਹੁਤ ਵੱਡੇ ਪੁਲ ਬਣੇ ਆ, ਸਾਰਾ ਕੁਛ ਹੈਗਾ। ਔਰ ਉਹ ਦਿਨ ਸਾਨੂੰ ਅਜੇ ਵੀ ਯਾਦ ਆ ਕਿ ਬਿਲਕੁਲ ਸਹੀ ਹੈ। ਬਾਹਰ ਪੜ੍ਹਦੇ ਅਸੀਂ ਪਿੰਡਾਂ 'ਚ ਪੜ੍ਹ ਕੇ ਵੀ ਆਪਣੀ ਨੌਕਰੀ। ਨਹੀਂ, ਸਹੀ ਗੱਲ ਹੈ, ਹਰ ਇੱਕ ਨੂੰ ਕਰਨਾ ਚਾਹੀਦਾ। ਮੈਂ ਵੈਸੇ ਹੀ ਸਰਸਰੀ ਗੱਲ ਕੀਤੀ ਆ ਕਿ ਮੈਂ ਨਾਈਟ ਟਾਈਮ ਜੌਬ ਕਰਨੀ ਔਰ ਸਵੇਰੇ ਮੈਂ ਜਾ ਕੇ ਕਾਲਜ ਪੜ੍ਹਨਾ। ਮੈਂ ਆਪਣੀ ਸਟੱਡੀ ਪੂਰੀ ਕੀਤੀ। ਸੋ ਜੋ ਵੀ ਸਟੂਡੈਂਟਸ ਨੇ ਉਹ ਆਪਣਾ ਖਰਚਾ ਆਪ ਚੁੱਕਣ ਜ਼ਰੂਰ ਔਰ ਉਹਨਾਂ ਕੀ ਰਿਸਪੌਂਸਿਬਿਲਿਟੀ ਹੁੰਦੀ ਹੈ, ਤੁਸੀਂ ਆਪ ਕਰ ਸਕਦੇ ਹੋ। ਇਹ ਨਹੀਂ ਕਿ ਮੈਂ ਮਤਲਬ ਮੈਨੂੰ ਇੱਦਾਂ ਦੀ ਲੋੜ ਸੀ, ਨਹੀਂ, ਮੈਂ ਐਕਸਪੈਰੀਮੈਂਟ ਕਰਨਾ ਚਾਹੁੰਦਾ ਸੀ ਕਿ ਲੋਕ ਇੱਦਾਂ ਕੰਮ ਕਰਦੇ ਨੇ ਤੇ ਮੈਂ ਕਰ ਸਕਦਾ। ਹਾਲਾਂਕਿ ਮੈਂ ਫੈਮਿਲੀ ਮੇਰੀ ਸਾਰਾ ਕੁਝ ਅਫੋਰਡ ਕਰ ਸਕਦੀ ਸੀ, ਪਰ ਮੈਂ ਆਪਣੇ ਐਕਸਪੀਰੀਅੰਸ ਵਾਸਤੇ ਇਹ ਕੰਮ ਕੀਤਾ। ਇਹ ਬੱਚਿਆਂ ਦੀ ਚੰਗੀ ਗੱਲ ਆ, ਇਹ ਰਿਸਪੌਂਸਿਬਿਲਿਟੀ ਬਣਦੀ ਆ, ਦੱਸਣਾ ਚਾਹੀਦਾ, ਸੈਂਸ ਬਣਦੀ ਆ ਤੁਹਾਡੇ ਅੰਦਰ। ਉਹ ਜ਼ਮਾਨਾ ਜਿਹੜਾ ਸੀ ਉਹਨਾਂ ਪੈਸੇ ਦੀ ਬਹੁਤ ਘਾਟ ਸੀ। ਪੈਸਾ ਆ ਗਿਆ ਬਹੁਤ, ਪਰ ਉਹਦੇ ਬਾਵਜੂਦ ਸਹੂਲਤਾਂ ਬਹੁਤ ਆ ਗਈਆਂ। ਪਰ ਉਹਨਾਂ ਸਹੂਲਤਾਂ ਨੂੰ ਮਾਣੋ ਵੀ
ਉਹਨਾਂ ਨੂੰ ਚੰਗੇ ਤਰੀਕੇ ਨਾਲ ਵਰਤੋ ਵੀ ਔਰ ਉਸੇ ਤਰ੍ਹਾਂ ਪੜ੍ਹਾਈ ਨੂੰ ਵੀ ਜਾਰੀ ਬਿਲਕੁਲ ਸਹੀ ਗੱਲ ਹੈ। ਔਰ ਜਦੋਂ ਤੁਸੀਂ ਖੁਦ ਕਮਾਉਂਦੇ ਹੋ ਨਾ, ਖੁਦ ਖਰਚ ਕਰਦੇ ਹੋ, ਆਪਣੀ ਪੜ੍ਹਾਈ ਲਿਖਾਈ ਦੇ ਉੱਤੇ ਆਪਣਾ ਕਮਾਈ ਹੋਈ ਚੀਜ਼ ਨੂੰ, ਆਪਣੇ ਕਮਾਏ ਹੋਏ ਪੈਸੇ ਨੂੰ ਖਰਚ ਕਰਦੇ ਹੋ, ਤੁਹਾਨੂੰ ਬਹੁਤ ਮਜ਼ਾ ਆਉਂਦਾ, ਤੁਹਾਨੂੰ ਪੜ੍ਹ ਕੇ ਹੋਰ ਸਵਾਦ ਆਉਂਦਾ। ਸੋ ਇਹ ਚੀਜ਼ਾਂ ਹਰ ਸਟੂਡੈਂਟ ਨੂੰ ਕਰਨੀਆਂ ਚਾਹੀਦੀਆਂ ਨੇ। ਇਹ ਸਾਡੀ ਰਾਏ ਹੈ, ਬਾਕੀ ਸਭ ਦੀ ਆਪਣੀ ਆਪਣੀ ਸੋਚ ਹੈ। ਜਿਹੜੀ ਬਾਪੂ ਦੀ ਕਮਾਈ ਹੈ ਨਾ, ਬਾਪੂ ਦੇ ਬਟੂਏ ਚੋਂ ਜਿਹੜੇ ਆਏ ਪੈਸੇ ਆਪਣੇ ਮੋਬਾਈਲ 'ਚ ਵੀ ਪੈਸੇ ਜਾਣੇ ਆ, ਉਹ 'ਚ ਬੈਲੈਂਸ ਪਾਉਣਾ, ਉਹ 'ਚ ਤੇਲ ਵੀ ਪਾਉਣਾ ਬੁਲਟ 'ਚ, ਉਹਦੇ 'ਚ ਸਾਰਾ ਕੁਝ ਹੋਣਾ। ਪਰ ਜਦੋਂ ਤੁਸੀਂ ਆਪ ਬੱਚੇ ਕਮਾਉਣਗੇ ਪੈਸਾ, ਉਦੋਂ ਪਤਾ ਲੱਗਦਾ ਕਿ ਇੰਪੋਰਟੈਂਸ ਕੀ ਆ ਇਸ ਪੈਸੇ ਦੀ, ਇਹਦੀ ਵੈਲਿਊ ਕੀ ਹੈ। ਤਦ ਉਹਨਾਂ ਨੂੰ ਪਤਾ ਲੱਗਦਾ ਜਦੋਂ ਆਪ ਕਮਾਈ ਕਰੋਗੇ। ਐਗਜ਼ੈਕਟਲੀ, ਜਦੋਂ ਘੰਟਿਆਂ ਦੇ ਪ੍ਰਤੀ ਪਤਾ ਲੱਗੂ ਕਿੰਨੇ ਡਾਲਰ ਮਿਲਦੇ ਆ। ਤਾਂ ਇਸ ਕਰਕੇ ਬਾਪੂ ਦਾ ਨਹੀਂ ਪਤਾ ਲੱਗਦਾ ਵੀ ਕਿੰਨੇ ਪੈਸੇ ਲਏ ਆ ਤੇ ਕਿੰਨੇ ਖਰਚਣੇ ਆ, ਕੋਈ ਹਿਸਾਬ ਕਿਤਾਬ ਨਹੀਂ। ਵਾਕਈ ਕਿਸੇ ਨੇ ਬਿਲਕੁਲ ਸੱਚ ਕਿਹਾ, ਅਰਨ ਵਾਈਲ ਯੂ ਲਰਨ। ਬਿਲਕੁਲ, ਬਹੁਤ ਵਧੀਆ ਗੱਲ ਹੈ। ਹਾਂ, ਸੋ ਅੱਗੇ ਚੱਲਦੇ ਹਾਂ ਜੀ ਆਪਾਂ। ਨਿਊ ਜਰਸੀ ਅਮਰੀਕਾ ਦੇ ਵਿੱਚ ਲੋਕਾਂ ਲਈ ਖੋਲ੍ਹਿਆ ਗਿਆ ਮਹਾਤਮਾ ਗਾਂਧੀ ਤੇ ਆਧਾਰਿਤ ਮਿਊਜ਼ੀਅਮ। ਬੜੀਆਂ ਅੱਛੀਆਂ ਖਬਰਾਂ ਲੈ ਰਹੇ ਜੀ ਅੱਜ ਕੱਲ੍ਹ ਜਿੰਨੀਆਂ ਤੁਸੀਂ ਲਈਆਂ। ਆ ਪਹਿਲੀ ਖਬਰ ਬੜੀ ਭਰੋਸੇਯੋਗ ਔਰ ਬਹੁਤ ਲੋਕਾਂ ਦੇ ਕੰਮ ਦੀ ਖਬਰ ਸੀਗੀ। ਔਰ ਆਹ ਮੁੱਦਾ ਜਿਹੜਾ ਵੀ ਬੜਾ ਅੱਛਾ, ਕਿਉਂਕਿ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦਾ ਜਿਹੜਾ ਸਤਿਕਾਰ ਹੈ, ਅਦਬ ਆ, ਉਹ ਬਾਹਰਲੇ ਦੇਸ਼ਾਂ 'ਚ ਵੀ ਉਸੇ ਤਰ੍ਹਾਂ ਬਰਕਰਾਰ ਹੈ ਜੋ ਹਿੰਦੁਸਤਾਨ ਵਿੱਚ ਹੈ। ਕਿਉਂਕਿ ਉਹਨਾਂ ਨੇ ਜੋ ਕੁਝ ਕੰਮ ਕੀਤੇ ਆ ਲੋਕਾਂ ਦੇ ਭਲੇ ਲਈ, ਲੋਕਾਂ ਨੂੰ ਜੋ ਚਾਹੁੰਦੇ ਨੇ, ਜੋ ਉਹਨਾਂ ਦੀ ਸਹੂਲਤਾਂ ਪ੍ਰਦਾਨ ਕਰਨ ਲਈ ਇੱਦਾਂ ਦੇ ਕੰਮ ਕੀਤੇ ਆ। ਅੰਗਰੇਜ਼ਾਂ ਨਾਲ ਵੀ ਟੱਕਰ ਲਈ ਉਹਨਾਂ ਨੇ। ਖਾਸ ਤੌਰ 'ਤੇ ਜਦੋਂ ਐਜ਼ ਏ ਐਡਵੋਕੇਟ ਉਹ ਬਾਹਰ ਵੀ ਪੜ੍ਹਨ ਗਏ, ਉੱਥੇ ਬਾਅਦ ਉਹਨਾਂ ਨੂੰ ਗੱਡੀ 'ਚੋਂ ਸੁੱਟ ਦਿੱਤਾ ਗਿਆ। ਕੋਈ ਚੀਜ਼ਾਂ ਸੀ ਉਹਨਾਂ ਦੀ ਹਿਸਟਰੀ ਦੇ ਨਾਲ ਸੰਬੰਧਿਤ ਆ। ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਜੇ ਤੁਸੀਂ ਇੰਡੀਅਨ ਜੇ ਤਾਂ ਉਹਨਾਂ ਦਾ ਨਾਂ ਖਰੀਦੋ ਕੰਮ, ਬੀ ਇੰਡੀਅਨ ਬਾਈ ਇੰਡੀਅਨ ਦੇ ਤਰੀਕੇ ਨਾਲ ਰਹੋ, ਅਤੇ ਉਹਨਾਂ ਦਾ ਕੁਛ ਨਾ ਖਰੀਦੋ। ਡਾਂਡੀ ਯਾਤਰਾ ਕੀਤੀਆਂ, ਕਈ ਕੁਛ ਕੀਤਾ। ਉਹਨੂੰ ਸਾਰੇ ਨੂੰ ਉਹਨਾਂ ਨੇ ਕੰਪਾਈਲ ਕਰਕੇ ਉਸ ਮਿਊਜ਼ੀਅਮ 'ਚ ਰੱਖ ਲਿਆ। ਉਹ 'ਚ ਵੀਡੀਓ ਵੀ ਆ, ਉਹਨਾਂ ਦੀ ਸਟਿਲ ਫੋਟੋਗ੍ਰਾਫ ਵੀ ਹੈ। ਉਹਨਾਂ ਦੇ ਜਦੋਂ ਚਰਖਾ ਕੱਤਦੇ ਆ ਉਹਦੇ 'ਚ ਕਿੱਦਾਂ ਤਾਣੀ ਬਣਾ ਰਹੇ ਆ, ਕਿੱਦਾਂ ਉਹਨਾਂ ਨੇ ਕੱਪੜਾ ਬੁਣਿਆ, ਕਿੰਨਾ ਕੁਛ ਕੀਤਾ ਹੈ, ਕਿੱਦਾਂ ਬੱਕਰੀ ਨੂੰ ਚਾਰ ਰਹੇ ਆ, ਕੀ ਕੁਛ ਕੀਤਾ। ਉਹਨਾਂ ਦੇ ਯੂਨੀਕ ਗੱਲਾਂ ਸੀਗੀਆਂ, ਉਹਨਾਂ ਨੇ ਦੁਨੀਆ ਤੋਂ ਹਟ ਕੇ ਗੱਲਾਂ ਕੀਤੀਆਂ ਸੀਗੀਆਂ। ਉਹ ਉਹਨਾਂ ਦੀ ਮਿਹਨਤ, ਉਹਨਾਂ ਦਾ ਸਰੋਕਾਰ, ਉਹਨਾਂ ਦਾ ਸਾਰਾ ਕੁਝ ਜੋ ਕੁਝ ਉਹਨਾਂ ਨੇ ਆਪਣੇ ਮਨ ਦੇ ਵਿੱਚ ਪੈਦਾ ਕੀਤਾ ਹੈ, ਉਹਨੂੰ ਸਾਰੇ ਨੂੰ ਉਜਾਗਰ ਕਰਨ ਲਈ ਇੱਕ ਉਹਨਾਂ ਨੇ ਉਹ ਅਮਰੀਕਾ 'ਚ ਇਹ ਅਜਾਇਬ ਘਰ ਨੂੰ ਵੱਡਾ ਨਵਾਂ ਦ੍ਰਿਸ਼ ਦੇ ਦਿੱਤਾ। ਔਰ ਦੇਖ ਲਓ ਉੱਥੋਂ ਦੇ ਪ੍ਰਵਾਸੀ ਭਾਰਤੀ, ਉਹਨਾਂ ਦਾ ਯੋਗਦਾਨ ਆ। ਉੱਥੋਂ ਦੇ ਜਿਹੜੇ ਮੇਅਰ ਨੇ, ਅੰਗਰੇਜ਼, ਅਮਰੀਕਨ, ਉਹਨਾਂ ਨੇ ਵੀ ਬੜਾ ਕੰਟਰੀਬਿਊਟ ਕੀਤਾ। ਔਰ ਇਸ ਗੱਲ ਦੇ ਵਿੱਚ ਸਾਰਿਆਂ ਨੂੰ ਬੜਾ ਖੁਸ਼ੀ ਦੀ ਲਹਿਰ ਦੌੜ ਜਾਂਦੀ ਹੈ ਕਿ ਉਹਨਾਂ ਦੇ ਮਨਾਂ 'ਚ ਕਿ ਕਿਉਂ ਨਾ ਇਹ ਹਿੰਦੁਸਤਾਨ 'ਚ ਤਾਂ ਵਿੱਚ ਆਪਣੇ ਬਹੁਤ ਮਿਊਜ਼ੀਅਮ ਤਾਂ ਹੈ ਉਹਨਾਂ ਦੇ ਨਾਲ, ਬਾਕੀ ਦੇਸ਼ਾਂ 'ਚ ਵੀ ਇਸ ਤਰ੍ਹਾਂ ਦੀ ਰਹੁ ਰੀਤ ਪਰੰਪਰਾ ਕੀਤੀ ਜਾਵੇ ਕਿ ਉੱਥੇ ਜਿਹੜੇ ਰਹਿੰਦੇ ਬੱਚੇ ਆ, ਜਿਹੜੇ ਉੱਥੇ ਰਹਿ ਰਹੇ ਨਾਗਰਿਕ ਆ, ਉਹ ਵੀ ਇਸ ਗੱਲ ਤੋਂ ਜਾਣੂ ਹੋਣ ਕਿ ਮਹਾਤਮਾ ਗਾਂਧੀ ਦੀ ਕੀ ਕੰਟਰੀਬਿਊਸ਼ਨ ਸੀ। ਕੰਟਰੀਬਿਊਸ਼ਨ ਉਹਨਾਂ ਨੇ ਨਾ ਆਪਣੀ ਜਿਹੜੀ ਕਿਤਾਬ ਲਿਖੀ ਆ, ਮਾਈ ਐਕਸਪੈਰੀਮੈਂਟਸ ਵਿਦ ਟਰੁਥ, ਕਿ ਮੈਂ ਸੱਚ ਦੇ ਨਾਲ ਹਮੇਸ਼ਾ ਪ੍ਰਯੋਗ ਕਿਵੇਂ ਕਰਦਾ ਰਿਹਾ ਆਪਣੀ ਜ਼ਿੰਦਗੀ ਦੇ ਵਿੱਚ, ਉਹ ਚੀਜ਼ ਖਾਸ ਤੌਰ ਤੇ। ਕਿਉਂਕਿ ਮਿਊਜ਼ੀਅਮ ਦੇ ਵਿੱਚ ਚੀਜ਼ਾਂ ਹੁੰਦੀਆਂ ਨੇ, ਬਹੁਤ ਜ਼ਰੂਰੀ ਹੈ ਕਿ ਸੋਚ ਵੀ ਸੰਭਾਲ ਕੇ ਰੱਖੀ ਜਾਵੇ। ਹਾਲਾਂਕਿ ਗਾਂਧੀ ਜੀ ਹਮੇਸ਼ਾ ਇਹ ਕਹਿੰਦੇ ਰਹੇ ਕਿ ਜੋ ਮੇਰੀ ਸੋਚ ਹੈ ਉਹ ਉਹੀਓ ਹੈ ਜੋ ਸਾਡੇ ਭਾਰਤ ਦੇ ਵੱਖ-ਵੱਖ ਧਰਮ ਨੇ ਨਾ, ਉਹ ਸਾਰੇ ਧਰਮਾਂ ਦੀ ਗੱਲ ਕੀਤੀ ਉਹਨਾਂ ਨੇ। ਭਾਰਤ ਦੇ ਵੱਖ-ਵੱਖ ਧਰਮ ਜਿਹੜੀ ਸਿੱਖਿਆ ਦਿੰਦੇ ਨੇ, ਉਹੀਓ ਸਿੱਖਿਆ ਮੇਰੀ। ਕੋਈ ਮੈਂ ਨਵੀਂ ਗੱਲ ਨਹੀਂ ਕਰਦਾ ਪਿਆ, ਮੈਂ ਉਨੀ ਪੁਰਾਣੀ ਗੱਲ ਕਰਦਾ ਪਿਆ ਜਿੰਨੇ ਹਿਮਾਲਿਆ ਪੁਰਾਣੇ ਨੇ, ਹਿਮਾਲਿਆ ਪਹਾੜ ਜਿੰਨੇ ਪੁਰਾਣੇ ਨੇ। ਜਦੋਂ ਦੀ ਸ੍ਰਿਸ਼ਟੀ ਸ਼ੁਰੂ ਹੋਈ ਹੈ ਉਦੋਂ ਦੀ ਜਿਹੜੀ ਗੱਲ ਹੈ ਨਾ, ਉਹੀ ਗੱਲ ਮੈਂ ਕਰਦਾ ਪਿਆ। ਔਰ ਇੱਕੋ ਗੱਲ ਮੇਨ ਉਹਨਾਂ ਦੀ ਗੱਲ ਜਿਹੜੀ ਮੈਨੂੰ ਚੇਤੇ ਰਹਿੰਦੀ ਆ ਕਿ ਜਦੋਂ ਵੀ ਤੁਸੀਂ ਪਾਪ ਦੇਖੋ ਕਿਤੇ, ਪਾਪ ਨੂੰ ਨਫ਼ਰਤ ਕਰੋ, ਪਾਪੀ ਨੂੰ ਨਫ਼ਰਤ ਨਾ ਕਰੋ। ਕਿਉਂਕਿ ਜਦੋਂ ਤੁਸੀਂ ਪਾਪੀ ਨੂੰ ਨਫ਼ਰਤ ਕਰਦੇ ਹੋ, ਤੁਸੀਂ ਇੱਕ ਇਨਸਾਨ ਨੂੰ ਨਫ਼ਰਤ ਕਰਨ ਲੱਗ ਪਏ, ਤੁਹਾਡੇ ਅੰਦਰ ਨਫ਼ਰਤ ਆ ਗਈ। ਇਸ ਕਰਕੇ ਇਨਸਾਨ ਨੂੰ ਨਫ਼ਰਤ ਨਹੀਂ ਕਰਨੀ। ਜੇ ਉਹਦੇ ਅੰਦਰ ਕੋਈ ਬੁਰਾਈ ਹੈ, ਉਸ ਬੁਰਾਈ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੋ, ਉਸ ਬੁਰਾਈ ਨੂੰ ਨਫ਼ਰਤ ਕਰੋ। ਕਿਉਂਕਿ ਅਸੀਂ ਬੁਰਾਈ ਨੂੰ ਖਤਮ ਕਰਨਾ ਹੈ, ਇਨਸਾਨ ਨੂੰ ਸਹੀ ਕਰਨਾ ਹੈ, ਇਨਸਾਨ ਨੂੰ ਪਿਆਰ ਕਰੋ। ਬਹੁਤ ਵੱਡੇ ਉਪਦੇਸ਼ ਸੀ ਉਹਨਾਂ ਦੇ, ਬਹੁਤ ਵੱਡੀਆਂ ਜਿਹੜੀਆਂ ਉਹਨਾਂ ਨੇ ਲੋਕਾਂ ਤੱਕ ਗੱਲਾਂ ਪਹੁੰਚਾਈਆਂ। ਉਹਨਾਂ ਨੂੰ ਹੁਣ ਸਾਰਿਆਂ ਦਾ ਸੰਗ੍ਰਹਿ ਕਰਕੇ ਉਹਨਾਂ ਨੇ ਉਸ ਮਿਊਜ਼ੀਅਮ 'ਚ ਬੰਦ ਕਰ ਲਿਆ। ਅੱਛੀ ਗੱਲ ਹੈ, ਵੇਖਣਗੇ, ਬਿਲਕੁਲ ਅੱਛੀ ਗੱਲ ਹੈ। ਔਰ ਉਹਨਾਂ ਦੇ ਨਾਲ ਨਾਲ ਜਿਹੜੇ ਬਾਕੀ ਵੀ ਸਾਡੇ ਦੇਸ਼ ਭਗਤ ਨੇ, ਸ਼ਹੀਦ ਭਗਤ ਸਿੰਘ ਹੋ ਗਏ, ਹੋਰ ਬਾਕੀ ਥਾਂ ਦੇ ਉੱਤੇ ਜਿਹੜੇ ਸਾਡੇ ਦੇਸ਼ ਭਗਤ ਨੇ, ਉਹਨਾਂ ਨੇ ਵੀ ਬੜੀਆਂ ਵੱਡੀਆਂ ਗੱਲਾਂ ਕੀਤੀਆਂ ਨੇ, ਜ਼ਿੰਦਗੀ ਨੂੰ ਕਿੱਦਾਂ ਸੰਵਾਰ ਸਕਦੇ ਆ। ਔਰ ਉਹ ਵੀ ਸਾਰੀਆਂ ਗੱਲਾਂ ਜ਼ਰੂਰ ਸ਼ਾਮਿਲ ਕਰਨੀਆਂ ਚਾਹੀਦੀਆਂ ਨੇ ਹਰ ਥਾਂ ਦੇ ਉੱਤੇ। ਜੇ ਸਾਡੀ ਸੋਚ ਦਾ ਹਿੱਸਾ ਬਣਨ ਤਾਂ ਬਹੁਤ ਵੱਡੇ ਸਮਾਜ ਦੀ, ਬਹੁਤ ਵਧੀਆ ਸਮਾਜ ਦੀ ਅਸੀਂ ਸਿਰਜਣਾ ਕਰ ਸਕਦੇ ਹਾਂ ਜੀ। ਸੋ ਅੱਗੇ ਵਧਦੇ ਹਾਂ ਜੀ। SYL ਜੀ, ਜੋ ਸਤਲੁਜ ਯਮੁਨਾ ਲਿੰਕ ਨਹਿਰ ਹੈ, ਉਹਦੇ ਮੁੱਦੇ ਦੇ ਉੱਤੇ ਹੁਣ ਕਿਉਂਕਿ ਸੁਪਰੀਮ ਕੋਰਟ ਨੇ ਕਿਹਾ ਹੈ ਬਈ ਆਪਸ 'ਚ ਬੈਠ ਕੇ ਫੈਸਲਾ ਕਰੋ, ਪੰਜਾਬ ਤੇ ਹਰਿਆਣਾ ਦੀ ਗਵਰਨਮੈਂਟਸ ਮਿਲੋ, ਫੈਸਲਾ ਕਰੋ ਔਰ ਫੈਸਲਾ ਕਰਕੇ ਸਾਨੂੰ ਦੱਸੋ ਕਿ ਕੀ ਕਰਨਾ ਚਾਹੁੰਦੇ ਹੋ। ਤੇ ਹੁਣ 14 ਅਕਤੂਬਰ ਫਿਕਸ ਕੀਤਾ ਜੀ, ਤੇ ਖੱਟੜ ਜੀ ਵੀ ਆ ਰਹੇ ਨੇ ਤੇ ਮਾਨ ਜੀ ਵੀ ਜਾ ਰਹੇ ਨੇ, ਇਕੱਠੇ ਬਹਿ ਕੇ ਗੱਲਾਂ ਕਰਨਗੇ 14 ਅਕਤੂਬਰ ਨੂੰ ਔਰ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕਰਨਗੇ। ਪਰ ਅਸੀਂ ਉਮੀਦ ਕਰਦੇ ਹਾਂ ਕਿ ਬਈ ਮਸਲਾ ਹੱਲ ਕਰ ਲਓ, ਕਿਉਂ ਲਟਕਾਇਆ ਹੋਇਆ।
ਇਹ ਅਸਲ 'ਚ ਬੜਾ ਪੁਰਾਣਾ ਲਟਕਦਾ ਮਸਲਾ ਜੀ ਜੀ ਕਈ ਸਰਕਾਰਾਂ ਆਈਆਂ, ਅਕਾਲੀ ਦਲ ਦੇ ਟਾਈਮ ਤੇ ਵੀ ਰਿਹਾ ਔਰ ਉਦੋਂ ਬਾਅਦ ਕਾਂਗਰਸ ਨਾਲ ਦੇ ਟਾਈਮ ਤੇ ਵੀ ਰਿਹਾ। ਕੈਪਟਨ ਅਮਰਿੰਦਰ ਸਿੰਘ ਨੇ ਇਹਦੇ 'ਚ ਕਾਫੀ ਚੋਖਾ ਭਰਵਾਂ ਜਿਹੜਾ ਹੰਗਾਰਾ ਦੇ ਕੇ ਇਹਨੂੰ ਰੋਕਿਆ ਵੀ, ਕਿਉਂਕਿ ਜਿਹੜੀ ਨਹਿਰ ਉਹਨਾਂ ਨੇ ਖੋਦ ਦਿੱਤੀ ਸੀ ਉਦੋਂ ਟਾਈਮ ਤੇ, ਫਿਰ ਇਹਨਾਂ ਨੇ ਸੁਪਰੀਮ ਕੋਰਟ 'ਚ ਰਿਟ ਕੀਤੀ ਔਰ ਉਹ ਇਸ ਵੇਲੇ ਬੰਦ ਆ, ਉਹਦੇ ਉੱਤੇ ਖੇਤੀਬਾੜੀ ਹੋ ਰਹੀ ਆ, ਨਕਸ਼ਾ ਤਾਂ ਬਣ ਗਿਆ ਸੀਗਾ। ਪਰ ਹੁਣ ਜਿਹੜੀ ਇਸ ਵੇਲੇ ਦੀ ਹੁਕੂਮਤ ਆ, ਇਹਨਾਂ ਨੇ ਇਹ ਕਿਹਾ ਕਿ ਸਾਡੇ ਕੋਲ ਤਾਂ ਪਾਣੀ ਹੈ ਕੁਛ ਨਹੀਂ, ਕਿ ਸਿਰਫ ਅਸੀਂ ਪੰਜਾਬ ਦੇ ਪਾਣੀ, ਪੰਜਾਬ ਦੇ ਕਿਸਾਨਾਂ ਦਾ ਜਿਹੜੀ ਫਸਲਾਂ ਉਹਨਾਂ ਤੱਕ ਹੀ ਪਾਣੀ ਪਹੁੰਚਾ ਸਕਾਂਗੇ, ਕਿਉਂਕਿ ਅੱਗੇ ਰੱਪੜ ਬਣ ਗਏ, ਅੱਗੇ ਖੁਸ਼ਕ ਹੋ ਗਈਆਂ ਜ਼ਮੀਨਾਂ, ਪਾਣੀ ਦੀ ਘਾਟ ਇੱਥੇ। ਇਹ ਮੌਜੂਦਾ ਜਿਹੜੀ ਸਰਕਾਰ ਹੈ ਭਗਵੰਤ ਮਾਨ ਦੀ, ਇਹਨੇ ਵੀ ਕਿਹਾ ਹੈਗਾ ਔਰ ਉਹਦੇ ਵਿੱਚ ਇਹਨਾਂ ਨੇ ਤੀਜਾ 'ਚ ਇੱਕ ਹੋਰ ਫੈਸਲਾ ਲੈ ਲਿਆ ਸੀਗਾ ਕਿ ਰਾਜਸਥਾਨ ਨੂੰ ਵੀ ਪਾਣੀ ਜਾਣਾ ਚਾਹੀਦਾ, ਜਦੋਂ ਕਿ ਹਰਿਆਣੇ ਨਾਲ ਤਾਂ ਚਲੋ ਸਾਡੇ ਨਾਲ ਜੁੜਦਾ ਇੱਕ ਇਲਾਕਾ ਸੀਗਾ, ਸਾਡਾ ਸੂਬਾ ਵਾ, ਅਨਡਿਵਾਈਡਡ ਪੰਜਾਬ ਸੀਗਾ, ਪਰ ਹੁਣ ਨਾਲ ਲੱਗਦੇ ਰਾਜਸਥਾਨ ਨੂੰ ਪਾਣੀ ਕਿੱਥੋਂ ਜਾਊਗਾ, ਜਦੋਂ ਕਿ ਜਿਹੜੀ SYL ਨਹਿਰ ਹੈਗਾ, ਇਹਦਾ ਮਸਲਾ ਇੰਨੀ ਦੇਰ ਤੋਂ ਲਟਕਦੇ ਤੱਕ ਫਿਰ ਆਖਰਕਾਰ ਸੁਪਰੀਮ ਕੋਰਟ ਨੇ ਪੱਲਾ ਝਾੜਤਾ ਕਿ ਇਹਦੇ ਵਿੱਚ ਕੇਂਦਰ ਸਰਕਾਰ ਆਪ ਇਨਵੋਲਵਮੈਂਟ ਕਰੇ ਜਾਂ ਦੋਨੇ ਜਿਹੜੇ ਮੁੱਖ ਮੰਤਰੀ ਹੈ ਬਹਿ ਕੇ ਆਪਣਾ ਮੁੱਦਾ ਤੈਅ ਕਰ ਲੈਣ ਕਿ ਅਸੀਂ ਇਹ ਕੀ ਚਾਹੁੰਦੇ ਆ। ਹੁਣ ਇਹਨਾਂ ਨੇ ਆਪਸੀ ਕੰਪਰੋਮਾਈਜ਼ ਤਰੀਕੇ ਨਾਲ ਮਨੋਹਰ ਲਾਲ ਖੱਟਰ ਜੀ ਨੇ ਔਰ ਭਗਵੰਤ ਮਾਨ ਜੀ ਨੇ 14 ਤਰੀਕ ਨੂੰ ਆਪਣਾ ਇਹ ਮਸਲਾ ਛੇੜਨਾ, ਕੀ ਕਰਨਾ ਹੈਗਾ। ਪਰ ਮੇਰਾ ਖਿਆਲ ਹੈ ਕਿ ਇਹਦੇ ਵਿੱਚ ਕੀ ਸਿੱਟਾ ਨਿਕਲੂਗਾ, ਕਿ ਕਿਸ ਤਰ੍ਹਾਂ ਦੀ ਗੱਲ ਹੁੰਦੀ ਹੈ, ਕਿਉਂਕਿ ਪੰਜਾਬ ਤਾਂ ਮੰਨੂਗਾ ਨਹੀਂ। ਜੇ ਪੰਜਾਬ ਮੰਨ ਜਾਂਦਾ ਹੈਗਾ ਤਾਂ ਇਹਦੇ ਵਿਰੋਧਤਾ ਖੜੀ ਹੋ ਜੂਗੀ ਇਹਦੇ ਲਈ, ਭਗਵੰਤ ਮਾਨ ਲਈ ਵੀ। ਔਰ ਉੱਧਰ ਜੇ ਇੱਧਰ ਨਹੀਂ ਇਹਨਾਂ ਨੂੰ ਕੰਮ ਮਿਲਦਾ ਜਾਂ ਇਹਨਾਂ ਨੂੰ ਪਾਣੀ ਨਹੀਂ ਮਿਲਦਾ, ਖੱਟਰ ਸਾਹਿਬ ਜੇ ਗੱਲ ਤੋਂ ਪੱਲਾ ਝਾੜ ਕੇ ਨਿਕਲ ਜਾਂਦੇ ਆ, ਤੇ ਫਿਰ ਹਰਿਆਣੇ ਦੇ ਲੋਕ ਨਾਰਾਜ਼ ਹੋ ਜਾਣਗੇ। ਤੀਜੀ ਗੱਲ ਇਹ ਹੈਗੀ ਕਿ ਕੇਂਦਰ ਸਰਕਾਰ ਜਿਹੜੀ ਆ ਉਹ ਝੁਕੀ ਹੈਗੀ ਆ ਹਰਿਆਣਾ ਵਾਲੇ ਪਾਸੇ, ਔਰ ਪੰਜਾਬ ਨਾਲ ਉਹਨਾਂ ਦਾ ਇੰਨਾ ਬਹੁਤਾ ਵੱਡਾ ਸਰੋਕਾਰ ਨਹੀਂ, ਕਿਉਂਕਿ ਇੱਥੇ ਆਪੋਜੀਸ਼ਨ ਹੈ, ਦੂਜੀ ਪਾਰਟੀ ਹੈ ਜਿਹੜੀ ਉਹਨਾਂ ਦੀ ਪਾਰਟੀ ਨਹੀਂ। ਔਰ ਕਾਂਗਰਸ ਜਿਹੜੀ ਇਹਨਾਂ ਦੀ ਆਪਣੀ ਪਾਰਟੀ ਆ, BJP ਦਾ ਸਾਰਾ ਮੁੱਦਾ ਉੱਥੇ ਹੈਗਾ। ਉਹ ਚਾਹੁੰਦੇ ਨੇ ਕਿ SYL ਦਾ ਮੁੱਦਾ ਜਿਹੜਾ ਹੈਗਾ ਇਹ ਉਹਨਾਂ ਦੀ ਫੇਵਰ ਚੱਲ ਜੇ, ਪਾਣੀ ਜਿਹੜਾ ਉਹਨਾਂ ਨੂੰ ਹਿੱਸਾ ਮਿਲ ਜੇ ਉਸ ਵਿੱਚੋਂ। ਜਿਹੜਾ ਸਤਲੁਜ ਜਮਨਾ ਲਿੰਕ ਦਾ ਮੁੱਦਾ ਹੈਗਾ ਇਹ ਉਹਨਾਂ ਨੇ ਇਸ ਕਰਕੇ ਕੀਤਾ ਕਿ ਇਹਦੇ ਸੁਪਰੀਮ ਕੋਰਟ ਇਸ ਕਰਕੇ ਨੇ ਡਿਸੀਜਨ ਲੈ ਸਕੀ ਕਿ ਇਹਨਾਂ ਨੇ ਸੋਚਿਆ ਕਿ ਜੇ ਮੁੱਖ ਮੰਤਰੀ ਆਪੋ ਚਾਹ ਕੇ ਕਰ ਲੈਂਦੇ ਆ ਰੌਲੇ ਰੱਪੇ ਤੋਂ ਬਗੈਰ, ਪਰ ਹੁਣ ਕਈ ਵਾਰੀ ਰਿਟ ਤੇ ਰਿਟ ਚੱਲਦੀ ਰਹੀ ਆ ਔਰ ਕਈ ਆਲੋਚਨਾ ਹੁੰਦੀ ਰਹੀ ਆ। ਇਹ ਮਸਲਾ ਬੜਾ ਗੰਭੀਰ ਆ। ਮੇਰਾ ਖਿਆਲ ਹੈ ਕਿ ਇਹਨਾਂ ਦੋ ਜਣਿਆਂ ਦੀ, ਦੋ ਮੁੱਖ ਮੰਤਰੀਆਂ ਦੀ ਬਹਿ ਕੇ ਗੱਲਬਾਤ ਨਾਲ ਕੋਈ ਛੱਡਣਾ ਨਹੀਂ। ਜਿਸ ਵੇਲੇ ਇਸ ਵੇਲੇ ਜਿਹੜੀ ਆਪੋਜੀਸ਼ਨ ਉਹ ਵੀ ਚੁੱਪ ਆ, ਉਹ 'ਚ ਪ੍ਰਤਾਪ ਸਿੰਘ ਬਾਜਵਾ ਨੇ ਕੋਈ ਨਹੀਂ ਬੋਲਿਆ, ਉਹਦੇ ਵਿੱਚ ਰਾਜਾ ਵੜਿੰਗ ਨੇ, ਉਹਨਾਂ ਨੇ ਕੋਈ ਨਹੀਂ ਗੱਲ ਕੀਤਾ। ਨਵਜੋਤ ਸਿੱਧੂ ਜੀ ਅੱਗੇ ਬੋਲ ਦਿੰਦੇ ਸੀ, ਹੁਣ ਤਾਂ ਜੇਲ੍ਹ 'ਚ ਆ, ਪਰ ਉਹ ਵੀ ਅੱਗੇ ਇਸ ਗੱਲ 'ਤੇ ਬਹੁਤ ਬਹਿਸ ਕਰ ਦਿੰਦੇ ਸੀਗੇ। ਔਰ ਬਾਕੀ ਜਿਹੜੀਆਂ ਪਾਰਟੀਆਂ ਰਹਿ ਗਈਆਂ ਨੇ ਜਾਂ ਉਹਦੇ ਨਾਲ BJP ਪੰਜਾਬ 'ਚ ਜਿਹੜੀ ਹੈਗੀ ਆ, ਉਹ ਥੋੜ੍ਹੇ ਜਿਹੇ ਪੱਖ ਲਊਗੀ ਅਤੇ ਹਰਿਆਣੇ ਦੇ ਪੱਖ ਲਊਗੀ। ਗੱਲ ਇਹ ਹੈ ਨਾ, ਜਿਹੜੀ ਤੁਸੀਂ ਗੱਲ ਕਹੀ ਹੈ ਜੀ ਕਿ ਮੁੱਦਾ ਬੜਾ ਪੁਰਾਣਾ ਹੈ, ਤੇ ਉਮੀਦ ਨਹੀਂ ਕਿ ਦੋਵੇਂ ਮੁੱਖ ਮੰਤਰੀ ਬੈਠ ਕੇ ਇਹ ਮਸਲਾ ਸੁਲਝਾ ਲੈਣਗੇ। ਇਸ ਮੀਟਿੰਗ ਦਾ ਕੋਈ ਹੱਲ ਨਹੀਂ ਨਿਕਲਣਾ। ਇਹ ਤੁਸੀਂ ਗੱਲ ਕਹਿ ਰਹੇ ਹੋ ਔਰ ਤੁਸੀਂ ਕਿਸੇ ਫੈਕਟ ਦੇ ਉੱਤੇ ਆਧਾਰਿਤ ਹੀ ਕਹਿ ਰਹੇ ਹੋ, ਔਰ ਮੈਨੂੰ ਵੀ ਇਦਾਂ ਹੀ ਲੱਗਦਾ। ਬਿਲਕੁਲ ਸਹੀ ਕਿ ਇਹ ਇੱਕ ਆਈ ਵਾਸ਼ ਜੀ ਲੱਗਦੀ ਆ ਕਿ ਲੋਕਾਂ ਨੂੰ ਦਿਖਾਉਣ ਵਾਸਤੇ ਕਿ ਅਸੀਂ ਕੰਮ ਕਰਦੇ ਪਏ ਹਾਂ, ਕਿਉਂਕਿ ਅਸਲ ਦੇ ਵਿੱਚ ਸਾਨੂੰ ਪਤਾ ਹੈ ਕਿ BJP ਸੈਂਟਰ 'ਚ ਬੈਠੇ ਨੇ। ਸਹੀ ਗੱਲ। ਔਰ BJP ਦੀ ਗਵਰਨਮੈਂਟ ਹੀ ਹਰਿਆਣਾ 'ਚ ਬੈਠੇ ਨੇ, ਤੇ ਇਹਨਾਂ ਨੇ ਕੋਈ ਨਾ ਕੋਈ ਐਸਾ ਮਤਲਬ ਜਿਹਨੂੰ ਕਹਿੰਦੇ ਫੈਸਲਾ ਕਰ ਲੈਣਾ ਜੋ ਪੰਜਾਬ ਨੂੰ ਔਖਾ ਕਰਨ ਵਾਲਾ ਹੋਣਾ। ਕਿਉਂਕਿ ਅਸੀਂ ਵਿਧਾਨ ਸਭਾ ਦਾ ਮਾਮਲਾ ਦੇਖ ਚੁੱਕੇ ਹਾਂ, ਚੰਡੀਗੜ੍ਹ ਪੰਜਾਬ ਨੂੰ ਦੇਣ ਦਾ ਮਾਮਲਾ ਦੇਖ ਚੁੱਕੇ ਹਾਂ, ਪੰਜਾਬ ਯੂਨੀਵਰਸਿਟੀ ਦਾ ਮਾਮਲਾ ਦੇਖ ਚੁੱਕੇ ਹਾਂ, ਵਿਧਾਨ ਸਭਾ ਤੇ ਹਾਈ ਕੋਰਟ ਦੀ ਜ਼ਮੀਨ ਦੀ ਜਿੱਦਾਂ ਮੈਂ ਗੱਲ ਕੀਤੀ ਹੈ ਉਹੀ ਆਪਾਂ ਦੇਖ ਚੁੱਕੇ ਹਾਂ। ਤੇ ਇਹਦੇ ਵਿੱਚੋਂ ਵੀ ਕੋਈ ਸਿੱਟਾ ਮਿਲ ਜੂ ਇੱਦਾਂ ਦਾ ਕੁਝ ਵਿਖਾਈ ਨਹੀਂ ਦੇ ਰਿਹਾ। ਇਹ ਜਸਟ ਐਨ ਆਈ ਵਾਸ਼ ਆ ਕਿ ਲੋਕਾਂ ਦਾ ਪ੍ਰੈਸ਼ਰ ਪਿਆ ਹੋਇਆ ਕਿ ਤੁਸੀਂ ਦੱਸੋ ਕੀ ਕਰਨਾ ਹੈ, ਕਿਉਂਕਿ ਵਿੱਚੋਂ ਇਹ ਕੋਈ ਨਾ ਕੋਈ ਮਤਲਬ ਜਿੱਦਾਂ ਕਹਿੰਦੇ ਨਾ ਫੈਸਲਾ ਪੈਂਡਿੰਗ ਰੱਖਣ ਵਾਲੀ ਗੱਲ ਹੋਣੀ ਹੈ, ਕਿਉਂਕਿ ਜੇ ਮੁੱਦਾ ਖਤਮ ਹੋ ਗਿਆ ਤਾਂ ਫਿਰ ਪੰਜਾਬ ਨੂੰ ਘੇਰਨਾ ਕਿਵੇਂ ਹੈ। ਇਸ ਕਰਕੇ ਇਹ ਪੰਜਾਬ ਨੂੰ ਘੇਰਨ ਵਾਸਤੇ ਮੇਰਾ ਖਿਆਲ ਇਹ ਮੁੱਦੇ ਨੂੰ ਹੱਲ ਨਹੀਂ ਕੀਤਾ ਜਾਏਗਾ। ਸ਼ਾਇਦ ਕੋਈ ਨਵੀਂ ਡਾਇਮੈਂਸ਼ਨ ਦੇ ਦਿੱਤੀ ਜਾਵੇ, ਕੋਈ ਹੋਰ ਰੰਗ ਦੇ ਦਿੱਤਾ ਜਾਵੇ। ਉਹ ਜਿੱਦਾਂ ਅਸੀਂ ਕਹਿੰਦੇ ਆ ਨਾ ਕਿ ਅੱਜ ਤਾਂ ਮੀਟਿੰਗ 'ਚ ਕਮਾਲ ਹੋ ਗਈ ਜੀ, ਕਹਿੰਦੇ ਕੀ ਹੋਇਆ, ਅਗਲੀ ਮੀਟਿੰਗ ਦੀ ਡੇਟ ਫਿਕਸ ਹੋ ਗਈ। ਹੁਣ ਇਹ ਕਿਹੜੀ ਕਮਾਲ ਹੋ ਗਈ? ਇਹ ਤਾਂ ਹੁੰਦੀਆਂ ਆ ਰਹੀਆਂ ਨੇ ਇੰਨੇ ਸਾਲਾਂ ਤੋਂ। ਨਹੀਂ, ਇਹ ਮਸਲਾ ਜਿਹੜਾ ਵੈਸੇ ਖੰਨਾ ਜੀ, ਇਹ ਪਤਾ ਜਵਾਹਰ ਲਾਲ ਨਹਿਰੂ ਤੋਂ ਲੈ ਕੇ ਇੰਦਰਾ ਗਾਂਧੀ ਕੋਲ ਹੈ। ਇੰਦਰਾ ਗਾਂਧੀ ਨੇ ਜਦੋਂ ਇਹਨੂੰ ਦੇਖਿਆ, ਪਲਟੇ ਮਾਰੇ, ਸਾਰਾ ਕੁਝ ਕੀਤਾ, ਉਹਨੇ ਕੋਈ ਡਿਸੀਜਨ ਤੱਕ ਨਹੀਂ ਆਉਣ ਦਿੱਤਾ, ਕੋਰਟ 'ਚ ਚਲੇ ਗਿਆ। ਕੋਰਟ ਤੋਂ ਆਉਣ ਤੋਂ ਬਾਅਦ ਅਟਲ ਬਿਹਾਰੀ ਵਾਜਪਾਈ ਸਰਕਾਰ ਆਈ, ਹੈ ਨਾ, ਅਡਵਾਨੀ ਜੀ ਆਏ, ਔਰ ਕਿੰਨੀਆਂ BJP ਦੀਆਂ ਸਰਕਾਰਾਂ, ਕਿੰਨੇ ਨੁਮਾਇੰਦੇ, ਕੀ ਕੁਛ ਹੋਇਆ, ਜਸਵੰਤ ਸਿਨਹਾ ਜੀ ਆਏ, ਕਿੰਨਾ ਕੁਛ ਉਹਦੇ 'ਚ ਲੱਗਿਆ। ਫਿਰ ਕੈਪਟਨ ਅਮਰਿੰਦਰ ਸਿੰਘ 'ਤੇ ਆ ਕੇ ਇਹਨੇ ਰੋਕਿਆ ਹੋਇਆ ਸੀ। ਇਹ 'ਚ ਅਕਾਲੀ ਦਲ ਵੀ ਇਹਦੇ ਉਲਟ ਚੱਲਦਾ ਰਿਹਾ, ਜਿਸ 'ਚ ਬਾਦਲ ਸਾਹਿਬ ਨੇ ਬੜਾ ਯੋਗਦਾਨ ਪਾਇਆ। ਇਹਦੇ 'ਚ ਜਿੰਨੀਆਂ ਇੱਥੋਂ ਦੀ ਆਪੋਜੀਸ਼ਨ ਸਰਕਾਰ ਗੌਰਮੈਂਟ ਸੀਗੀਆਂ, ਉਹਨਾਂ ਨੇ ਆਪਣੇ ਤਰੀਕੇ ਨਾਲ ਇੱਥੇ ਨੂੰ ਠੱਲ ਪਾਈ ਔਰ ਪਾ ਲਾ ਕੇ ਇਹ ਦੇਖੋ ਹੁਣ ਫਿਰ ਮੁੱਦਾ ਉਜਾਗਰ ਇਸ ਕਰਕੇ ਹੋ ਗਿਆ ਕਿ ਸੈਂਟਰ 'ਚ ਫਿਰ BJP ਬੈਠੀ ਹੈ, ਫਿਰ ਫੇਵਰ 'ਚ ਜਾਏਗਾ, ਜਿਹੜਾ ਤੁਸੀਂ ਹੁਣ ਗੱਲ ਕੀਤੀ ਹੈ।
ਕਿਉਂਕਿ ਪਹਿਲਾਂ ਤੋਂ ਸੁੱਤਾ ਰਿਹਾ ਇਹ ਮਸਲਾ ਸਾਰਾ ਕੁਝ ਰਿਹਾ, ਉਹਨੂੰ ਦੁਬਾਰਾ ਉਸੇ ਤਰ੍ਹਾਂ ਇਹਨਾਂ ਨੇ ਸਾਹਮਣੇ ਲਿਆਂਦਾ ਕਿ ਹੁਣ ਸਰਕਾਰ ਸੈਂਟਰ 'ਚ ਹੈਗੀ ਆ, ਹੋ ਸਕਦਾ ਕਿ ਜਿਹੜੀ ਨਿਆਂਇਕ ਪ੍ਰਣਾਲੀ ਹੈ ਇਹਨਾਂ ਦੀ ਫੇਵਰ 'ਚ ਕੰਮ ਕਰਦੇ, ਪਰ ਉਧਰੋਂ ਬਾਅਦ ਉਹ ਵੀ ਜਿਹੜੀ ਜੁਡੀਸ਼ਰੀ ਵੀ ਇਸ ਗੱਲ 'ਤੇ ਸਿਆਣੀ ਆ, ਉਹਨਾਂ ਨੇ ਆਪਣੇ ਕੋਲੋਂ ਤਾਂ ਪੱਲਾ ਲਾਤਾ। ਉਹਨਾਂ ਨੇ ਕਹਤਾ ਵੀ ਜਿਹੜਾ ਹੈਗਾ ਹੁਣ 2 ਮੁੱਖ ਮੰਤਰੀ ਕੀ ਕਰਦੇ ਆ ਇਹਨਾਂ ਦੇ ਅੱਗੇ ਕਰੋ। ਹੁਣ 2 ਮੁੱਖ ਮੰਤਰੀ ਕੀ ਕਰਨਗੇ ਉਹਨਾਂ ਨੂੰ ਪਤਾ, ਪਬਲਿਕ ਕੀ ਚਾਹੁੰਦੀ ਆ, ਮਿਨਿਸਟਰੀ ਕੀ ਚਾਹੁੰਦੀ ਆ, ਦੁਨੀਆ ਕੀ ਚਾਹੁੰਦੀ ਆ। ਦੋਨਾਂ ਦਾ ਡਿਸੀਜਨ ਇੰਡੀਵਿਜੂਅਲ ਨਹੀਂ ਹੋ ਸਕਦਾ, ਇਹ ਪੱਖਪਾਤੀ ਦਾ ਤਰ੍ਹਾਂ ਦਾ ਨਹੀਂ ਹੋ ਸਕਦਾ। ਤੇ ਜੇ ਡਿਸੀਜਨ ਹੋਊਗਾ ਤੇ ਲੋਕਾਂ ਦੇ ਜੋ ਫੇਵਰ 'ਚ ਆ ਉਹੀ ਲੈਣਾ ਪਊਗਾ, ਨਹੀਂ ਤੇ ਫਿਰ ਉਹ ਡਾਂਗ ਛੋਟਾ ਫਿਰ ਰੌਲਾ ਰੱਪਾ ਸਾਰਾ ਕੁਝ ਰਹਿ ਚੱਲੇਗਾ। ਇੱਕ ਗੱਲ ਤੁਹਾਨੂੰ ਸਮਝ ਨਹੀਂ ਆਉਂਦੀ ਹੋਏਗੀ, ਮੈਨੂੰ ਵੀ ਸਮਝ ਨਹੀਂ ਆਉਂਦੀ, ਸਾਨੂੰ ਕਿਸੇ ਨੂੰ ਵੀ ਨਹੀਂ ਸਮਝ ਆਉਂਦੀ ਕਿ ਇਹ ਰੇੜਕਾ ਕਿਉਂ ਪਾਈ ਰੱਖਦੇ ਨੇ, ਇਹ ਮਸਲੇ ਹੱਲ ਕਿਉਂ ਨਹੀਂ ਕਰਦੇ। ਕੀ ਮਜ਼ਾ ਆਉਂਦਾ ਕਿ ਮਸਲੇ ਪੈਂਡਿੰਗ ਰਹਿਣ ਤੇ ਉਹਦੇ ਉੱਤੇ ਰਾਜਨੀਤੀ ਖੇਡੀ ਜਾਓ। ਮਤਲਬ ਦੇਸ਼ ਨੂੰ ਕਦੋਂ ਠੀਕ ਕਰਨਾ ਹੈ, ਲੋਕਾਂ ਦੀ ਜ਼ਿੰਦਗੀ ਕਦੋਂ ਸੰਵਾਰਨੀ ਹੈ। ਸਰਹੱਦਾਂ ਦਾ ਕਦੋਂ ਦਾ ਦੇਸ਼ ਸਰਹੱਦਾਂ ਦਾ ਮਸਲਾ ਹੱਲ ਹੋ ਗਿਆ, ਤਾਰਾਂ ਕਿੱਥੇ ਲੱਗੀਆਂ, ਨੋ ਮੈਨ ਲੈਂਡ ਕਿੱਥੇ ਹੈਗੀ ਆ, ਲੜਾਈਆਂ ਕਿੱਥੇ ਹੋ ਰਹੀਆਂ। ਪਾਕਿਸਤਾਨ ਨਾਲ ਸਾਡਾ ਅਜੇ ਨਹੀਂ ਹੋਇਆ। ਫਿਰ ਚਾਈਨਾ ਦਾ ਜਿਹੜਾ ਬਾਰਡਰ ਆ ਉਹ ਅਜੇ ਤੱਕ ਨਹੀਂ ਪਤਾ ਲੱਗਿਆ ਕਿ 1972 ਤੋਂ ਜਾਂ ਜਿਹੜੀ 62 ਦੀ ਜੰਗ ਜਿਹੜੀ ਹੋਈ ਆ ਉਹਦੇ ਵਿੱਚ ਕਿੰਨਾ ਇਲਾਕਾ ਉਹਨਾਂ ਕੋਲ, ਕਿੰਨਾ ਸਾਡੇ ਕੋਲ ਹੈ ਨਾ। ਉੱਥੇ UNO ਵੀ ਆ ਗਈ, ਚਿੱਟੇ ਝੰਡੇ ਵੀ ਚੜਾਤੇ, ਸਾਰਾ ਕੁਝ ਹੋ ਗਿਆ। ਕੁਝ ਇਲਾਕਾ ਅਜੇ ਵੀ ਜਿਹੜੀ ਚਾਈਨਾ ਸਰਕਾਰ ਉਹਨਾਂ ਨੇ ਨੱਪਿਆ ਪਿਆ, ਉਹ ਅਜੇ ਤੱਕ ਮਸਲਾ ਨਹੀਂ ਹੋਇਆ, ਉਹ ਅਜੇ ਵੀ ਥ੍ਰੈਟਨਿੰਗ ਕਰਦੇ ਆ, ਅਜੇ ਵੀ ਧਮਕੀਆਂ ਦਿੰਦੇ ਆ। ਇਹੀ ਹਾਲ ਪਾਕਿਸਤਾਨ ਦਾ। ਇਹ ਮੁੱਦੇ ਇਸ ਕਰਕੇ ਨਹੀਂ ਸੋਲਵ ਹੁੰਦੇ, ਇਹਨਾਂ ਨੂੰ ਪਤਾ ਜੇ ਮੁੱਦੇ ਖਤਮ ਹੋ ਗਏ ਤਾਂ ਫਿਰ ਗੌਰਮੈਂਟ ਕੀ ਰਹਿ ਗਈ। ਜਦੋਂ ਪੁਲਿਸ ਆਉਂਦੀ ਹੈ ਨਾ, ਜਦੋਂ ਪੁਲਿਸ ਮਾਰਦੀ ਕਿਸੇ ਚੋਰ ਨੂੰ, ਸਾਰੇ ਕੋਲ ਆਂਦਾ ਜੀ ਅੱਗੇ ਤੂੰ ਹੱਥ ਜੋੜੇ, ਮੈਂ ਇਹ ਕੰਮ ਨਹੀਂ ਕਰੂੰਗਾ, ਮੈਨੂੰ ਹੁਣ ਮਾਫੀ ਦੇ ਦਿਓ, ਮੈਂ ਚੋਰੀ ਨਹੀਂ ਕਰੂੰਗਾ। ਕਹਿੰਦਾ ਜੇ ਤੂੰ ਨਹੀਂ ਚੋਰੀ ਕਰਾਂਗੇ ਤਾਂ ਫਿਰ ਸਾਡੀ ਮਹਿਕਮਾ ਕਾਦਰੀ ਹੈਗਾ, ਅਸੀਂ ਫਿਰ ਵਿਹਲੇ ਪੈ ਜਾਵਾਂਗੇ। ਇਹ ਹੈਗਾ ਗੌਰਮੈਂਟ ਦੇ ਨੇਤਾ ਦਾ ਵੀ, ਉਹ ਵੀ ਚਾਹੁੰਦੇ ਆ ਕਿ ਮਸਲੇ ਲਟਕਦੇ ਰਹਿਣ ਤੇ ਦੁਨੀਆ ਵੇਂਦੀ ਰਹੇ ਤੇ ਅਸੀਂ ਬੋਲਦੇ ਰਹੀਏ ਤੇ ਨਾਅਰੇ ਲੱਗਦੇ ਰਹਿਣ। ਇਹ ਮਸਲਾ ਹੈਗਾ, ਇਹ ਹੈ ਸੋਲਵ ਤਾਂ ਕੱਲ੍ਹ ਵੀ ਹੋ ਸਕਦਾ, ਪਰਸੋਂ ਵੀ ਹੋ ਸਕਦਾ। ਨਾ ਤਾਂ ਖੱਟਰ ਸਾਹਿਬ ਕਰਨਗੇ, ਨਾ ਭਗਵੰਤ ਮਾਨ ਕਰਨਗੇ। ਉਹਨਾਂ ਨੇ ਕਹਿਣਾ ਤਦ ਸਾਡੇ CM ਸ਼ਿਫਤਾ ਤਦੇ ਹੈਗੀ ਆ, ਅਸੀਂ ਕਾਮਯਾਬ ਤਦੇ ਆ ਜੇ ਇਸ ਮਸਲੇ ਨੂੰ ਲਟਕਦਾ ਰਹਿਣ ਦੀ। ਇਹਦੀ ਚਾਬੀ ਜਿਹੜੀ ਆ ਉਹਨੂੰ ਲੌਕ ਕਰਕੇ ਤੇ ਆਪਣੀ ਜੇਬ 'ਚ ਪਾ ਲਈ। ਸਾਰੇ ਮਸਲੇ ਹੱਲ ਹੋ ਗਏ, ਸਭ ਕੁਝ ਹੱਲ ਹੋ ਗਿਆ, ਸਾਰੀਆਂ ਸਮੱਸਿਆਵਾਂ ਖਤਮ ਹੋ ਗਈਆਂ ਤੇ ਅਸੀਂ ਬਹਿ ਕੇ ਮੱਠੀਆਂ ਤਲਨੀਆਂ ਨੇ ਕਰਵਾ ਚੌਥ ਦੀਆਂ। ਅਸੀਂ ਕੀ ਕਰਾਂਗੇ ਫਿਰ? ਕਰਵਾ ਚੌਥ ਵੀ ਆ ਰਿਹਾ, ਕੱਲ ਕਰਵਾ ਚੌਥ। ਤੁਸੀਂ ਵੈਸੇ ਅੱਜ ਨਾ ਜੋ ਤੁਹਾਨੂੰ ਇਲਹਾਮ ਹੋ ਰਿਹਾ, ਤੁਹਾਨੂੰ ਜੋ ਕੁਛ ਹੁੰਦਾ ਟੈਲੀਪੈਥੀ ਹੈ, ਤੁਹਾਨੂੰ ਇੱਕਦਮ ਕੋਈ ਨਾ ਕੋਈ ਜਿਹੜਾ ਵੀ ਹੁੰਦਾ ਨਾ ਮਸਲਾ ਜੁੜਦਾ ਲੋਕਾਂ ਨਾਲ। ਜਿਹੜਾ ਤੁਸੀਂ ਕਿਹਾ ਨਾ ਹੁਣ ਕਰਵਾ ਚੌਥ ਦਾ ਬੜਾ ਇਤਿਹਾਸਕ ਤੇ ਬੜਾ ਪਰੰਪਰਾਗਤ ਹੈ ਫੈਸਟੀਵਲ ਆ, ਔਰ ਸੁਹਾਗਣਾ ਦਾ ਦਿਨ ਹੁੰਦਾ, ਇਹਨੂੰ ਲੋਕ ਮਨਾਉਂਦੇ ਆ। ਚਲ ਵਧੀਆ ਗੱਲ ਹੈ, ਤੁਹਾਡੇ ਮੂੰਹ ਨਿਕਲ ਗਈ ਗੱਲ ਆ ਤਾਂ ਅੱਛੀ ਗੱਲ, ਕਿਉਂਕਿ ਇਹ ਪ੍ਰੋਗਰਾਮ ਵੀ ਕੱਲ ਟੈਲੀਕਾਸਟ ਹੋਣਾ। ਔਰ ਇੱਕ ਨਾ ਮੇਰੇ ਦੋਸਤ ਦੇ ਅੰਕਲ ਬੜੀ ਵਧੀਆ ਗੱਲ ਕਰਦੇ ਹੁੰਦੇ ਸੀ, ਹੱਸਦੇ ਹੁੰਦੇ ਸੀ, ਆਂਟੀ ਨੂੰ ਮਜ਼ਾਕ ਕਰਦੇ ਹੁੰਦੇ ਸੀ, ਕਿਉਂਕਿ ਉਹਨਾਂ ਨੇ ਵਰਤ ਰੱਖਣਾ ਹੁੰਦਾ ਸੀ ਨਾ ਕਰਵਾ ਚੌਥ ਦਾ। ਕੀ ਮਜ਼ਾਕ ਕਰਨਾ? ਕਹਿੰਦਾ ਭਗਵਾਨ ਨੇ, ਮੈਂ ਗਿਆ ਬਾਜ਼ਾਰ, ਜੇ ਮੈਂ ਫਲ ਖਰੀਦਣ ਗਿਆ ਸਾਰੇ ਫਲ ਵਿਕ ਗਏ, ਜੇ ਮੈਂ ਮਠਿਆਈ ਖਰੀਦਣ ਗਿਆ ਸਾਰੀ ਮਠਿਆਈ ਵਿਕ ਗਈ। ਮੈਂ ਕਿਹਾ ਗੱਲ ਕੀ ਹੈ? ਕਹਿੰਦੇ ਜੀ ਕੱਲ ਵਰਤ ਹੈ। ਮੈਂ ਕਿਹਾ ਹਜੇ ਵਰਤ ਹੈ, ਸਭ ਕੁਝ ਵਿਕ ਗਿਆ ਖਾਣ ਪੀਣ ਦਾ, ਤੇ ਜੇ ਖੁੱਲਾ ਹੋਵੇ ਵਰਤ ਨਾ ਹੋਵੇ ਤੇ ਫਿਰ ਇਹ ਹਲਵਾਈ ਕਿੱਥੇ ਜਾਣਗੇ, ਇਹ ਫਲਾਂ ਵਾਲੇ ਕਿੱਥੇ ਜਾਣਗੇ? ਇਹੀ ਗੱਲ। ਸੋ ਖੈਰ ਮਜ਼ਾਕ ਨੇ ਨਾਲ ਚੱਲਦੇ ਰਹਿੰਦੇ ਨੇ। ਅੱਛੀ ਗੱਲ ਹੈ, ਤੇ ਰੈਫਰੈਂਸ ਆ ਗਿਆ। ਜੀ ਬੜਾ ਇਤਿਹਾਸਕ ਉਤਸਵ ਹੈ ਸਾਡਾ, ਕਿਉਂਕਿ ਸਾਡਾ ਭਾਰਤ ਹੈ ਹੀ ਉਤਸਵ ਆ। ਭਾਰਤ ਹੈ ਤੇ ਰੋਜ਼ ਹੀ ਤਿਉਹਾਰ ਹੁੰਦਾ, ਕੋਈ ਨਾ ਕੋਈ ਤਿਉਹਾਰ ਹੁੰਦਾ। ਮੇਲਿਆਂ ਦੀ ਧਰਤੀ ਹੈ। ਪੰਜਾਬੀਆਂ ਨੂੰ ਵੇਖੋ ਨਾ ਤਾਂ ਇਦਾਂ ਲੱਗਦਾ ਜਿਵੇਂ ਰੱਬ ਦੇ ਵਿਆਹ ਆਏ ਹੋਏ ਨੇ। ਇਹ ਤਾਂ ਸਿਆਸਤ ਨੇ ਗੇਮਾਂ ਖੇਡੀਆਂ ਤੇ ਪੰਜਾਬੀ ਚਿੰਤਾ 'ਚ ਪੈ ਜਾਂਦੇ ਨੇ। ਤਦੇ ਵਿਆਹ ਆਏ ਆ, ਇਹ ਮਕਾਣੇ ਤਾਂ ਹੈ ਨਹੀਂ ਕਿਸੇ ਦੀ, ਇਸੇ ਕਰਕੇ ਖੁਸ਼ ਰਹਿੰਦੇ ਆ। ਬਿਲਕੁਲ ਸਹੀ ਹੈ। ਤਦੇ ਸੂਟਡ ਬੂਟਡ ਸੋਹਣਾ ਸੁਨੱਖਾ ਪਾ ਕੇ ਕੱਪੜਾ ਲੱਤਾ ਤੁਰੇ ਫਿਰਦੇ ਬਸ। ਬਿਲਕੁਲ ਸਹੀ, ਇਹੀ ਜ਼ਿੰਦਗੀ ਹੈ। ਬਿਲਕੁਲ ਇਹੀ ਜ਼ਿੰਦਗੀ ਆ। ਸਿਆਸਤ ਦੀ ਗੇਮ ਹੈ ਨਾ, ਦੇਖੋ ਕੀ ਗੇਮ ਹੈ। ਅੱਗੇ ਕੀ ਆ ਗਈ ਗੇਮ ਇਹ ਆ ਗਈ ਸਿਆਸਤ ਦੀ ਕਿ ਕਰਜ਼ੇ ਵਿੱਚ ਡੁੱਬਿਆ ਪੰਜਾਬ ਜੀ। ਤੇ ਹੁਣ ਜਿਹੜੇ ਵਿਧਾਇਕ ਨੇ, MLA ਨੇ, ਜਿਹੜੇ ਸਾਨੂੰ ਰੂਲ ਕਰਦੇ ਨੇ, ਰੂਲਿੰਗ ਪਾਰਟੀ ਹੈ, ਉਹਨਾਂ ਨੂੰ ਹੁਣ ਇਹ ਚਿੰਤਾ ਹੋ ਗਈ ਹੈ ਕਿ ਸਾਡੀਆਂ ਤਨਖਾਹਾਂ ਕਿੱਥੋਂ ਆਉਣਗੀਆਂ। ਉਧਰੋਂ ਪੈਨਸ਼ਨਸ ਵਾਲਿਆਂ ਨੂੰ ਵੀ ਚਿੰਤਾ ਹੋ ਗਈ ਹੋਣੀ ਹੈ ਕਿ ਸਾਡੀਆਂ ਪੈਨਸ਼ਨਾਂ ਕਿਵੇਂ ਆਉਣਗੀਆਂ। ਸੋ ਇਹ ਪੰਜਾਬ ਦਾ ਜੋ ਖਜ਼ਾਨਾ ਹੈ, ਦੇਖੋ ਉਹਦਾ ਕੀ ਹਾਲ ਹੋ ਗਿਆ। ਵੈਸੇ ਜੇ ਪੰਜਾਬ ਦਾ ਸਾਰਾ ਮੂੰਹ ਮਹਾਂਦਰਾ ਵੇਖੀਏ, ਜਿਹੜਾ ਪਹਿਲੋਂ ਡੋਲਿਆ ਪੰਜਾਬ ਸੀਗੇ ਨਾ, ਉਸ ਪੰਜਾਬ ਦੀ ਗੱਲ ਤਾਂ ਨਹੀਂ ਕਰ। ਜੇ ਪ੍ਰੋਫੈਸਰ ਮੋਹਨ ਸਿੰਘ ਨੇ ਵੀ ਲਿਖਿਆ, ਭਾਰਤ ਹੈ ਇੱਕ ਜੇਕਰ ਮੁੰਦਰੀ ਵਿੱਚ ਨਗ ਪੰਜਾਬ ਦਾ, ਉਹ ਨਗ ਪੰਜਾਬ ਦਾ ਜਿਹੜਾ ਸੀ ਹੁਣ ਉਹ ਲਿਸ਼ਕਾਂ ਤਾਂ ਨਹੀਂ ਮਾਰਦਾ, ਪਤਾ ਨਹੀਂ ਇਹਦੇ 'ਤੇ ਕੀ ਨਜ਼ਰ ਲੱਗ ਗਈ ਹੈ। ਔਰ ਉਹਦੇ ਵਿੱਚ ਡੁੱਬਣ ਦੀ ਗੱਲ ਤਾਂ ਜਿਹੜੀ ਆਈ ਆ, ਕਿਤੇ ਤਾਂ ਨਸ਼ਿਆਂ 'ਚ ਡੁੱਬ ਰਿਹਾ, ਕਿਤੇ ਇਹ ਆਪਣੇ ਕਰਜ਼ਿਆਂ 'ਚ ਡੁੱਬ ਰਿਹਾ ਹੈ ਨਾ, ਕਿਤੇ ਚਿੰਤਾ 'ਚ ਆ, ਕਿਤੇ ਬਾਰਿਸ਼ ਦਾ ਪਾਣੀ ਆ ਕੇ ਚਿੰਤਾ 'ਚ ਡੁੱਬ ਰਿਹਾ ਕਿਸਾਨਾਂ ਨੂੰ। ਇਸ ਤਰ੍ਹਾਂ ਦੀਆਂ ਸਮੱਸਿਆਵਾਂ ਜਿਹੜੀਆਂ ਹੈਗੀਆਂ ਪੰਜਾਬ ਦੇ ਬਿਲਕੁਲ ਸਨਮੁਖ ਹੁੰਦੀਆਂ ਰਹਿੰਦੀਆਂ। ਪਰ ਆਹ ਜਿਹੜੀ ਕਰਜ਼ੇ ਦੀ ਹੈਗੀ ਹੈ, ਕੋਈ ਨਵੀਂ ਹਕੀਕਤ ਨਹੀਂ, ਇਹਦੇ ਵਿੱਚ ਬੜਾ ਕੁਝ ਪੁਰਾਣਾ ਮੁੱਦਾ ਚੱਲ ਰਿਹਾ। ਕਿਉਂਕਿ ਜਿੰਨੀਆਂ ਸਰਕਾਰਾਂ ਆਈਆਂ ਉਦੋਂ ਇਹ ਕਰਜ਼ੇ ਨਾਲ ਰਹੀਆਂ। ਇਹ ਭਗਵੰਤ ਮਾਨ ਸਰਕਾਰ ਨੇ ਵੀ ਕਹਿਤਾ ਕਿ ਅਸੀਂ ਪੀਪਾ ਖੜਕਾ ਰਹੇ ਹਾਂ, ਪੀਪੇ ਵਿੱਚ ਕੁਝ ਨਹੀਂ ਹੈਗਾ। ਔਰ ਬਾਕਾਇਦਾ ਤੌਰ 'ਤੇ ਬਾਕੀ ਵੀ ਜਿੰਨੇ ਮੁੱਖ ਮੰਤਰੀ ਆਏ ਉਹਨਾਂ ਨੇ ਕਿਹਾ ਕਿ ਜਦੋਂ ਸਰਕਾਰ ਜਾਂਦੀ ਹੈ ਉਹ ਕਰਜ਼ਾ ਸਾਰਾ ਖਜ਼ਾਨਾ ਖਾਲੀ ਕਰਕੇ ਜਾਂਦੀ ਹੈ।
ਔਰ ਹੁਣ ਜਿਹੜੀ ਰਹੀ ਗੱਲ ਹੈ, ਇਹਦੇ ਵਿੱਚ ਅਧਿਆਪਕ ਵੀ ਰੋ ਰਹੇ ਆ, ਉਹਨਾਂ ਨੂੰ ਵੀ ਤਨਖਾਹ 3-3 ਮਹੀਨੇ 4-4 ਮਹੀਨੇ ਬਾਅਦ ਮਿਲਦੀ ਹੈ, ਜਿੰਨੇ ਵੀ ਸਰਕਾਰੀ ਮੁਲਾਜ਼ਮ ਕਹਿ ਲਈ ਓਵਰਆਲ। ਰਹੀ ਗੱਲ ਜਿਹੜੇ ਰਾਜਨੇਤਾ ਨੇ, ਜਿਹਦੇ 'ਚ ਅੱਜ 117 MLA ਆ, ਜਿਸ 'ਚ 92 ਇਹਨਾਂ ਦੇ ਹੈਗੇ ਆ ਔਰ ਆਪ ਸਰਕਾਰ ਦੇ, ਔਰ ਦੂਜੇ ਉਹ ਹੁਣ ਉਹ ਉਡੀਕਦੇ ਰਹਿੰਦੇ ਆ ਵੀ ਕਦੋਂ ਮਿਲੂਗੀ। ਇਹਨਾਂ ਜਿਹੜੇ MLA ਇਹਨਾਂ ਨੂੰ ਤਨਖਾਹ ਉਦੋਂ ਮਿਲਦੀ ਹੈ ਜਦੋਂ ਮੁਲਾਜ਼ਮਾਂ ਨੂੰ ਚਲੇ ਜਾਂਦੀ ਹੈ। ਮੁਲਾਜ਼ਮਾਂ ਨੂੰ ਪਹਿਲੀ ਜਾਂ 2 ਤਰੀਕ ਨੂੰ ਮਿਲ ਜਾਂਦੀ ਹੈ, ਇਹਨਾਂ ਨੂੰ 5 ਜਾਂ 6 ਤਰੀਕ ਨੂੰ ਮਿਲਦੀ ਹੈ। ਪਰ ਇਹ ਵੀ 3-4 ਮਹੀਨੇ ਤੋਂ ਲਟਕ ਰਿਹਾ ਕੰਮ, ਇਹਨਾਂ ਨੂੰ ਲੇਟ ਮਿਲ ਰਹੀ ਹੈ। ਇਹਦੀ ਜਿਹੜੀ ਸੈਲਰੀ ਹੈਗੀ ਹੈ 84,000 ਉੱਪਰ ਤੱਕ ਹੈ, ਕੋਈ 85 ਅਰਾਊਂਡ ਦੇ ਕਰੀਬ ਹੈਗੀ ਇਹਨਾਂ ਦੀ MLA ਦੀ ਜਿਹੜੀ ਸੈਲਰੀ ਹੈ। ਔਰ ਇਹਨਾਂ ਦੇ ਵੀ ਬਾਲ ਬੱਚੇ ਇਹਨਾਂ ਦਾ ਵੀ ਆ। ਇੱਕ ਇਹਨਾਂ ਨੂੰ ਪਹਿਲੋਂ ਘਾਟਾ ਪੈ ਗਿਆ ਕਿ ਅੱਗੇ ਜਿਹੜੀਆਂ 2-2 3-3 ਪੈਨਸ਼ਨਾਂ ਲੈ ਰਹੇ, ਹੁਣ ਇੱਕੋ ਹੀ ਰਹਿ ਗਈ ਉਹ, ਹੈ ਨਾ। ਇਹ ਪਹਿਲਾਂ ਇੱਕ ਜਿਹੜਾ ਆ ਰਿਹਾ MLA, ਉਹਨੂੰ ਇੱਕੋ ਹੀ ਪੈਨਸ਼ਨ ਮਿਲੂਗੀ ਭਾਵੇਂ 4-5 ਵਾਰੀ ਟਰਮ 'ਚ ਆਇਆ ਹੋਵੇ। ਇਸੇ ਤਰ੍ਹਾਂ MP ਦੀਆਂ, ਇਸੇ ਤਰ੍ਹਾਂ ਹੀ ਬਾਕੀ ਨੇਤਾ ਦੇ ਜਿਹੜੇ ਹੈਗੇ ਨੇ, ਮੁੱਖ ਮੰਤਰੀ ਤੱਕ ਵੀ। ਪਰ ਹੁਣ ਉਹਨਾਂ ਨੂੰ ਜਿਹੜੀ ਇੱਕ ਆ ਜਿਹੜੀ ਪੈਨਸ਼ਨ ਮਿਲਣੀ ਜਾਂ ਇੱਕ ਸੈਲਰੀ ਮਿਲਣੀ, ਉਹ ਵੀ ਪੂਰੀ ਨਹੀਂ ਮਿਲ ਰਹੀ। ਉਹਦੇ ਨਾਲ ਇਹਨਾਂ ਨੂੰ ਘਾਟਾ ਤਾਂ ਪੈ ਰਿਹਾ ਵਾ। ਇਸ ਕਰਕੇ ਪੈ ਰਿਹਾ ਕਿਉਂਕਿ ਇਹਨੇ ਤਾਂ ਖੁਦ ਜਾਣਦੇ ਆ, ਇਹ ਆਪ ਖਜ਼ਾਨੇ 'ਤੇ ਬੈਠੇ, ਇਹਨਾਂ ਨੂੰ ਪਤਾ ਹੈਗਾ ਕਿ ਜਿਹੜਾ ਹੁਣ 284 ਲੱਖ ਜਿਹੜਾ ਕਰੋੜ ਜਿਹੜਾ ਇਹਨਾਂ ਨੇ ਲਿਆ ਸੀਗਾ ਸੈਂਟਰ ਕੋਲ, ਉਹਦੇ 'ਚ ਵੀ ਉਹਨਾਂ ਨੇ ਬਾਕੀ ਜਿਹੜੇ ਆ ਲੋਕਾਂ ਨੂੰ, ਬੱਚਿਆਂ ਨੂੰ ਇੰਪਲਾਇਮੈਂਟ ਦਿੱਤੀ ਹੈ। ਹੁਣ ਨਵੀਂ ਇੰਪਲਾਇਮੈਂਟ ਇਹਨਾਂ ਨੇ ਦਿੱਤੀ, ਉਹਦੇ ਵਿੱਚ ਟੀਚਰ ਵੀ ਲਏ ਉਹਨਾਂ ਨੇ, ਉਹਦੇ 'ਚ ਬਾਕੀ ਵੀ ਮਹਿਕਮਿਆਂ ਨੂੰ ਦਿੱਤੇ ਉਹਨਾਂ ਨੇ, ਨਵੀਆਂ ਪੋਸਟਾਂ ਕੱਢੀਆਂ। ਹੁਣ ਜੇ ਨਵੀਆਂ ਪੋਸਟਾਂ ਕੱਢਦੇ, ਜੇ ਇਹਨਾਂ ਨੂੰ ਆਪ ਤਨਖਾਹ ਨਹੀਂ ਮਿਲਦੀ ਤਾਂ ਉਹਨਾਂ ਨੂੰ ਕਿੱਥੋਂ ਤਨਖਾਹ ਲਿਆ ਕੇ ਦੇਣਗੇ? ਇਹ ਵੀ ਫਿਰ ਉਸ ਤੋਂ ਬਾਅਦ ਤੁਸੀਂ ਮੈਨੂੰ ਇਹ ਦੱਸੋ, ਵੱਡੇ ਵੱਡੇ ਇਸ਼ਤਿਹਾਰ ਦੇਣ ਵਾਸਤੇ ਪੈਸੇ ਕਿੱਥੋਂ ਆ ਜਾਂਦੇ ਨੇ? ਉਹ ਐਡਵਰਟਾਈਜ਼ਮੈਂਟ ਵਾਸਤੇ ਪੈਸੇ ਕਿੱਥੋਂ ਆ ਜਾਂਦੇ ਨੇ? ਪਬਲਿਸਿਟੀ ਇਹਨਾਂ ਨੇ ਆਪਣੀ ਕਰਨੀ ਹੈ। ਗੁਜਰਾਤ ਜਾ ਕੇ ਬੈਠੇ ਹੋਏ ਨੇ, ਸਾਰੇ ਖਰਚੇ ਜਿਹੜੇ ਨੇ ਪੰਜਾਬ ਦੇ ਖਜ਼ਾਨੇ ਦੇ ਪੈਂਦੇ ਨੇ, ਇਹ ਪੈਸਾ ਕਿੱਥੋਂ ਖਰਚਣਾ ਹੈ? ਇਹ ਵੈਸੇ ਸਾਰੀਆਂ ਸਰਕਾਰਾਂ ਕਰਦੀਆਂ, ਇਹ ਕਰਨਾ ਹੀ ਪੈਣਾ ਇਹਨਾਂ ਨੇ। ਇਹਨਾਂ ਨੇ ਆਪਣਾ ਸਟੈਂਡ ਤੇ ਰੱਖਣਾ ਹੀ ਆ। ਇਹ ਤਾਂ ਭਾਵੇਂ ਘਰੋਂ ਲਾਉਣ, ਜੇ ਬਾਹਰੋਂ ਲਾਉਣ, ਕਰਨਾ ਹੀ ਆ। ਭਗਵੰਤ ਘਰੋਂ ਕਿਉਂ ਲਾਉਣਗੇ? ਸਾਡੇ ਕੋਲੋਂ ਲਾਉਣਗੇ, ਜਿੱਥੋਂ ਵੀ ਲਾਉਣਗੇ, ਇਹ ਕਰਨਾ ਹੀ ਆ। ਇਹ ਸਿਰਫ ਇਹ ਇਮਾਨਦਾਰ ਸਰਕਾਰ ਨਹੀਂ, ਸਾਰੀਆਂ ਇਦਾਂ ਦੀਆਂ ਰਹੀਆਂ। ਇਹ ਜਿੱਥੇ ਇਹ ਜਿਹੜੇ ਚੱਕੀਆਂ 'ਚ ਆਟਾ ਪੀਸ ਰਿਹਾ, ਉੱਦਾਂ ਹੀ ਪੀਸਣਾ। ਇਹਨਾਂ ਨੇ ਆਪਣੀ ਐਡਵਰਟਾਈਜ਼ਮੈਂਟ ਦੇਣੀ ਹੈ। ਇਹ ਤਾਂ ਇੱਥੋਂ ਦੀ ਤੁਸੀਂ ਗੱਲ ਕਰਦੇ ਜੇ ਗੁਜਰਾਤ ਵੀ ਆਪਣਾ ਰੌਲਾ ਪਾਇਆ, ਉੱਥੇ ਵੀ ਗੱਡੀਆਂ ਚੱਲੀਆਂ, ਉੱਥੇ ਵੀ ਤੇਲ ਪਿਆ, ਉੱਥੇ ਵੀ ਸਾਰਾ ਕੁਝ, ਹਰ ਥਾਂ ਤੇ ਉੱਥੇ ਵੀ DATA ਲੈਣਾ, ਉੱਥੇ ਵੀ ਸਾਰਾ ਕੁਝ ਹੈਗਾ। ਪਰ ਉਹਦੇ 'ਚ ਇਹਨਾਂ ਦਾ ਇਸ ਵੇਲੇ ਸਿਰ ਖੁਰਕਣ ਨਹੀਂ ਹੋ ਰਿਹਾ, ਕਿਉਂਕਿ ਕੰਮ ਜ਼ਿਆਦਾ ਇਹਨਾਂ ਕੋਲ, ਕੰਮ ਜ਼ਿਆਦਾ, ਪੈਸਾ ਹੈ ਨਹੀਂ। ਇਸ ਕਰਕੇ ਹੈਗਾ ਕਿ ਇਹਨਾਂ ਨੂੰ ਇਹ ਹੁਣ ਰੋਂਦੇ ਕਿਉਂ ਆ? ਕਿ ਅੱਗੇ ਕਹਿੰਦਾ ਤੂੰ ਰੋਣਾ ਕਿਉਂ ਆਂਦਾ? ਕਿ ਥਾਲੀ 'ਚ ਕੁਝ ਨਹੀਂ ਨਜ਼ਰ ਆਉਂਦਾ। ਥਾਲੀ 'ਚ ਇਸ ਕਰਕੇ ਨਹੀਂ ਆਉਂਦਾ, ਜਾਂਦਾ ਪਿਆਜ਼ ਪਿਆ ਜਾਂ ਚਾਰ ਪਿਆ ਵਾ, ਅਤੇ ਰੋਟੀ ਤਾਂ ਜਿਉਣ ਵਾਲੀ ਆ। ਇਸ ਕਰਕੇ ਇਹ ਸਾਰਾ ਕੁਝ ਜਿਹੜਾ ਹੈਗਾ ਇਹਨਾਂ ਦੇ ਪੱਖ ਵਿੱਚ ਹੀ ਜਾਊਗਾ, ਪੱਖ ਵਿੱਚ ਇਸ ਕਰਕੇ ਜਾਊਗਾ ਕਿਉਂਕਿ ਤਖਤ 'ਤੇ ਬੈਠੇ। ਇਸੇ ਕਰਕੇ ਇਹਨਾਂ ਨੇ ਆਪਣਾ ਸਾਰਾ ਜ਼ੋਰ ਅਜ਼ਮਾਈ ਕਰ ਲੈਣਗੇ, ਜੋ ਕੁਝ ਕਰ ਲੈਣਗੇ। ਪੈਸਾ ਇਹਨਾਂ ਇਕੱਠਾ ਕਰ ਲੈਣਾ ਜਿੱਥੇ ਮਰਜ਼ੀ, ਭਾਵੇਂ ਤੁਹਾਡਾ ਪੈਸਾ ਤੁਹਾਡੇ ਕੋਲ ਇਕੱਠਾ ਕਰੇ ਜਾਂ ਕਿਸੇ ਪਾਸੇ ਸੈਂਟਰ ਕੋਲ ਲਵੇ। ਇਹਨਾਂ ਸਰਕਾਰ ਨੂੰ 5 ਸਾਲ ਚਲਾਉਣੀ, ਜਿਹਨੂੰ ਬਜ਼ੁਰਗ ਕਹਿੰਦੇ ਨੇ ਨਾ, ਲੋਕਾਂ ਦਾ ਹੀ ਸਿਰ ਮੁੰਨਣਾ ਹੈ। ਉਹੀ ਆਹੀ ਹੋਣਾ, ਉਹੀ ਹੋਣਾ। ਥਾਂ ਥਾਂ ਤੇ ਇਸ਼ਤਿਹਾਰਬਾਜ਼ੀਆਂ, ਥਾਂ ਥਾਂ ਤੇ ਸੈਮੀਨਾਰਸ, ਫੰਕਸ਼ਨਸ, ਸ਼ਕਤੀ ਪ੍ਰਦਰਸ਼ਨ। ਔਰ ਜਦੋਂ ਕੰਮ ਦੀ ਗੱਲ ਕਰੋ ਉਦੋਂ ਖਜ਼ਾਨਾ ਖਾਲੀ। ਬਸ ਆਹੀ ਕੁਝ ਚੱਲੀ ਗੱਲ ਹੈਗੀ। ਕੰਪੈਰੀਟਿਵ ਜੇ ਲੋਕਾਂ ਦਾ ਲਈਏ ਨਾ ਬਿਆਨ, ਤਾਂ ਲੋਕਾਂ ਦੀ ਜਿਹੜਾ ਉਹਨਾਂ ਦਾ ਵਿਊ ਆ, ਉਹਨਾਂ ਦਾ ਵਿਚਾਰ ਲਈਏ, ਉਹ ਇਹੀ ਆ। ਉਹਨਾਂ ਨੇ ਕਿਹਾ ਉਹਨਾਂ 70 ਸਾਲਾਂ 'ਚ ਕੁਝ ਨਹੀਂ ਕੀਤਾ, ਇਹਨਾਂ 7 ਮਹੀਨਿਆਂ 'ਚ ਵੀ ਕੁਝ ਨਾ ਕੀਤਾ। ਇਹਨਾਂ ਨੇ ਜੇ ਕੰਮ ਕੀਤਾ ਤਾਂ ਉਹਦੇ ਵਿੱਚ ਇੰਪਲਾਈਮੈਂਟ ਇਹਨਾਂ ਨੇ ਦਿੱਤੀ ਲੋਕਾਂ ਨੂੰ, ਜਿਹੜੇ ਬੱਚੇ ਬੈਠੇ ਹੈਗੇ ਉਹਦੇ ਵਿੱਚ ਇਹਨਾਂ ਨੇ ਕੀਤਾ। ਜਿਹਦੇ ਵਿੱਚ ਇਹਨਾਂ ਨੇ ਬਿਜਲੀ ਦੇ ਬਿੱਲ 'ਤੇ ਵੀ ਕੰਮ ਕੀਤਾ, ਬਿਜਲੀ ਦੇ ਜਿਹੜੇ ਮੀਟਰਾਂ 'ਤੇ ਕੰਮ ਕੀਤਾ। ਕੁਛ ਨਾ ਕੁਛ ਸਮਥਿੰਗ ਇਜ਼ ਬੈਟਰ ਦੈਨ ਨਥਿੰਗ ਨਾਲੋਂ ਤਾਂ ਠੀਕ ਹੈਗਾ। ਇਸ ਕਰਕੇ ਇਹਨਾਂ ਦਾ ਮਾੜਾ ਮੋਟਾ ਤਾਂ ਲੋਕਾਂ 'ਚ ਨਾਂ ਹੈਗਾ। ਪਰ ਅੱਗੇ ਜਿਹੜੀਆਂ ਤੁਹਾਡੀਆਂ ਗੱਲਾਂ ਇਹ ਵੀ ਠੀਕ ਆ, ਜਿਹਦੇ ਵਿੱਚ ਐਡਵਰਟਾਈਜ਼ਮੈਂਟ 'ਤੇ ਪੈਸਾ ਲਾ ਰਹੇ ਆ, ਬਾਹਰ ਘੁੰਮ ਰਹੇ ਆ, ਹੈ ਨਾ, ਮਾਡਲ ਆਪਣੇ ਬਣਾ ਲੋਕਾਂ ਨੂੰ ਦੱਸ ਰਹੇ ਆ। ਜੇ ਪੰਜਾਬ 'ਚ ਤਾਂ ਜੇ ਇੱਕ ਮਾਡਲ ਵੀ ਪੂਰੀ ਤਰ੍ਹਾਂ ਲਾਗੂ ਨਹੀਂ ਹੋਇਆ, ਉਹ ਚੀਜ਼ਾਂ ਅਜੇ ਤੱਕ ਬਿਲਕੁਲ ਆਟੇ 'ਚ ਲੂਣ ਵਾਲਾ ਕੰਮ ਹੈਗਾ। ਇਸ ਕਰਕੇ ਇਹਨਾਂ ਨੂੰ ਚਾਹੀਦਾ ਕਿ ਜੇ ਕੰਮ ਉਹ ਕਰਨ ਜਿਹੜਾ ਕੰਮ ਲੋਕਾਂ ਨੂੰ ਨਜ਼ਰ ਆਵੇ। ਹੁਣ ਨਜ਼ਰ ਘੱਟ ਆਉਂਦਾ ਤਾਂ ਬੋਲਦੇ ਜ਼ਿਆਦਾ, ਬਸ ਉਹ ਗੱਲ ਹੈਗੀ। ਅੱਗੇ ਦੇਖ ਲਓ, ਅੱਗੇ ਹੋਰ ਕੁਛ ਹੈਗਾ। ਜੋ CM ਸਾਹਿਬ ਨੇ, ਉਹਨਾਂ ਦੇ ਘਰ ਦੇ ਬਾਹਰ ਕਿਸਾਨਾਂ ਨੇ ਅੰਦੋਲਨ ਵਾਲਾ ਧਰਨਾ ਲਾ ਕੇ ਬੈਠੇ ਹੋਏ ਨੇ। ਉਗਰਾਹਾਂ ਸਾਹਿਬ ਦੀ ਜਥੇਬੰਦੀ ਬੈਠੀ ਹੋਈ ਹੈ, ਬੜੇ ਦਿਨਾਂ ਤੋਂ ਬੈਠੀ ਹੋਈ ਹੈ। ਤੇ ਉਹ ਦਿੱਲੀ ਵਾਲਾ ਜਿਹੜਾ ਸਾਡਾ ਅੰਦੋਲਨ ਚੱਲਿਆ, ਉਹਦਾ ਭੁਲੇਖਾ ਪੈਣ ਲੱਗ ਪਿਆ ਲੋਕਾਂ ਨੂੰ ਕਿ ਮਾਨ ਸਾਹਿਬ ਦੇ ਘਰ ਦੇ ਬਾਹਰ ਵੀ। ਹੁਣ ਦੱਸੋ ਹੁਣ ਕੀ ਕੀਤਾ ਜਾਏ? ਵੈਸੇ ਕਿਸਾਨਾਂ ਦਾ ਜਿੱਥੇ ਇਹ ਮੁੱਦਾ ਖੜਾ ਹੋ ਜਾਂਦਾ, ਜਿੱਥੇ ਇਹਨਾਂ ਨੇ ਅੰਦੋਲਨ ਦੇਣਾ ਹੁੰਦਾ, ਹੁੰਦੇ ਤੇ ਬੜੇ ਪਰਪੱਕ ਕੰਮ 'ਚ ਬੜੇ, ਜਦੋਂ ਕੋਈ ਚੀਜ਼ ਮਨਾਉਂਦੇ ਮਨਾ ਲੈਂਦੇ। ਜੇ ਸੈਂਟਰ ਨੂੰ ਮਨਾ ਲਿਆ ਤਾਂ ਸਟੇਟ ਤੋਂ ਕੋਈ ਇਹਨਾਂ ਦੇ ਵੱਡੀ ਗੱਲ ਨਹੀਂ ਹੈਗੀ, ਇਹ ਤਾਂ ਇਹਨਾਂ ਨੇ ਕਰ ਲੈਣਾ ਕੰਮ। ਔਰ ਦੂਜਾ ਰਹੀ ਗੱਲ, ਇਹਨਾਂ ਦੀਆਂ ਜਿਹੜੀਆਂ ਮੰਗਾਂ ਸੀ ਉਹਨਾਂ ਵਿੱਚੋਂ ਪੂਰੀਆਂ ਤਾਂ ਲਈਆਂ ਨਹੀਂ। ਇਹਨਾਂ ਨੇ ਕਿਹਾ ਸੀ ਅਸੀਂ ਜਿਹੜਾ ਵਾਜਬ ਮੁੱਲ ਮਿਲੇਗਾ ਸਾਨੂੰ, MSP ਆ, ਉਹਨਾਂ ਨੇ ਕਿਹਾ ਉਹ ਸਾਨੂੰ ਪੂਰੀ ਦੀ ਪੂਰੀ ਮਿਲੇ। ਜਿਸ 'ਚ ਗੰਨੇ ਦਾ ਰੇਟ ਸੀਗਾ, ਜਿਹਦੇ 'ਚ ਝੋਨੇ ਦਾ ਰੇਟ ਸੀਗਾ, ਜਿਸ 'ਚ ਕਣਕ ਦਾ ਸੀਗਾ। ਅਜੇ ਮੂੰਗੀ ਦਾ ਤਾਂ ਮਿਲਿਆ ਨਹੀਂ ਇਹਨਾਂ ਨੂੰ। ਮੂੰਗੀ ਦਾ ਜਿਹੜਾ ਪੈਸਾ ਚਾਹੁੰਦੇ ਸੀ ਨਾ, ਉਹ ਪੈਸਾ ਨਹੀਂ ਇਹਨਾਂ ਨੂੰ ਪੂਰੇ ਦਾ ਪੂਰਾ ਮਿਲਿਆ। ਫਿਰ ਇਹ ਕੀ ਬੀਜਣ? ਵੈਸੇ ਤਾਂ ਤੁਸੀਂ ਕਹਿਣਾ ਜਿਹੜਾ ਸਾਡੇ ਪ੍ਰਧਾਨ ਮੰਤਰੀ ਨੇ, ਉਹਨਾਂ ਕਿਹਾ ਕਿ ਪੰਜਾਬ ਦੇ ਕਿਸਾਨ ਨੂੰ ਜੇ ਮਿੱਟੀ ਦੇ ਦਿਓ, ਪਾਣੀ ਦੇ ਦਿਓ, ਇਹਨਾਂ ਨੂੰ ਜਿਹੜੀ ਫਰੈਸ਼ ਹਵਾ ਦੇ ਦਿਓ, ਅਤੇ ਮਿੱਟੀ ਦੇ ਵਿੱਚ ਸੋਨਾ ਵੀ ਬੀਜ ਸਕਦੇ ਆ। ਇਹ ਹੈਗੀ ਇਹਨਾਂ ਕੋਲ ਪਾਵਰ।
ਔਰ ਜੇ ਇਹਨਾਂ ਨੂੰ ਆਂਦਾ ਜੇ ਇਹਨਾਂ ਨੂੰ ਕੀਤਾ ਜਾਵੇ ਤਾਂ ਦੂਜਾ ਚੀਜ਼ ਵੇਚਣ ਦੀ ਤਾਂ ਗੱਲ ਇਹਨਾਂ ਦੀ ਹੈ ਹੀ ਆ। ਪਰ ਦੇਖੋ ਜੇ ਪ੍ਰਧਾਨ ਮੰਤਰੀ ਕਹਿ ਰਹੇ ਆ ਤੇ ਪ੍ਰਧਾਨ ਮੰਤਰੀ ਜੀ ਨੂੰ ਚਾਹੀਦਾ ਖੁਦ, ਜੇ ਪੰਜਾਬ ਦਾ ਕਿਸਾਨ ਖੇਤਾਂ ਦਾ ਬਾਦਸ਼ਾਹ ਜੋ ਕੁਝ ਕਰ ਸਕਦਾ, ਜੋ ਉਹਨਾਂ ਤੱਕ ਉਹਨਾਂ ਦੀ ਪਹੁੰਚ ਹੈਗੀ ਆ, ਉਹਨਾਂ ਨੂੰ ਪਤਾ ਕਿ ਮਿਹਨਤੀ ਹੈਗਾ ਇਹ ਪੰਜਾਬ ਦਾ ਕਿਸਾਨ, ਤੇ ਸਹੂਲਤਾਂ ਵੀ ਉੱਦਾਂ ਮੁਹੱਈਆ ਕਰਨੀਆਂ ਚਾਹੀਦੀਆਂ। ਚੀਜ਼ਾਂ ਜਿਹੜੀਆਂ ਬੀਜਦੇ ਆ, ਜਿਨਸਾਂ ਬੀਜਦੇ ਉਹਨੂੰ ਵਾਜਬ ਮੁੱਲ ਤੇ ਖਰੀਦਣਾ ਵੀ ਚਾਹੀਦਾ, ਤਦ ਕਰਕੇ ਕਿਸਾਨ ਨਾਰਾਜ਼ ਨਾ ਹੋਣ। ਹੁਣ ਜਿਹੜਾ ਉਹਨਾਂ ਨੇ ਉੱਥੇ ਆਪਣਾ ਘੇਰਾ ਪਾ ਲਿਆ ਮੁੱਖ ਮੰਤਰੀ ਦੀ ਰਿਹਾਇਸ਼ ਤੇ ਇਹ ਗੱਲ ਤਾਂ ਹੈਗੀ ਆ, ਉਹਨਾਂ ਨੂੰ ਇਹ ਮੰਨਣਾ ਪਊਗਾ ਮੁੱਖ ਮੰਤਰੀ ਨੂੰ, ਜੋ ਉਹਨਾਂ ਦੀਆਂ ਮੰਗਾਂ ਉਹਨਾਂ ਨੂੰ ਪੂਰੀਆਂ ਕਰਨੀਆਂ ਪੈਣਗੀਆਂ। ਨਹੀਂ ਤਾਂ ਉਹਨਾਂ ਨੇ ਕਹਿਤਾ ਲਲਕਾਰ ਮੁਹਿੰਮ ਸ਼ੁਰੂ ਕਰਤੀ ਇੱਕ ਹੋਰ, ਉਹਦੇ ਤੋਂ ਉਹਨਾਂ ਨੇ ਕਹਿਤਾ ਅਸੀਂ ਅੱਗੇ ਜਾ ਕੇ ਇਹ ਕਰ ਲਾਂਗੇ, ਫਿਰ ਗੱਡੀਆਂ ਰੋਕਣਗੇ, ਅੱਗੇ ਵੀ ਰੋਕਦੇ ਰਹੇ, ਫਿਰ ਬੱਸਾਂ ਰੁਕਣਗੀਆਂ, ਫਿਰ ਐਮਰਜੈਂਸੀ 'ਚ ਲੋਕ ਜਿਹੜੇ ਜਾ ਰਹੇ ਨਹੀਂ ਜਾਣਗੇ, ਬੱਚੇ ਪੜ੍ਹਨੋਂ ਹਟ ਜਾਣਗੇ, ਕਈ ਕੁਝ ਨੁਕਸਾਨ ਹੋਏਗਾ। ਜਿਹੜੇ ਉੱਥੇ ਬੈਠੇ ਨੇ ਉਹਨਾਂ ਦਾ ਵੀ ਜੋ ਨੁਕਸਾਨ ਹੋ ਰਿਹਾ ਹੈ ਉਹ ਚੰਗਾ ਵੀ ਨਹੀਂ ਲੱਗਦਾ। ਸੜਕਾਂ ਤੇ ਬੈਠੇ ਹੋਏ ਨੇ ਔਰ ਹੋਰ ਮਹੀਨੇ ਤੱਕ ਸਰਦੀ ਸ਼ੁਰੂ ਹੋ ਜਾਣੀ ਹੈ। ਜੀ, ਫਿਰ ਬਜ਼ੁਰਗ ਬੈਠੇ ਹੋਏ ਨੇ। ਉਹ ਕਿੰਨੇ ਲੋਕ ਮਰ ਗਏ ਸੀ ਜਦੋਂ ਕਿਸਾਨ ਉੱਥੇ ਦੀ ਡੈਥ ਹੋ ਗਈ ਆ, ਕਿੰਨੇ ਜਿਹਦੇ ਦਿੱਲੀ ਦੀਆਂ ਸੜਕਾਂ ਤੇ ਕੱਲ ਐਸਐਸ ਅਬਰਾਏ ਨੂੰ ਮਿਲੇ ਸੀਗੇ ਆਪਾਂ, ਉਹਨਾਂ ਨੂੰ ਪਤਾ ਲੱਗਾ ਸੀਗਾ, ਉਹਨਾਂ ਨੇ ਕਿਹਾ ਸੀਗਾ ਜਿਹੜੇ ਜੈਨੂਨ ਕੇਸ ਸੀਗੇ, ਜਿੰਨਾ ਕੁ ਲੋਕਾਂ ਨੂੰ ਪੈਨਸ਼ਨ ਚਾਹੀਦੀ ਸੀ, ਅਸੀਂ ਤਬਦੀਸ਼ ਕੀਤੀ, ਸਾਰਾ ਕੁਝ ਕੀਤਾ, ਉਹ ਇਕੱਠੇ ਕਰਕੇ ਉਹਨਾਂ ਨੂੰ ਪੈਨਸ਼ਨ ਦਿੱਤੀ, ਉਹਨਾਂ ਨੂੰ ਵਾਜਬ ਪੈਸੇ ਦਿੱਤੇ ਆ, ਜੋ ਸਰਬੱਤ ਦੇ ਭਲਾ ਦਾ ਜਿਹੜਾ ਟਰਸਟ ਵੱਲੋਂ। ਇਹੋ ਜਿਹੀਆਂ ਗੱਲਾਂ ਕਰਨ ਵਾਲੇ ਵੀ ਲੋਕ ਪੰਜਾਬ 'ਚ ਹੀ ਬੈਠੇ ਆ, ਜਿੱਥੇ ਸਰਕਾਰ ਦੀ ਪਹੁੰਚ ਨਹੀਂ ਹੁੰਦੀ ਜਾਂ ਸਰਕਾਰ ਨਹੀਂ ਚਾਹੁੰਦੀ। ਉਹਨਾਂ ਨੇ ਕਿਹਾ 2 ਧਾਰਮਿਕ ਸਥਾਨਾਂ ਦਾ ਨਾਮ ਵੀ ਲਿਆ ਕਿ ਜਿਹੜੇ ਚਾਹੁੰਦੇ ਸੀਗੇ ਕਿ ਉਹਨਾਂ ਨੇ ਬਿੱਲ ਕਿੱਥੋਂ ਦੋਗੇ, ਜਿਹੜਾ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਧਾਰਮਿਕ ਸਥਾਨ 'ਤੇ ਅਸੀਂ ਇਸ ਤਰ੍ਹਾਂ ਦੀ ਸਿਹਤ ਸਹੂਲਤਾਂ ਦੇ ਦਿੰਦੇ ਹਾਂ, ਤਾਂ ਉਹਨਾਂ ਨੇ ਕਿਹਾ ਜਦੋਂ ਸਿਹਤ ਸਹੂਲਤਾਂ ਦਾ ਤਾਂ ਬਿੱਲ ਕਿੱਥੋਂ ਦੋਗੇ। ਉਹਨਾਂ ਨੇ ਇਹ ਵੀ ਕਿਹਾ ਕਿ ਕੱਲ੍ਹ ਅਸੀਂ 10-10 ਰੁਪਏ 'ਚ ਅਸੀਂ ਜਿਹੜਾ ਟੈਸਟ ਲਾਤੇ ਆ, ਉਹਦੇ ਵਿੱਚ ਵੀ ਸਾਨੂੰ ਇਨਕਮ ਹੁੰਦੀ ਆ। ਇਹ 700 ਰੁਪਈਆ ਜਾਂ 800 ਰੁਪਈਆ ਲੈ ਕੇ ਜਿਹੜੇ ਕਹਿੰਦੇ ਵੀ ਸਾਨੂੰ ਇਨਕਮ ਨਹੀਂ ਹੈਗੀ, ਉਹ ਕਿੱਥੇ ਜਾਂਦਾ ਪੈਸਾ। ਇਹ ਗੱਲਾਂ ਸਰਬੱਤ ਦਾ ਭਲਾ ਜਿਹੜਾ ਟਰਸਟ ਆ ਉਹਨਾਂ ਨੇ ਕੀਤੀ। ਮੈਂ ਇਸ ਗੱਲ ਨੂੰ ਦੇਖ ਕੇ ਬੜਾ ਹੈਰਾਨ ਹੁੰਦਾ ਕਿ ਜੋ ਕੰਮ ਸਰਕਾਰਾਂ ਨੂੰ ਕਰਨੇ ਚਾਹੀਦੇ ਨੇ ਉਹ ਟਰਸਟ ਕਰ ਰਿਹਾ, ਉਹ ਲੋਕ ਇਕੱਠੇ ਹੋ ਕੇ ਕਰ ਰਹੇ ਨੇ, ਉਹ ਐਨਜੀਓਜ਼ ਕਰ ਰਹੀਆਂ ਨੇ, ਉਹ ਐਨਆਰਆਈਜ਼ ਕਰ ਰਹੇ ਨੇ। ਹੁਣ ਪਿੱਛੇ ਜੇ 25,000 ਕਰੋੜ ਵੀ ਭੇਜਣਾ ਹੈ ਪੰਜਾਬ ਦੇ ਵਿੱਚ, ਐਨਆਰਆਈਜ਼ ਅਮਰੀਕਾ ਤੋਂ ਭੇਜ ਰਹੇ ਨੇ। ਮੈਂ ਆਪਾਂ ਡਿਸਕਸ ਕੀਤਾ ਜੀ। ਹੁਣ ਇਹ ਕੰਮ ਜੋ ਸਰਕਾਰਾਂ ਦੇ ਨੇ ਉਹ ਲੋਕ ਮਿਲ ਜੁਲ ਕੇ ਕਰਦੇ ਨੇ। ਔਰ ਤੁਸੀਂ ਦੇਖੋ ਫਿਰ ਵੀ ਲੋਕਾਂ ਦੀ ਇੱਕ ਲਿਮਿਟ ਹੈ, ਕਿਸ ਹੱਦ ਤੱਕ ਜਾ ਸਕਦੇ ਨੇ। ਸਰਕਾਰਾਂ ਦੀ ਲਿਮਿਟ ਤਾਂ ਨਹੀਂ ਨਾ ਹੁੰਦੀ, ਸਰਕਾਰ ਤਾਂ ਖੁੱਲ੍ਹ ਕੇ ਖੇਡ ਸਕਦੀਆਂ ਨੇ। ਸਰਕਾਰ ਤਾਂ ਵਿਹਲੀ ਹੋ ਗਈ ਕਿ ਹੁਣ ਜਦੋਂ ਉਹਦੇ ਪੈਸਾ ਨਹੀਂਗਾ, ਅਸਾਈਨਮੈਂਟ ਨਹੀਂ ਕਰਨੀ ਉਹਨਾਂ ਨੇ, ਜਿਹੜੇ ਪੋਰਟਫੋਲੀਓ ਮੰਤਰੀਆਂ ਦੇ ਉਹ ਵੀ ਸੁੱਤੇ ਪਏ ਆ, ਇਸ ਕਰਕੇ ਨਹੀਂ ਕਰਨਗੇ। ਉਹਨਾਂ ਕਹਿੰਦਾ ਸਕੀਮਾਂ ਸਾਡੀਆਂ ਇਸ ਵੇਲੇ ਫੇਲ ਹੋ ਰਹੀਆਂ ਪੈਸੇ ਕਰਕੇ। ਜਿੱਥੇ ਅਰਥ ਵਿਵਸਥਾ ਨਹੀਂ ਹੈਗੀ, ਜਿੱਥੇ ਇਕਨੋਮਿਕਸ ਨਹੀਂ ਹੈਗੀ, ਉੱਥੇ ਅਸੀਂ ਨਹੀਂ ਕੰਮ ਕਰਾਂਗੇ। ਇਹਦਾ ਮਤਲਬ ਮਹਿਕਮੇ ਵੀ ਫੇਲ ਹੋ ਕੇ ਬਹਿ ਜਾਣਗੇ। ਦੇਖੋ ਨਾ, ਜਿੰਨੇ ਸਾਰੇ ਪੈਸਾ ਕਮਾਉਣ ਦੇ ਇਦਾਰੇ ਨੇ, ਫੈਕਟਰੀਆਂ ਨੇ, ਏਅਰਪੋਰਟ ਨੇ, ਰੇਲਵੇ ਸਟੇਸ਼ਨ ਨੇ, ਉਹ ਸਭ ਪ੍ਰਾਈਵੇਟ ਕਰ ਦਿਓ, ਉਹ ਸਭ ਪ੍ਰਾਈਵੇਟ ਹੱਥਾਂ 'ਚ ਦੇ ਦਿਓ। ਜਿਹੜੇ ਲੋਕ ਭਲਾਈ ਦੇ ਕੰਮ ਨੇ ਉਹ ਐਨਜੀਓਜ਼ ਕਰਨਗੀਆਂ ਤੇ ਫਿਰ ਸਰਕਾਰ ਤੇ ਵਿਹਲੀ ਹੋ ਕੇ ਬੈਠੇਗੀ। ਤੁਹਾਨੂੰ ਪਤਾ ਸੈਂਟਰ 'ਚ ਤਾਂ ਵਿਕ ਵੀ ਗਿਆ, ਰੇਲਵੇ ਦੀਆਂ ਕਈ ਟ੍ਰੇਨਾਂ ਜਿਹੜੀਆਂ ਖੜੀ ਖੜੋਤੀਆਂ ਵੇਚਤੀਆਂ, ਏਅਰਪੋਰਟ ਤੱਕ ਵੀ ਵੇਚ ਦਿੱਤਾ। ਔਰ LIC ਦੇ ਵਿੱਚ ਵੀ ਇਹਨਾਂ ਨੇ ਕਹਿਤਾ ਕਿ ਇਹਨੂੰ ਵੀ ਪ੍ਰਾਈਵੇਟਾਈਜ਼ ਕਰ ਦੇਣਗੇ। ਬਹੁਤ ਮਹਿਕਮੇ ਪ੍ਰਾਈਵੇਟਾਈਜ਼ ਹੋ ਗਏ ਆ। ਆਰਮੀ ਵਾਲਾ ਜੇ ਥੋੜ੍ਹਾ ਬਚਿਆ, ਪਰ ਉਹਦੇ ਅੰਦਰ ਵੀ ਸਮਾਨ ਬਾਹਰੋਂ ਜਾ ਰਿਹਾ, ਜੋ ਕੁਛ ਸਮਾਨ ਹੈਗਾ ਜਿਹੜੇ ਉਹਨਾਂ ਦੇ ਨਾਲ ਠੇਕੇਦਾਰ ਕੰਟਰੈਕਟਰ ਉਹ ਦੇ ਰਿਹਾ। ਰੇਲਵੇ 'ਚ ਵੀ ਇਹੀ ਕੰਮ ਸੀਗਾ, ਰੇਲਵੇ ਦੇ ਜਿਹੜੇ EMPLOYE ਉਹ ਆਪ ਨਹੀਂ ਕੰਮ ਕਰਦੇ, ਬਾਹਰੋਂ ਆ ਰਿਹਾ। ਜਿਸ ਤਰ੍ਹਾਂ ਤੁਸੀਂ ਗੱਡੀਆਂ 'ਚ ਜੋ ਖਾਣਾ ਖਾਂਦੇ ਜੀ, ਜਾਂ ਜੋ ਤੁਸੀਂ ਲੰਚ ਖਾਂਦੇ, ਡਿਨਰ ਖਾਂਦੇ, ਉਹ ਬਾਹਰੋਂ ਸਪਲਾਈ ਹੋ ਰਿਹਾ। ਉਹਨਾਂ ਦੇ ਕੁੱਕ ਨਹੀਂ ਬਣਾ ਰਹੇ ਕੁਝ ਵੀ, ਇਹ ਚੀਜ਼ਾਂ ਬਾਹਰੋਂ ਆ ਰਹੀਆਂ। ਨਵੇਂ ਮਾਡਲਸ, ਟੈਲੀਫੋਨ, ਉਹਦੇ 'ਚ ਸਾਰਾ ਕੁਝ ਇਹ ਜਾ ਰਿਹਾ ਸੀਗਾ। ਇਹ ਪ੍ਰਾਈਵੇਟਾਈਜ਼ ਹੋ ਗਿਆ। ਬਿਲਕੁਲ ਸਹੀ ਹੈ। ਨਵੇਂ ਇਕਨੋਮਿਕ ਮਾਡਲਸ ਆ ਰਹੇ ਨੇ, ਜਿਹਦੇ 'ਚ ਇਹਨਾਂ ਦੇ ਇਕਨੋਮਿਸਟ ਇਹਨਾਂ ਨੂੰ ਇਹ ਕਹਿ ਰਹੇ ਨੇ ਕਿ ਸਭ ਕੁਝ ਪ੍ਰਾਈਵੇਟਾਈਜ਼ ਕਰ ਦਿਓ, ਐਵਰੀਥਿੰਗ ਪ੍ਰਾਈਵੇਟਾਈਜ਼ ਕਰ ਦਿਓ, ਓਪਨ ਮਾਰਕੀਟ ਕਰ ਦਿਓ, ਕੰਪੀਟੀਸ਼ਨ ਹੋਏਗਾ ਤਾਂ ਵਧੀਆ ਕੁਆਲਿਟੀ ਦੀਆਂ ਚੀਜ਼ਾਂ ਅੱਗੇ ਆਉਣਗੀਆਂ। ਹੁਣ ਇਹ ਕੰਪੀਟੀਸ਼ਨ ਵਾਸਤੇ ਹੋ ਰਿਹਾ ਹੈ ਜਾਂ ਮੋਨੋਪੋਲੀ ਵਾਸਤੇ ਹੋ ਰਿਹਾ ਹੈ? ਜੇ ਕੰਪੀਟੀਸ਼ਨ ਤੁਸੀਂ ਇਹ ਲੱਭਦੇ ਪਏ ਹੋ ਤੇ ਜਿਹੜੇ ਵੱਡੇ ਬਿਜ਼ਨਸਮੈਨ ਨੇ ਜਿਨ੍ਹਾਂ ਦੇ ਹੱਥੇ ਸਾਰੀ ਪਾਵਰ ਆਏਗੀ, ਮੋਨੋਪੋਲੀ ਹੋਏਗੀ। ਬੇਰੁਜ਼ਗਾਰੀ ਤਦੇ ਵੱਧ ਗਈ ਹੈ ਨਾ ਜਦੋਂ ਮਹਿਕਮੇ 'ਚ ਰਿਕਰੂਟਮੈਂਟ ਨਹੀਂ ਹੈਗੀ। ਕਿਸੇ ਮਹਿਕਮੇ 'ਚ ਕੋਈ ਅਗਲੀ ਭਰਤੀ ਨਹੀਂ, ਜਿੰਨੇ ਡਿਪਾਰਟਮੈਂਟ ਆ, ਰਿਟਾਇਰਮੈਂਟ ਹੋ ਗਈ, ਬਿਲਡਿੰਗਾਂ ਖਾਲੀ ਹੈਗੀਆਂ। ਉਹ ਹੁਣ ਉਹ ਲੋਕਾਂ ਨੂੰ ਇਹ ਹੈਗਾ ਵੀ ਇਹਨਾਂ ਨੂੰ ਕੀ ਕਰਾਓਗੇ, ਉਹਨਾਂ ਬਿਲਡਿੰਗਾਂ 'ਚ ਕੀ ਰਿਜ਼ੋਰਟ ਬਣਾਓਗੇ, ਕੀ ਕੁਝ ਕਰੋਗੇ, ਜਿਹੜੀ ਸਰਕਾਰੀ ਪੈਸਾ ਲੱਗ ਚੁੱਕਿਆ। ਜਦੋਂ ਭਰਤੀ ਨਹੀਂ ਹੋਈ ਤੇ ਮਹਿਕਮੇ ਨੇ ਕੀ ਕਰਨਾ, ਉੱਥੇ ਕੀ ਹੋਊਗਾ? ਫਿਰ ਮਹਿਕਮੇ ਨੂੰ ਇਸ ਕਰਕੇ ਹੋ ਰਿਹਾ। ਯੂਨੀਵਰਸਿਟੀਆਂ ਦੇ ਵੀ ਇਹੀ ਹਾਲ ਹੋ ਗਿਆ, ਕਿਉਂਕਿ ਮੁੰਡੇ ਚਲੇ ਗਏ ਬਾਹਰ ਪੜ੍ਹਨ ਲਈ। ਯੂਨੀਵਰਸਿਟੀਆਂ ਇਸ ਵੇਲੇ ਪੰਜਾਬ ਯੂਨੀਵਰਸਿਟੀ ਦਾ ਇਹੀ ਹਾਲ ਹੋ ਗਿਆ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਹੋ ਗਿਆ। ਉਹਦੇ ਬਜਟ ਕਰਕੇ ਵਾਈਸ ਚਾਂਸਲਰ ਨੇ ਉੱਥੋਂ ਆਪਣਾ ਸਾਰਾ ਅਸਤੀਫਾ ਦੇ ਦਿੱਤਾ, ਚਲੇ ਗਏ ਸੀਗੇ। ਉੱਥੋਂ ਪ੍ਰੋਫੈਸਰਾਂ ਨੂੰ ਸੈਲਰੀ ਨਹੀਂ ਸੀ ਮਿਲਦੀ, ਸਟੂਡੈਂਟ ਘੱਟ ਗਏ ਸੀਗੇ, ਸਾਰੇ ਡਿਪਾਰਟਮੈਂਟ ਠੱਪ ਹੋਏ ਪਏ ਸੀ। ਇਹੀ ਹਾਲ ਸਾਰਿਆਂ ਦਾ ਹੈ। ਮੈਂ ਉਹੀ ਕਹਿ ਰਿਹਾ ਕਿ ਸਾਰੀ ਸਰਕਾਰੀ ਮਸ਼ੀਨਰੀ ਪ੍ਰਾਈਵੇਟ ਕਰ ਦਿੱਤੀ ਜਾਵੇ ਤੇ ਭਲਾਈ ਦੇ ਸਾਰੇ ਕੰਮ ਐਨਜੀਓਜ਼ ਕਰਨ ਤੇ ਫਿਰ ਸਰਕਾਰ ਕੀ ਕਰੇ? ਬਸ ਇਹ ਵਿਚਾਰਨ ਵਾਲੀ ਗੱਲ ਹੈ। ਤੇ ਮੁੰਡੇ ਬਾਹਰ ਜਾ ਕੇ ਪੜ੍ਹਨ, ਬਾਹਰ ਜਾ ਕੇ ਕੰਮ ਕਰਨ। ਅੱਜ ਜਿਹੜੀ ਪਹਿਲੀ ਖਬਰ ਤੁਸੀਂ ਦਿੱਤੀ ਹੈ ਚੰਗੀ ਖਬਰ ਹੈ ਕਿ 20 ਘੰਟੇ ਦਾ ਕੰਮ ਨਹੀਂ। ਸਰਕਾਰ ਕੋਲ ਫਿਰ ਇੱਕੋ ਹੀ ਕੰਮ ਰਹਿ ਜਾਂਦਾ ਹੈ, ਸਿਕਿਉਰਿਟੀ।
ਦੇਸ਼ ਦੀ ਬਾਹਰੋਂ ਤੇ ਅੰਦਰੋਂ ਸੁਰੱਖਿਆ। ਹੁਣ ਅਸੀਂ ਦੇਖਦੇ ਪਏ ਹਾਂ ਅਗਨੀਵੀਰ, ਅਗਨੀਪਥ, ਉੱਥੇ ਵੀ ਠੇਕੇ ਦੇ ਉੱਤੇ ਐਡ ਹੌਕ ਬੇਸਿਸ ਦੇ ਉੱਤੇ ਇੱਕ ਟ੍ਰਾਇਲ ਹੋ ਰਿਹਾ। ਹੋ ਸਕਦਾ ਅੱਗੇ ਜਾ ਕੇ ਆਰਮੀ ਵੀ ਪ੍ਰਾਈਵੇਟ ਹੋ ਜਾਏ। ਬੱਚੇ ਕੀ ਕਰਨਗੇ, ਕੀ ਖਾਣਗੇ ਔਰ ਕੀ ਪਹਿਨਣਗੇ, ਕੀ ਗੱਲਾਂ ਕਰਨਗੇ? ਹੁਣ ਇਹ ਕਿਹੜਾ ਮਾਡਲ ਹੈ, ਕਿਹੜਾ ਵਿਕਾਸ ਦਾ ਮਾਡਲ ਹੈ, ਇਸ ਵਕਤ ਤਾਂ ਸਭ ਦੀ ਸਮਝ ਤੋਂ ਬਾਹਰ ਹੈ। ਇਹਦੇ ਕੀ ਨਤੀਜੇ ਆਣਗੇ ਇਹ ਵੀ ਸਭ ਦੀ ਸਮਝ ਤੋਂ ਬਾਹਰ ਨੇ। ਫੋਕਾਪਨ ਪਤਾ ਨਹੀਂ ਕੀ ਹੈ ਇਹ ਕਿੱਦਾਂ ਦੀ ਪਾਲਿਸੀ ਹੈ, ਨੋਬਡੀ ਕੈਨ ਅੰਡਰਸਟੈਂਡ। ਸੋ ਆਪਾਂ ਅੱਗੇ ਵਧੀਏ। ਮੇਰੇ ਖਿਆਲ ਟਾਈਮ ਕਿੰਨਾ ਕੁ ਹੋ ਗਿਆ ਦੇਖ ਲਓ, ਥੋੜਾ ਰਹਿ ਗਿਆ ਟਾਈਮ, ਹਜੇ ਥੋੜਾ ਟਾਈਮ ਰਹਿ ਗਿਆ। ਹਜੇ ਆਪਾਂ ਥੋੜੀ ਜਿਹੀ ਹੋਰ ਗੱਲ ਕਰ ਲਈਏ। ਕਰੋ, ਵਧੀਆ ਕਰੋ, ਬਿਲਕੁਲ ਕਰਦੇ ਹਾਂ ਜੀ। ਅੱਛੀਆਂ ਮੁੱਦੇ ਠੀਕ ਲੈ ਰਹੇ ਜੀ ਤੁਸੀਂ ਦੇਖੋ ਸ਼੍ਰੋਮਣੀ ਕਮੇਟੀ। ਚਲੋ ਇਸ ਤੋਂ ਪਹਿਲਾਂ ਇੱਕ ਹੋਰ ਮੁੱਦਾ ਲੈਂਦੇ ਹਾਂ। ਜੀ ਭ੍ਰਸ਼ਟਾਚਾਰ ਮੁਕਤ ਭਾਰਤ, ਇਹਦਾ ਬੀੜਾ ਚੁੱਕਿਆ, ਇਹਦੀ ਜ਼ਿੰਮੇਵਾਰੀ ਚੁੱਕੀ ਹੈ ਬੀਜੇਪੀ ਨੇ ਜੀ। ਇਹ ਸਾਡੇ ਪੀਐਮ ਸਾਹਿਬ ਮੋਦੀ ਸਾਹਿਬ ਕਹਿ ਰਹੇ। ਹਾਂ, ਇਹ ਉਹਨਾਂ ਦਾ ਬਿਆਨ ਹੈਗਾ, ਬਿਆਨ ਆਇਆ। ਇਹ ਅਹਿਮਦਾਬਾਦ ਸੀ ਕਿਤੇ, ਉੱਥੇ ਕਿਤੇ ਭਾਸ਼ਣ ਦੇ ਰਹੇ ਸੀ। ਉੱਥੇ ਉਹਨਾਂ ਨੇ ਕਿਹਾ ਕਿ ਜੋ ਅਸੀਂ ਕਰ ਚੁੱਕੇ ਹਾਂ, ਜੋ ਅਸੀਂ ਕੰਮ ਕੀਤਾ ਹੈਗਾ, ਜੋ ਭ੍ਰਿਸ਼ਟਾਚਾਰ ਨੂੰ ਬੰਦ ਕਰਨ ਦਾ ਕੰਮ ਕੀਤਾ, ਉਹ ਸਾਡਾ ਹੀ ਪਹਿਲ ਹੈਗੀ ਆ, ਸਾਡਾ ਕਦਮ ਆ, ਸਾਡੀ ਪੇਸ਼ਕਦਮੀ ਆ। ਉਹਨਾਂ ਨੇ ਇਹ ਕਿਹਾ ਕਿ ਹੁਣ ਕਿਉਂ ਲੋਕ ਰੋ ਰਹੇ ਆ ਕਿ ਇੱਥੇ ਈਡੀ ਦਾ ਛਾਪਾ ਪੈ ਗਿਆ, ਇੱਥੇ ਸੀਬੀਆਈ ਦਾ ਛਾਪਾ ਪੈ ਗਿਆ। ਉਹ ਕਹਿੰਦੇ ਅਸੀਂ ਲੋਕਾਂ ਦੀ ਇਹ ਨੱਥਾਂ ਪਾਉਣੀਆਂ, ਉਹਨਾਂ ਨੂੰ ਨੱਥਾਂ ਪਾ ਕੇ ਉਹਨਾਂ ਨੂੰ ਕੰਟਰੋਲ ਕਰਨਾ ਜਿਹੜੇ ਪੈਸਾ ਖਾ ਰਹੇ ਆ। ਔਰ ਉਹਦੇ ਵਿੱਚ ਕਹਿੰਦੇ ਜਦੋਂ ਅਸੀਂ ਕਿਸੇ ਨੂੰ ਇੱਦਾਂ ਦਾ ਟਕਰਾਅ ਕਰਾਂਗੇ ਜਾਂ ਉਹਨਾਂ ਨੂੰ ਉਹਨਾਂ ਦਾ ਪੁੱਛ ਪੜਤਾਲ ਕਰਾਂਗੇ ਤੇ ਲੋਕਾਂ ਨੇ ਆਲੋਚਨਾ ਕਰਨੀ ਹੈ ਸਾਡੀ। ਔਰ ਅਸੀਂ ਇਸ ਕੰਮ ਤੋਂ ਪਿੱਛੇ ਨਹੀਂ ਹਟਾਂਗੇ। ਇਸ ਕਰਕੇ ਨਹੀਂ ਹਟਾਂਗੇ ਕਿ ਸਾਡੀਆਂ ਏਜੰਸੀਆਂ ਜਿਹੜੀਆਂ ਹੈਗੀਆਂ ਉਹ ਬਾਕਾਇਦਾ ਤੌਰ 'ਤੇ ਲੱਗੀਆਂ ਪਈਆਂ ਹੈਗੀਆਂ। ਅੱਗੇ ਅਸੀਂ ਬਹੁਤ ਕੁਝ ਕਰ ਲਿਆ, ਹੁਣ ਦੂਜਾ ਜਿਹੜਾ ਪਾਸਾ ਰਹਿੰਦਾ ਹੈਗਾ, ਦੂਜੇ ਫਿਰ ਰੇਡ ਹੋਣਗੇ ਦਿਨ ਰਾਤ। ਜਿਹੜੀਆਂ ਨੈਸ਼ਨਲ ਏਜੰਸੀਆਂ ਬਣਾਈਆਂ ਗਈਆਂ ਇਸੇ ਕੰਮ ਲਈ, ਉਹ ਆਂਦੇ ਪੁੱਛ ਪੜਤਾਲ ਕਰ ਰਹੀਆਂ। ਉਹਨਾਂ ਮੁੱਦਿਆਂ ਨੂੰ ਅਸੀਂ ਖੰਗਾਲਿਆ ਜਿਹੜੇ ਆਂਦੇ ਬਹੁਤ ਪੁਰਾਣੇ ਸੀਗੇ, ਜਿਹੜੇ ਪੁਰਾਣੇ ਮੁੱਦੇ ਸੀਗੇ, ਜਿਹੜੇ ਉਹ ਲੋਕਾਂ ਨੇ ਪੈਸਾ ਖਾ ਕੇ ਤੇ ਬਹਿ ਕੇ ਆਂਦੇ ਡਕਾਰ ਮਾਰਦੇ ਸੀ। ਹੁਣ ਅਸੀਂ ਉਹਨਾਂ ਦੇ ਉਹ ਨਹੀਂ ਟੋਲਰੇਟ ਕਰਾਂਗੇ। ਔਰ ਇਸ ਕੰਮ ਨੂੰ ਅਸੀਂ ਬੀਜੇਪੀ ਦੀਆਂ ਦਾ ਪਹਿਲ ਕਦਮੀ ਉਹਨਾਂ ਨੇ ਕਿਹਾ। ਔਰ ਸਾਨੂੰ ਲੋਕ ਆਲੋਚਨਾ ਦਾ ਪਾਤਰ ਬਣਾ ਰਹੇ, ਪਰ ਅਸੀਂ ਆਲੋਚਨਾ ਤੋਂ ਨਹੀਂ ਡਰਦੇ। ਕੰਮ ਉਹੀ ਕਰਾਂਗੇ ਜੋ ਸਾਡੇ ਮਨ ਵਿੱਚ ਆ ਰਿਹਾ। ਔਰ ਈਡੀ ਉਸੇ ਤਰ੍ਹਾਂ ਛਾਪੇ ਮਾਰਨਗਾ ਬਾਕਾਇਦਾ ਤੌਰ 'ਤੇ ਉਹਨਾਂ ਨੇ ਤੇ ਟਾਈਮ ਦੇ ਕੇ ਕਿਹਾ। ਔਰ ਉਹਨਾਂ ਨੇ ਕਿਹਾ ਅਸੀਂ ਸਰਕਾਰ ਦਾ ਇੱਕ ਨਾਂ ਨਹੀਂ ਲਿਆ ਉਹਨਾਂ ਨੇ, ਪਾਰਟੀ ਦਾ। ਉਹਨਾਂ ਨੇ ਕਿਹਾ ਉਹ ਦੇਖੋ ਜਿਹੜਾ ਸਟੈਚੂ ਆਫ ਲਿਬਰਟੀ ਹੈ, ਜਿਹੜਾ ਸਰਦਾਰ ਪਟੇਲ ਦਾ, ਕਹਿੰਦੇ ਉੱਥੋਂ ਤੱਕ ਨਹੀਂ ਗਏ, ਜਿਹੜਾ ਵੇਖਣ ਨਹੀਂ ਜਾਣ ਦੀ ਉਹਨਾਂ ਨੇ ਉੱਥੋਂ ਤੱਕ ਉਹ ਨਹੀਂ ਗਏ। ਹਾਲਾਂਕਿ ਉਹਨਾਂ ਸਟੈਚੂ ਆਫ ਯੂਨਿਟੀ, ਸਟੈਚੂ ਆਫ ਲਿਬਰਟੀ ਅਮਰੀਕਾ ਹੈ, ਸਟੈਚੂ ਆਫ ਯੂਨਿਟੀ ਹੈ, ਉਦੋਂ ਤੱਕ ਕਹਿੰਦੇ ਉਹ ਨਹੀਂ ਗਏ। ਚਲੋ ਸਟੈਚੂ ਤਾਂ ਉਹਦੇ ਨਾਲ ਹੀ ਹੈ ਨਾ, ਉਹਦੇ ਨਾਲ ਲਿਬਰਟੀ ਤਾਂ ਉਹੀ ਹੈ। ਗੱਲ ਤਾਂ ਉਹਨਾਂ ਨਾਲ ਮੇਲ ਖਾਂਦਾ ਹੈਗਾ, ਯੂਨਿਟੀ ਦਾ ਨਾਲ ਕਨਫਿਊਜ਼ ਹੋ ਜਾਂਦਾ ਹੈ ਬਿਲਕੁਲ ਬਾਕਾਇਦਾ ਤੌਰ 'ਤੇ। ਚਲੋ ਅਸੀਂ ਅਮਰੀਕਾ ਦੀ ਵੀ ਗੱਲ ਕਰ ਲਈ ਤੇ ਇੱਧਰ ਇੰਡੀਆ ਦੀ ਵੀ ਗੱਲ ਕਰ ਲਈ। ਉਹਨਾਂ ਦਾ ਸਟੈਚੂ ਬਹੁਤ ਉੱਚਾ ਬਣਾਇਆ ਉਹਨਾਂ ਨੇ, ਬਹੁਤ ਪੈਸਾ ਲਾਇਆ ਉਹਦੇ 'ਤੇ, ਦੁਨੀਆ 'ਚ ਸਭ ਤੋਂ A1 ਬਣਾਇਆ। ਉਹ ਕਹਿੰਦੇ ਇੱਕ ਜਿਹੜੀ ਦੂਜੀ ਸਾਡੀ ਆਪੋਜੀਸ਼ਨ ਉਹ ਉੱਥੇ ਵੇਖਣ ਨਹੀਂ ਗਈ ਉਹਨੂੰ। ਔਰ ਦੇਖ ਲਓ ਉਹ ਵੈਸੇ ਉਹਨਾਂ ਨੇ ਮੁੱਦਾ ਉਹਦੇ 'ਤੇ ਉਛਾਲਿਆ, ਕਾਂਗਰਸ 'ਤੇ। ਔਰ ਇਹ ਦੇਖ ਲਓ ਹੁਣ ਤੁਸੀਂ ਇਹਦੇ 'ਤੇ ਥੋੜ੍ਹਾ ਜਿਹਾ ਗੱਲ ਕਰੋ ਕਿ ਜਿਹੜਾ ਹੁਣ ਰੇਡ ਹੋ ਰਿਹਾ ਈਡੀ ਦਾ, ਸੀਬੀਆਈ ਦਾ, ਬਾਕੀ ਏਜੰਸੀਆਂ ਦਾ ਹੈਗਾ, ਉਹ ਜਿੰਨੀ ਪੁੱਛ ਪੜਤਾਲ ਕੀਤੀ ਉਹਦਾ ਕੁਝ ਸਿੱਟਾ ਨਿਕਲਿਆ ਅਜੇ ਤੱਕ ਕਿ ਨਹੀਂ? ਨਹੀਂ ਨਿਕਲਿਆ, ਉਹਦਾ ਨਿਕਲਣਾ ਵੀ ਨਹੀਂ ਹੈ। ਲੱਗਦਾ ਤਾਂ ਨਹੀਂ ਕੁਝ ਨਿਕਲੇ, ਕਿਉਂਕਿ ਜੋ ਤਜਰਬਾ ਹੈ ਇਤਿਹਾਸਕਾਰਾਂ ਦਾ ਉਹ ਤਾਂ ਇਹੀ ਹੈ ਕਿ ਇਹ ਕੋਈ ਕਹਿੰਦੇ ਨੇ ਪੋਲੀਟੀਕਲ ਵੈਂਡੇਟਾ ਹੈ, ਕੋਈ ਕਹਿੰਦੇ ਨੇ ਕਿ ਕੋਈ ਬੋਲਦਾ ਹੈ ਤਾਂ ਉਹਦੀ ਆਵਾਜ਼ ਨੂੰ ਦਬਾਉਣ ਵਾਸਤੇ ਉਹਦੇ ਮਗਰ ਈਡੀ ਲਾ ਦਿਓ, ਉਹਦੀ ਮਗਰ ਏਜੰਸੀਆਂ ਲਾ ਦਿਓ, ਸੀਬੀਆਈ ਲਗਾ ਦਿਓ, ਤਾਂ ਕਿ ਉਹਦੀ ਬੋਲਤੀ ਬੰਦ ਕਰ ਦਿੱਤੀ ਜਾਵੇ, ਉਹਦੇ 'ਤੇ ਸ਼ਿਕੰਜਾ ਕੱਸ ਲਿਆ ਜਾਵੇ। ਇਹਨੂੰ ਆਪਣੇ ਪੋਲੀਟੀਕਲ ਮੋਟਿਵਸ ਵਾਸਤੇ ਇਸਤੇਮਾਲ ਕਰਦੀਆਂ ਨੇ ਸਰਕਾਰਾਂ, ਕਿਉਂਕਿ ਅਸੀਂ ਏਜੰਸੀ ਇਹਨਾਂ ਦੇ ਅੰਡਰ ਹੁੰਦੀਆਂ ਨੇ। ਅਸੀਂ ਸਾਰੇ ਇਸ ਚੀਜ਼ ਦੇਖਦੇ ਪਏ ਹਾਂ ਸ਼ੁਰੂ ਤੋਂ, ਇਹ ਤਾਂ ਹੈ, ਇਹ ਚੀਜ਼ ਵੀ ਆਉਂਦੀ ਹੈ ਇਹਦੇ 'ਚ। ਹੁਣ ਜਿਹੜਾ ਭ੍ਰਸ਼ਟਾਚਾਰ ਮੁਕਤ ਹੈ, ਹੁਣ ਮੈਨੂੰ ਨਹੀਂ ਪਤਾ ਇਹ ਕਿੱਦਾਂ ਮੁਕਤ ਕਰਨਗੇ, ਕਿਉਂਕਿ ਜੇ ਭ੍ਰਸ਼ਟ ਬੰਦੇ ਗਿਣਨ ਲੱਗ ਪਓ ਤਾਂ ਇਹਨਾਂ ਦੀ ਆਪਣੀ ਸਰਕਾਰ 'ਚ ਭ੍ਰਸ਼ਟ ਬੰਦੇ ਬੈਠੇ ਨੇ। ਵੈਸੇ ਜੇ ਆਪਾਂ ਇੱਥੋਂ ਗੱਲ ਕਰੀਏ ਨਾ, ਜਿੱਥੇ ਆਪਾਂ ਜਿਸ ਧਰਤੀ 'ਤੇ ਬੈਠੇ ਹਾਂ, ਪੰਜਾਬ ਦੀ ਧਰਤੀ ਆ, ਗੁਰੂਆਂ ਪੀਰਾਂ ਦੀ ਧਰਤੀ ਆ, ਉਪਦੇਸ਼ ਉਹਨਾਂ 'ਤੇ ਚੱਲਦੇ ਹਾਂ। ਔਰ ਜਦੋਂ ਨਵੀਂ ਸਰਕਾਰ ਆਈ ਹੈ, ਇਹਨਾਂ ਨੇ ਸਭ ਤੋਂ ਪਹਿਲਾਂ ਹੈਲਪਲਾਈਨ ਪੇਸ਼ ਕਰਤੀ। ਉਹਦੇ 'ਚ ਇਹਨਾਂ ਨੇ ਕਿਹਾ ਕਿ ਇਸ ਵੇਲੇ ਭ੍ਰਿਸ਼ਟਾਚਾਰ ਨੂੰ ਅਸੀਂ ਬੰਨ ਪਾਵਾਂਗੇ, ਨੱਥ ਪਾਵਾਂਗੇ। ਜਿੱਥੇ ਵੀ ਹੈਗਾ ਵੀਡੀਓ ਭੇਜੋ, ਆਹ ਨੰਬਰ 'ਤੇ ਫੋਨ ਕਰੋ। ਹੁਣ ਉਦੋਂ ਬਾਅਦ ਕਿੰਨਾ ਕੀ ਸਿੱਟਾ ਕੁਝ ਵੀ ਨਹੀਂ ਨਿਕਲਿਆ ਭ੍ਰਿਸ਼ਟਾਚਾਰ ਉੱਥੋਂ ਦਾ। ਉਹੀ ਕਹਿ ਰਿਹਾ ਕਿ ਸੈਂਟਰ ਗਵਰਨਮੈਂਟ ਆਪ ਦੇਖੇ ਕਿ ਉਹਨਾਂ ਦੇ ਕਿੰਨੇ ਐਸੇ ਮੰਤਰੀ ਨੇ ਜਿਨ੍ਹਾਂ ਦੇ ਖਿਲਾਫ ਕ੍ਰਿਮੀਨਲ ਕੇਸ ਚੱਲਦੇ ਪਏ ਨੇ। ਬਿਲਖਬਰ ਸਹੀ ਗੱਲ। ਭ੍ਰਿਸ਼ਟਾਚਾਰ ਖਤਮ ਕਰਨਾ ਤੁਸੀਂ। ਉਸ ਤੋਂ ਬਾਅਦ ਉਹਨਾਂ ਨੂੰ ਕਲੀਨ ਚਿੱਟ ਦੇ ਦਿੰਦੇ ਮੁੜ ਕੇ ਉਸੇ ਵੇਲੇ, ਉਸੇ ਤਰ੍ਹਾਂ ਹੀ। ਔਰ ਜੋ ਇਹਨਾਂ ਦੇ ਆਪਣੇ ਲਿੰਕ ਦੇ ਵਿੱਚ ਜੋ ਖਬਰਾਂ ਆਉਂਦੀਆਂ ਨੇ, ਇਕਨੋਮਿਕ ਨਿਊਜ਼ ਆਉਂਦੀ ਹੈ, ਜੋ ਇਹਨਾਂ ਦੇ ਆਪਣੇ ਲਿੰਕ ਦੇ ਵਿੱਚ ਵੱਡੇ ਵੱਡੇ ਕਾਰਪੋਰੇਟਸ ਨੇ, ਉਹਨਾਂ ਨੂੰ ਕਿੰਨਾ ਕੁ ਫਾਇਦਾ ਦਿੱਤਾ ਜਾਂਦਾ ਹੈ। ਜੋ ਇਹ ਰਿਓੜੀ ਕਲਚਰ ਦੀ ਗੱਲ ਹੋਈ ਸੀ, ਉਹ ਬੈਂਕਾਂ ਦੇ ਲੋਨ ਲੈ ਕੇ ਦੌੜ ਕੇ ਗਈ, ਬੈਂਕਾਂ ਨੂੰ ਜਿਹੜਾ ਕੰਗਾਲ ਕਰਕੇ ਸਾਰਾ ਪੈਸਾ ਆਪ ਲੈ ਕੇ ਬਾਹਰਲੇ ਦੇਸ਼ਾਂ 'ਚ ਚਲੇ ਗਏ। ਉਹਨਾਂ ਦਾ ਕੋਈ ਪੈਰਵਾਈ ਨਹੀਂ, ਉਹਨਾਂ ਨੂੰ ਫੜਿਆ ਹੀ ਨਹੀਂਗਾ। ਉਹ ਵੀ ਇਹਨਾਂ ਦੇ ਬੰਦੇ ਆ, ਕਾਰਪੋਰੇਟ ਘਰਾਣਿਆਂ ਦੇ ਲੋਕ ਨੇ। ਪਿੱਛੇ ਜੇ ਵੀ ਨਿਊਜ਼ ਆਈ ਸੀ ਕਿ ਲੱਖਾਂ ਕਰੋੜ ਜਾਂ ਲੱਖਾਂ ਪਤਾ ਨਹੀਂ ਹਜ਼ਾਰ ਕਰੋੜ, ਇੰਨਾ ਪਤਾ ਨਹੀਂ, ਮਤਲਬ ਕਰੋੜਾਂ ਦੇ ਵਿੱਚ ਤੁਸੀਂ ਕਾਰਪੋਰੇਟਸ ਦਾ ਕਰਜ਼ਾ ਮਾਫ ਕਰ ਦਿੰਦੇ ਹੋ। ਕਿਉਂ ਕਰਦੇ ਹੋ?
ਇਹ ਭ੍ਰਿਸ਼ਟਾਚਾਰ ਨਹੀਂ ਹੈ? ਇਹ ਭ੍ਰਿਸ਼ਟਾਚਾਰ ਹੀ ਹੈ। ਇਹਨੂੰ ਕੋਈ ਭ੍ਰਿਸ਼ਟਾਚਾਰੀ ਕੀ ਕਹਿੰਦੇ? ਪੈਸੇ ਦਿੰਦਾ ਜਾਂ ਲੈਂਦਾ ਫੜਿਆ ਜਾਵੇ, ਉਹ ਭ੍ਰਿਸ਼ਟਾਚਾਰ ਹੈ। ਸਾਡੇ ਆਮ ਲੋਕਾਂ ਦਾ ਪੈਸਾ ਬੈਂਕਾਂ 'ਚ ਜਮ੍ਹਾਂ ਔਰ ਉਹ ਕਰਜ਼ੇ ਲੈਂਦੇ ਨੇ, ਉਹਨਾਂ ਦਾ ਕਰਜ਼ਾ ਮਾਫ। ਬੋਝ ਕਿੱਥੇ ਪੈਣਾ ਲੋਕਾਂ ਤੇ? ਕਿਸਾਨਾਂ ਦਾ ਕਿੰਨਾ ਕਰਜ਼ਾ ਮਾਫ ਕੀਤਾ? ਕਦੀ ਵੀ ਨਹੀਂ। ਉਹ ਦੇਖੋ ਸੁਸਾਈਡ ਕਰਦੇ ਪਏ ਨੇ। ਇਹ ਜਿਹੜੇ ਅੱਗੇ ਰੱਜੇ ਹੋਏ ਨੇ ਇਹਨਾਂ ਨੂੰ ਹੋਰ ਰਜਾਈ ਜਾਓ ਤੁਸੀਂ, ਉਹੋ ਜਿਹੀਆਂ ਪਾਲਿਸੀਆਂ ਬਣਾਓ। ਇਹਨਾਂ ਦਾ ਬਦਹਜ਼ਮੀ ਹੋ ਜਾਏਗੀ। ਇਹਨਾਂ ਨੂੰ ਇੰਨਾ ਕਿੰਨਾ ਕੁ ਰਜਾਉਣਾ ਤੁਸੀਂ? ਇਹ ਫਿਰ ਬਿਆਨਬਾਜ਼ੀ ਦਾ ਇਹ ਕੀ ਸਿੱਟਾ ਹੈਗਾ ਜੋ ਇਹਨਾਂ ਨੇ ਬਿਆਨਬਾਜ਼ੀ ਤੇ ਦੇਣੀ ਹੁੰਦੀ ਹੈ। 15-15 ਲੱਖ ਰੁਪਈਆ ਵੀ ਆਉਣਾ ਸੀ ਸਾਡੇ ਅਕਾਊਂਟ ਦੇ ਵਿੱਚ, ਉਹ ਵੀ ਨਹੀਂ ਅਜੇ ਤੱਕ ਆਇਆ। ਪਤਾ ਨਹੀਂ ਉਹਦਾ 2024 ਜਾਊਗਾ, ਫਿਰ ਪਤਾ ਨਹੀਂ ਕਦੋਂ ਆਉਣਾ। ਔਰ ਇਦਾਂ ਦੀਆਂ ਬੜੇ ਬਿਆਨ ਨੇ, ਬੜੀਆਂ ਗੱਲਾਂ ਨੇ। 2024 ਤੱਕ ਸਭ ਦੇ ਕੋਲ ਆਪਣਾ ਆਪਣਾ ਮਕਾਨ ਹੋਊਗਾ, ਹੈਗਾ। ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜਾਏਗੀ, ਹੋ ਗਈ। ਦੇਖ ਲਓ ਕੀ ਕੁਝ ਕਹਿਣ ਤੇ 5 ਟ੍ਰਿਲੀਅਨ ਡਾਲਰ ਦੀ ਇਕਨੋਮੀ ਬਣੇਗੀ, ਬਣ ਗਈ। ਅੱਛੇ ਦਿਨ ਆਉਣਗੇ, ਆ ਗਏ। ਤੇ ਕਹਿੰਦੇ ਗਰੀਬੀ ਦੂਰ ਕਰਾਂਗੇ। ਉਹ ਕਹਿੰਦੇ ਵੀ ਜਦੋਂ ਤੋਂ ਕਾਂਗਰਸ ਆਈ ਆ ਉਹਨਾਂ ਵੀ ਗਰੀਬੀ ਦੂਰ ਕਰਨ ਦੀ, ਜਦੋਂ ਦਾ ਦੇਸ਼ ਆਜ਼ਾਦ ਹੋਇਆ ਸਾਰਾ ਕੁਝ ਆਇਆ। ਗਰੀਬੀ ਦੂਰ ਕਰਨੀ ਆਂਦੇ, ਗਰੀਬੀ ਦੂਰ ਹੋ ਸਕਦੀ ਆ ਕਿ ਗਰੀਬਾਂ ਨੇ ਤੇ ਭੁੱਖੇ ਹੀ ਮਰ ਜਾਣਾਗਾ, ਤੇ ਗਰੀਬੀ ਆਪਣੇ ਆਪ ਦੂਰ ਹੋ ਗਈ। ਜਦੋਂ ਰੋਟੀ ਨਹੀਂ ਮਿਲਣੀ, ਛੱਤ ਨਹੀਂ ਮਿਲਣੀ ਰਹਿਣ ਲਈ, ਕੁਝ ਠੰਡ ਨਾਲ ਮਰ ਜਾਣਗੇ, ਸਰਦੀ ਆ ਰਹੀ ਹੈ, ਕੁਝ ਭੁੱਖੇ ਮਰ ਜਾਣਗੇ, ਤੇ ਗਰੀਬੀ ਆਪੇ ਦੂਰ ਹੋ ਗਈ। ਇਹ ਇਹਨਾਂ ਦੀ ਮਨਸ਼ਾ। ਬਿਲਕੁਲ ਠੀਕ ਹੈ। ਇਹ ਤਾਂ ਇੱਕ ਸਟੇਟਮੈਂਟਸ ਹੁੰਦੀਆਂ ਨੇ, ਗੱਲਾਂ ਹੁੰਦੀਆਂ ਨੇ। ਠੀਕ ਹੈ, ਤੁਸੀਂ ਬੀੜਾ ਚੁੱਕਿਆ ਹੋਇਆ ਹੈ, ਬੀੜਾ ਚੁੱਕ ਤਾਂ ਲਿਆ, ਹੁਣ ਉਹ ਬੀੜੇ ਨੂੰ ਪਾਰ ਲਾਉਣਾ ਕਿ ਨਹੀਂ ਲਾਉਣਾ? ਗੱਲ ਤਾਂ ਇਹ ਹੈ। ਨਹੀਂ, ਕਰਪਸ਼ਨ ਤਾਂ ਇੰਡੀਆ 'ਚੋਂ ਨਹੀਂ ਖਤਮ ਹੋ ਕਦੇ ਵੀ। ਇਹ ਤਾਂ ਲੋਕ ਸੂਝਵਾਨ ਲੋਕ ਕਹਿ ਰਹੇ ਆ ਕਿ ਇਹ ਤਾਂ ਹੁਣ ਤੁਹਾਡੇ ਬਲੱਡ ਦੇ ਵਿੱਚ ਜਿਵੇਂ ਇੱਕ ਮਸ਼ੀਨ ਦੇ ਅੰਦਰ ਗਰੀਸ ਨਹੀਂ ਹੁੰਦੀ, ਬਿਨਾਂ ਗਰੀਸ ਤੋਂ, ਬਿਨਾਂ ਲੁਬਰੀਕੈਂਟ ਤੋਂ ਮਸ਼ੀਨ ਕੰਮ ਨਹੀਂ ਕਰਦੀ। ਭ੍ਰਿਸ਼ਟਾਚਾਰ ਲੁਬਰੀਕੈਂਟ ਹੈ। ਸਿਆਣੇ ਲੋਕ ਕਹਿ ਰਹੇ ਵੀ ਇਹਨੂੰ ਥੋੜਾ ਜਿਹਾ ਬੇਸਿਕ ਰਾਈਟ 'ਚ ਹੀ ਲੈ ਜਾਓ। ਜਿਹੜੇ ਪੈਸੇ ਲੈ ਰਹੇ ਨੇ ਕਰ ਰਹੇ ਹੈਗਾ, ਉਹਨੂੰ ਹੁਣ ਭ੍ਰਿਸ਼ਟਾਚਾਰ ਲੀਗਲ ਕਰ ਦਿਓ, ਉਹਨੂੰ ਲੀਗਲ ਹੀ ਕਰ ਦਿਓ। ਆਪਣੇ ਆਪ ਖਤਮ ਹੋ ਗਈ। ਰੁਕਣਾ ਹੀ ਨਹੀਂਗਾ। ਜਦੋਂ ਨੂੰ ਓਪਨ ਕਰ ਦੇਗੋ, ਜਿਹੜੀ ਅੱਗ ਨੂੰ ਤੁਸੀਂ ਨੱਪੋਗੇ ਨਾ, ਉਹ ਧੂਆਂ ਦਊਗੀ, ਉਹ ਭਬਾਕਾ ਬਣੂਗੀ। ਜਦੋਂ ਇੱਕ ਵਾਰੀ ਅੱਗ ਨੂੰ ਖੁੱਲਾ ਰੱਖ ਦੋਗੇ, ਬਲ ਲੈਣ ਤੋਂ ਜਿੰਨੀ ਬਲਦੀ ਆ, ਆਪਣੇ ਆਪ ਤਾਂ ਕੰਮ ਹੋਊਗਾ ਨਾ ਮੁੜ ਕੇ। ਬਿਲਕੁਲ ਜਿਹੜੀ ਬਿਮਾਰੀ ਇੱਕ ਵਾਰੀ ਪੈਂਦੀ ਆ, ਉਹ ਕਰੋਨਾ 19 ਆਇਆ, ਸਾਰਾ ਕੁਝ ਰੌਲਾ ਪਾ ਕੇ ਸਾਰਾ ਕੁਝ ਹੋਇਆ, ਮਰੇ ਵੀ ਆ ਲੋਕ, ਸ਼ਾਂਤੀ ਆ ਗਈ। ਇਸੇ ਤਰ੍ਹਾਂ ਜਿਹੜੀ ਇਹ ਭ੍ਰਿਸ਼ਟਾਚਾਰ ਆ, ਰਿਸ਼ਵਤਖੋਰੀ ਹੈ, ਇਹ ਵੀ ਦੂਰ ਹੋ ਸਕਦੀ ਹੈ। ਇਹਨੂੰ ਕਾਨੂੰਨੀ ਕਹਿ ਦਿਓ, ਲੀਗਲ ਕਹਿ ਦਿਓ, ਖਤਮ ਹੋ ਗਏ। ਸਾਰੇ ਲੋਕ ਜਿਹੜੇ ਅੱਗੇ ਪਏ ਰਸਤਾ ਨਹੀਂ ਹੈਗਾ। ਜਿਹੜੇ ਅੱਗੇ ਪਏ ਲੋਕ ਕਹਿੰਦੇ ਨੇ ਓਪਨ ਕਰ ਦਿਓ। ਕਹਿੰਦੇ ਕਰਪਸ਼ਨ ਨੂੰ ਕਹੋ ਕੋਆਪਰੇਸ਼ਨ, ਸਹਿਯੋਗ ਹੈ। ਇਹ ਕੋਆਪਰੇਸ਼ਨ ਹੈ, ਇਹ ਕਰਪਸ਼ਨ ਨਹੀਂ ਹੈ। ਆਪਣੇ ਆਪ ਕਰਪਸ਼ਨ ਖਤਮ ਹੋ ਗਈ। ਉਹਦੇ ਵਿੱਚ ਫਾਈਲ ਤੇ ਆਇਆ ਨਾ, ਤੇ ਫਾਈਲ ਤੋਂ ਦੀ ਐਪਲੀਕੇਸ਼ਨ ਉਹਦੇ ਚ ਉਹਨੇ ਕੁਝ ਉਹਦੀਆਂ ਮੰਗਾਂ ਵਾ, ਤੇ ਉਹਦੇ ਫਾਈਲ ਅੱਗੇ ਤੁਰ ਨਹੀਂ ਰਹੀ। ਤੂੰ ਬੰਦਾ ਉਹਨੂੰ ਪੁੱਛਦਾ ਕਲਰਕ ਨੂੰ ਕਿੱਦਾਂ ਤੁਰ ਗਿਆ? ਹੁੰਦਾ ਜੀ ਇਹਦੇ ਪਈਏ ਲੱਗਣੇ। ਪਈਏ ਮੀਨਸ ਵੀ ਪੈਸੇ ਦਿਓ। ਉਹਨੇ ਜਦੋਂ 10,000 ਫੜਾਤਾ ਤੇ ਫਾਈਲ ਆਪਣੇ ਆਪ ਸਾਰੇ ਲੋਕੇਸ਼ਨਾਂ ਤੇ ਹੋ ਕੇ ਵਾਪਸ ਆ ਕੇ ਸਾਈਨ ਹੋ ਕੇ ਲਓ ਜੀ ਚੁੱਕੋ। ਇਹ ਹੈ। ਕਿਸੇ ਨੇ ਵੀ ਕਿਹਾ ਸੀ, ਕਹਿੰਦਾ ਮੇਰੀ ਅਰਜ਼ੀ ਕਿੱਥੇ ਗਈ? ਕਹਿੰਦਾ ਉੱਡ ਗਈ ਹਵਾ 'ਚ। ਕਹਿੰਦਾ ਜਿੰਨੀ ਵਾਰ ਦੇਖੇ ਜਾਂਦਾ ਉੱਡ ਕਿਉਂ ਜਾਂਦੀ ਹੈ? ਕਹਿੰਦਾ ਉਹਦੇ ਤੇ ਪੇਪਰ ਵੇਟ ਨਹੀਂ ਨਾ ਰੱਖਦੇ। ਕਹਿੰਦਾ ਮੈਂ ਬਾਹਰੋਂ ਇੱਟ ਲਿਆ ਕੇ ਰੱਖ ਦੇਣਾ। ਕਹਿੰਦਾ ਉਹ ਪੇਪਰ ਵੇਟ ਨਹੀਂ ਚਾਹੀਦਾ, ਉਹ ਨੋਟਾਂ ਦਾ ਥੱਬਾ ਚਾਹੀਦਾ, ਉਹ ਪੇਪਰ ਵੇਟ ਕੰਮ ਕਰੂ ਇੱਥੇ, ਜਿਹੜਾ ਉੱਡਣ ਤੋਂ ਬਚਾਊਗਾ। ਉਹ ਆ। ਚਲੋ, ਇਹ ਹੈ। ਇਹ ਤਾਂ ਆਪਣੇ ਇੰਡੀਆ 'ਚ ਤਾਂ ਨਹੀਂ ਜਾ ਸਕਦੀ ਕਦੇ ਵੀ। ਚਲੋ ਅੱਗੇ ਚੱਲਦੇ ਆ। ਇਹ ਤਾਂ ਰੱਬ ਹੀ ਮਿਹਰ ਕਰੇ ਤੇ ਜਾਏਗੀ। ਇਹ ਬੰਦਿਆਂ ਦੇ ਵੱਸ ਦੇ ਕੰਮ ਨਹੀਂ ਲੱਗਦਾ ਨਾ। ਸੋ ਅੱਗੇ ਚੱਲਦੇ ਆ ਜੀ। ਅਗਲੀ ਗੱਲ ਇਹ ਹੈ ਕਿ ਸ਼੍ਰੋਮਣੀ ਕਮੇਟੀ, ਜਿਹੜੀ ਮੈਂ ਗੱਲ ਵਿੱਚ ਛੱਡ ਦਿੱਤੀ ਸੀ ਅਧੂਰੀ, ਸ਼੍ਰੋਮਣੀ ਕਮੇਟੀ ਬਣਾਏਗੀ ਅੰਤਰਰਾਸ਼ਟਰੀ ਸਲਾਹਕਾਰ ਬੋਰਡ। ਦੇਖੋ ਜੀ, ਇੱਕ ਤਾਂ ਕੋਆਰਡੀਨੇਸ਼ਨ ਵਾਸਤੇ ਕਮੇਟੀ ਬਣਾਉਣ ਲੱਗੇ ਨੇ। ਇੱਕ ਆਲਰੇਡੀ ਸਟਰਕਚਰ ਬਦਲਿਆ, ਜਿਹਦੇ 10 ਸਾਲ ਵਾਸਤੇ ਪ੍ਰਧਾਨ ਰਹਿਣਗੇ ਸੁਖਬੀਰ ਬਾਦਲ ਸਾਹਿਬ। ਦੂਸਰਾ SGPC ਨਾਲ ਵੀ ਇੱਦਾਂ ਅੰਦਰੋਂ ਘਿਓ ਖਿਚੜੀ ਨੇ, ਪਤਾ ਨਹੀਂ ਲੱਗਦਾ ਸ਼੍ਰੋਮਣੀ ਅਕਾਲੀ ਦਲ ਕਿਹੜਾ ਹੈ ਤੇ SGPC ਕਿਹੜੀ ਹੈ। ਦੋਵੇਂ ਇੱਕੋ ਚੀਜ਼ਾਂ ਲੱਗਦੀਆਂ ਪਈਆਂ, ਜਿੱਦਾਂ ਦਖਲ ਅੰਦਾਜ਼ੀ ਹੈਗੀ ਹੈ। ਗੱਲ ਸਹੀ ਹੈ ਤੁਹਾਡੀ। ਸੋ ਹੁਣ ਅੱਗੇ ਕਿ ਹੁਣ ਨਵੀਂ ਚੀਜ਼ ਆ ਰਹੀ ਹੈ। ਇਹਨਾਂ ਕਿ ਕੋਰ ਕਮੇਟੀ ਬਣਾਈ ਸੀ, ਉਹਦੇ 'ਚ ਇਹਨਾਂ ਨੇ ਪੁੱਛਿਆ ਗਿਆ ਸੀਗਾ ਕਿ ਇਸ ਵੇਲੇ ਜਿਹੜੇ ਪ੍ਰਧਾਨ ਅਕਾਲੀ ਦਲ ਦੇ ਉਹ ਕੌਣ ਰਹਿਣਗੇ। ਉਹ 'ਚ ਚੀਡਾ ਜੀ ਸੀ, ਉਹਨਾਂ ਨੇ ਆ ਕੇ ਦਿੱਤੀ ਰਿਪੋਰਟ। ਉਹਨਾਂ ਦੀ ਰਿਪੋਰਟ ਤਾਂ ਇੱਧਰ ਉੱਧਰ ਕਰਕੇ ਡਿਸੀਜਨ ਇਹ ਹੋ ਗਿਆ ਕਿ ਜਿਹੜੇ ਇਸ ਵੇਲੇ 10 ਸਾਲ ਤੱਕ ਕੇ ਰਹਿਣਗੇ, 5 ਸਾਲ ਦਾ ਜਿਹੜਾ ਟਰਮ ਆ ਉਹ ਡਬਲ ਕਰ ਦਿੱਤੀ ਗਈ ਆ। ਉਹਦੇ 'ਚ ਲੋਕਾਂ ਦੇ ਵਿਊ ਵੀ ਹੈਗੇ ਆ, ਸਾਰੇ ਜਥੇਬੰਦੀਆਂ ਦੇ ਵਿਊ ਹੈਗੇ ਆ। ਇਹ ਤਾਂ ਇੱਕ ਪਾਸੇ ਲੱਗੀ ਗੱਲ। ਹੁਣ ਜਿਹੜਾ ਆਹ ਮੁੱਦਾ ਆ ਗਿਆ, ਇਹਦੇ 'ਚ ਇਹਨਾਂ ਨੇ ਕਹਿ ਦਿੱਤਾ ਕਿ ਇਹ ਸਾਰਾ ਕੁਝ ਜਿਹੜਾ ਅੰਤਰਰਾਸ਼ਟਰੀ ਤੌਰ 'ਤੇ ਸਲਾਹਕਾਰ ਬੋਰਡ ਬਣੂਗਾ, ਜਿਹਦੇ ਵਿੱਚ ਸਾਰੇ ਜਿਹੜੇ ਉਹਨਾਂ ਦੇ ਮਸਲੇ ਆ ਉਹ ਉੱਥੇ ਦੇਸ਼ 'ਚ ਜਿਹੜੀ ਬਣੀ ਕਮੇਟੀ ਆ, NRI ਬੋਰਡ ਆ, ਉਹ ਉੱਥੇ ਸੋਲਵ ਕਰੂਗਾ। ਔਰ ਦਫ਼ਤਰ ਉਸੇ ਦੇਸ਼ 'ਚ ਹੋਣਗੇ, ਉਸੇ ਦੇਸ਼ 'ਚ ਜਿਹੜਾ ਲੋਕ ਨੁਮਾਇੰਦੇ ਉੱਥੋਂ ਦੇ ਲਏ ਹੋਣਗੇ, ਪ੍ਰਧਾਨਗੀ ਦੇ, ਉਹਦੇ ਸੈਕਟਰੀ ਦੇ, ਫਾਈਨਾਂਸ ਦੇ, ਸਾਰਾ ਕੁਝ। ਐਕਚੁਅਲੀ ਇਹਨਾਂ ਨੇ ਜਿਹੜੇ ਪ੍ਰਵਾਸੀ ਭਾਰਤੀ NRI ਵੀਰ ਨੇ, ਉਹਨਾਂ ਨੂੰ ਸਹਿਯੋਗ ਦੇਣ ਲਈ ਇੱਦਾਂ ਦੇ ਮੁੱਦੇ ਬਣਾ ਲਿਆ, ਕਿਉਂਕਿ ਜੋ ਉੱਥੇ ਬੈਠੇ ਨੇ ਉਹਨਾਂ ਦਾ ਪ੍ਰੋਪਰਟੀ, ਇਹਨਾਂ ਦਾ ਕੰਮ, ਉਹਨਾਂ ਦਾ ਸਾਰਾ ਕੁਝ ਇਸ ਸੂਬੇ 'ਚ ਵੀ ਹੈਗਾ, ਪੰਜਾਬ 'ਚ। ਉਹਨੂੰ ਸੋਲਵ ਕਰਨ ਲਈ ਇਹਨਾਂ ਨੇ ਕਹਿਤਾ ਕਿ ਉੱਥੋਂ ਦੀ ਜੋ ਇੱਥੇ ਪ੍ਰੋਬਲਮ ਹੈਗੀ ਆ, ਉੱਥੇ ਉਹਨਾਂ ਨੂੰ ਪਤਾ ਲੱਗ ਜਾਊਗਾ, ਉਹਨੂੰ ਆ ਕੇ ਕੰਟੈਕਟ ਕਰਨਗੇ ਉਸ ਸਲਾਹਕਾਰ ਬੋਰਡ ਨੂੰ, ਉਹ ਦੱਸੂਗਾ।
ਦੂਜੀ ਗੱਲ ਉਹਨਾਂ ਦੇ ਹੈਗੇ ਕਿ ਜਿਹੜੇ ਬਾਕੀ ਦੇਸ਼ਾਂ ਵਿੱਚ ਵਸ ਰਹੇ ਲੋਕ ਹੈਗੇ ਆ, ਉਹਨਾਂ ਦੇ ਜਿਹੜੇ ਵਿਊ ਹੈਗੇ ਆ ਉਹ ਇੱਥੋਂ ਤੱਕ ਆਉਣਗੇ ਸਲਾਹਕਾਰ ਬੋਰਡ ਦੇ ਰਾਹੀਂ ਕਿ ਪੰਜਾਬ ਵਿੱਚ ਕੀ ਮਸਲਾ ਹੱਲ ਹੋਣਾ, ਕਿੱਦਾਂ ਕਰਨਾ ਹੈਗਾ। ਇਹ ਉਹਨਾਂ ਦੀ ਸਲਾਹ ਲੈਣ ਲਈ ਜਿਹੜਾ ਅੰਤਰਰਾਸ਼ਟਰੀ ਮੁੱਦਾ ਉਹਨਾਂ ਨੇ ਸੋਲਵ ਕਰਨ ਲਈ ਬਣਾ ਦਿੱਤਾ। ਦੂਜੇ ਪਾਸੇ ਹੈਗਾ ਕਿ ਇਹਨਾਂ ਨੇ ਜਿਹੜੀ SGPC ਹੈ ਇਹਦੀਆਂ ਜਿਹੜੀਆਂ ਕੁਝ ਉਣਤਾਈਆਂ ਜਾਂ ਕੁਝ ਇਹਨਾਂ ਦੀਆਂ ਪ੍ਰੋਬਲਮ ਜਾਂ ਸਮੱਸਿਆਵਾਂ ਉਹਨਾਂ ਨੂੰ ਦੂਰ ਕਰਨ ਲਈ ਨੁਮਾਇੰਦੇ ਜਿਹੜੇ ਰਿਪਰੈਜ਼ੈਂਟੇਸ਼ਨ ਉਹਨਾਂ ਦੀ ਹੋਊਗੀ ਜਿਹੜੇ ਬਾਹਰਲੇ ਦੇਸ਼ਾਂ 'ਚ ਬੈਠੇ ਆ। ਪਹਿਲੋਂ ਪਹਿਲ ਇਹ ਨਹੀਂ ਸੀਗਾ, ਇਹਨਾਂ ਨੇ ਲੋਕਲ ਜਿਹੜੇ ਲੋਕ ਸੀਗੇ ਉਹ ਮੈਂਬਰ ਬਣਾਉਂਦੇ ਸੀਗੇ, ਜਿਹੜੇ ਇੱਥੋਂ ਦੇ ਪੰਜਾਬ ਦੇ ਵਸਨੀਕ ਸੀਗੇ। NRI ਵੀਰ ਇਹਦੇ ਵਿੱਚ ਨਹੀਂ ਸੀ ਹੈਗੇ, ਬਹੁਤ ਬਾਹਰ ਬੈਠੇ ਸੀ ਉਹ, ਜਾਂ ਉਹਨਾਂ ਕੋਲ ਟਾਈਮ ਨਹੀਂ ਸੀ ਜਾਂ ਕੁਝ ਨਹੀਂ। ਇਸ ਵੇਲੇ ਇਹਨਾਂ ਨੇ ਇੱਕ ਮਸਲਾ ਤਾਂ ਵਧੀਆ ਖੜਾ ਕਰ ਦਿੱਤਾ, ਕਿਉਂਕਿ ਉਹ NRI ਵੀ ਵੋਟ ਵੀ ਪਾ ਸਕਣਗੇ, ਸਾਰਾ ਕੁਝ ਕਰ ਸਕਣਗੇ। ਔਰ ਉਹਦੇ ਵਿੱਚ ਉਹਨਾਂ ਨੇ ਜਿਹੜਾ ਸਲਾਹਕਾਰ ਬੋਰਡ ਬਣਿਆ ਉਹ 'ਚ ਵੱਖਰੀ ਵੱਖਰੀ ਸਲਾਹਾਂ ਦੇਣਗੇ ਕਿ ਪੰਜਾਬ ਦੇ ਜਿਹੜੀ ਖੁਸ਼ਹਾਲੀ ਲਈ ਕੀ ਕੰਮ ਕਰਨਾ ਔਰ ਤੁਸੀਂ ਕਿੱਥੇ ਕਰ ਰਹੇ ਜੇ, ਬਾਕੀ ਕੰਮ ਜਿਹੜੀਆਂ ਸਹੂਲਤਾਂ ਕਿੱਦਾਂ ਦੇਣੀਆਂ ਲੋਕਾਂ ਨੂੰ, ਔਰ ਗੁਰਦੁਆਰਾ ਸਾਹਿਬ ਦਾ ਜਿਹੜੀ ਪਰੰਪਰਾ ਨੂੰ ਕਿਸ ਤਰ੍ਹਾਂ ਮੇਨਟੇਨ ਰੱਖਣਾ। ਇੱਦਾਂ ਦੀਆਂ ਗੱਲਾਂ ਜਿਹੜੀਆਂ NRI ਵੀਰਾਂ ਦੀਆਂ ਹੋਣਗੀਆਂ, ਕਿਉਂਕਿ ਅੱਗੇ SGPC ਸਾਰਾ ਕੁਝ ਪੈਸਾ ਲੈ ਰਹੇ ਸੀ ਉਹਨਾਂ ਕੋਲ, ਪਰ ਉਹਨਾਂ ਦੀ ਨੁਮਾਇੰਦਗੀ ਨਹੀਂ ਸੀ। ਪੈਸਾ ਦੇ ਰਹੇ ਸੀ, ਚੜਾਵਾ ਚੜ੍ਹ ਰਿਹਾ ਸੀਗਾ, ਲੰਗਰ ਦਾ ਪੈਸਾ ਦੇ ਰਹੇ ਸੀ। ਦਰਬਾਰ ਸਾਹਿਬ ਜਿੰਨਾ ਕੁਝ ਤੁਸੀਂ ਬਰਤਨ ਆਏ ਆ, ਜੋ ਮਸ਼ੀਨਾਂ ਲੱਗੀਆਂ ਉੱਥੇ ਲੰਗਰ 'ਚ ਜੋ ਕੁਝ ਚੱਲ ਰਿਹਾ NRI ਵੀਰਾਂ ਨੇ ਕੀਤਾ ਜੀ, ਸਾਰਾ ਕੁਝ ਉਹ ਦੇ ਜਾਂਦੇ ਬੜਾ ਕੁਝ। ਔਰ ਗੱਡੀਆਂ ਉਹਨਾਂ ਦੀਆਂ ਚੱਲ ਰਹੀਆਂ, ਬੜਾ ਕੁਝ ਦਿੰਦੇ ਆ, ਕਿਉਂਕਿ ਉਹਨਾਂ ਕੋਲ ਤਾਂ ਡਾਲਰ ਆ, ਉਹਨਾਂ ਕੋਲ ਪੈਸਾ ਵਾ। ਦਰਬਾਰ ਸਾਹਿਬ ਦੀ ਜਿਹੜੀ ਆ ਉਪਾਸਨਾ ਲਈ, ਦਰਬਾਰ ਸਾਹਿਬ ਦੇ ਸਤਿਕਾਰ ਲਈ ਬੜਾ ਕੁਝ ਦਿੰਦੇ ਆ। ਪਰ ਆਹ ਜਿਹੜਾ ਮੁੱਦਾ ਇਹਨਾਂ ਨੇ ਲਿਆ ਬੜਾ ਅੱਛਾ ਹੈ, ਸਲਾਹੁਣਯੋਗ ਹੈਗਾ, ਕਿਉਂਕਿ NRI ਵੀਰਾਂ ਨੂੰ ਇਹਦੇ ਵਿੱਚ ਸ਼ਾਮਲ ਕੀਤਾ ਗਿਆ ਅੰਤਰਰਾਜੀ ਮਸਲੇ ਦੇ ਤੌਰ 'ਤੇ। ਬਿਲਕੁਲ ਠੀਕ ਹੈ। ਬਸ ਇੱਕ ਗੱਲ ਹੈ ਕਿ ਆ ਜੋ ਚੱਲਦਾ ਹੈ ਨਾ ਅੰਦਰ ਖਾਤੇ ਆ ਨਾ ਚੱਲੇ, ਸਭ ਸਿੱਧਾ ਰਵੇ, ਇਹ ਤਾਂ ਵਧੀਆ ਹੈ। ਇਹ ਤਾਂ ਸਾਡੇ ਸਾਰੇ ਲੋਕਾਂ ਦੀ, ਪੰਜਾਬੀਆਂ ਦੀ ਇੱਕ ਥੋੜ੍ਹੀ ਜਿਹੀ ਹੈਗੀ ਹੈ ਭਾਵਨਾ, ਵੀ ਕਰ ਲਓ ਜਾਂ ਵੀ ਕਰ ਲਾ, ਵੀ ਕਿਤੇ ਨਾ ਕਿਤੇ ਕੜਕੀ ਪਾ ਕੇ ਦੂਜੇ ਪਾਸੇ ਨੂੰ ਲੈ ਕੇ ਚੱਲ ਜਾਣਾ, ਕੰਮ ਵੀ ਚੰਗਾ ਕਰ ਜਾਣਾ। ਕਿਸੇ ਵੇਲੇ ਥੋੜ੍ਹਾ ਬਹੁਤ ਇੱਦਾਂ ਦੀ ਕੜਕੀ ਪਾਉਣੀ ਹੈ ਕਿ ਉਹ ਬੰਦੇ ਨੂੰ ਪਤਾ ਵੀ ਨਹੀਂ ਲੱਗਣਾ ਕੀ ਹੋ ਰਿਹਾ। ਇਸ ਵੇਲੇ ਬਾਹਰਲੇ ਦੇਸ਼ਾਂ 'ਚ ਸਾਡੇ ਜਿਹੜੇ ਭਾਵਨਾਵਾਂ ਦਾ ਕੰਮ ਹੈ, ਉਹ ਇੱਕ ਆਪਣੀ ਵਧੀਆ ਇਹਨਾਂ ਦੀ ਇੱਕ ਕੜਕੀ ਹੈਗੀ, ਉਹ ਪਾ ਲੈਂਦੇ। ਇਹ ਤੁਹਾਡੀ ਬੜੀ ਵਧੀਆ ਗੱਲ ਹੈ, ਭਾਵਨਾਵਾਂ ਜੁੜੀਆਂ ਹੋਈਆਂ। ਵਾਹ ਵਾਹ, ਇਹ ਭਾਵਨਾਵਾਂ ਪਤਾ ਨਹੀਂ ਕੀ ਰੰਗ ਦਿਖਾਉਂਦੀਆਂ ਪਈਆਂ ਨੇ। ਸਹੀ ਗੱਲ। ਸੋ ਅੱਗੇ ਚੱਲਦੇ ਆ ਜੀ, ਹੁਣ ਇਹਦੇ ਨਾਲ ਵੀ ਭਾਵਨਾਵਾਂ ਜੁੜੀਆਂ ਹੋਈਆਂ ਨੇ। ਇਹ ਆਖਰੀ ਮਸਲਾ ਹੈ ਅੱਜ ਦੇ ਪ੍ਰੋਗਰਾਮ ਦਾ ਕਿ ਮੌਨਸੂਨ ਬਦਲਦਾ ਪਿਆ ਤੇ ਮੌਸਮ ਦਾ ਜੋ ਰੁਝਾਨ ਹੈ ਉਹਦੇ ਮੁਤਾਬਿਕ ਕਹਿੰਦੇ ਨੇ ਕਿ ਜਿਹੜੀ ਖੇਤੀਬਾੜੀ ਦੀਆਂ ਨੀਤੀਆਂ ਨੇ ਉਹਦੇ ਵਿੱਚ ਵੀ ਤਬਦੀਲੀਆਂ ਕੀਤੀਆਂ ਜਾਣ ਮੌਸਮ ਦੇ ਮੁਤਾਬਿਕ, ਤਾਂ ਕਿ ਕੁਦਰਤ ਦੇ ਨਾਲ ਇੱਕ ਤਾਲਮੇਲ ਬਣਾ ਕੇ ਚੱਲਿਆ ਜਾਵੇ। ਤੁਸੀਂ ਪਹਿਲਾ ਮਸਲਾ ਵੀ ਬੜਾ ਸੋਹਣਾ ਲਿਆ ਪਿਆ, ਵੀ ਜਿਹੜਾ ਜਾਂਦੇ ਜਾਂਦੇ ਮਸਲਾ ਅੱਛਾ ਲਿਆ, ਕਿਉਂਕਿ ਇਹਦੇ ਵਿੱਚ ਖੇਤੀ ਪ੍ਰਧਾਨ ਪੰਜਾਬ ਜੀ। ਪਰ ਇਹਦੇ ਵਿੱਚ ਜਿਹੜੀਆਂ ਹੁਣ ਫਸਲਾਂ ਬੀਜਦੇ ਆ, ਸਾਉਣੀ ਦੀ ਫਸਲ ਇਸ ਵੇਲੇ ਪੱਕ ਚੁੱਕੀ ਆ, ਝੋਨਾ ਕੱਟਿਆ ਜਾ ਰਿਹਾ, ਉਹਦੇ 'ਚ ਪਰਾਲੀ ਦੀ ਸਮੱਸਿਆ ਹੈਗੀ ਆ, ਇਹ ਆਪਾਂ ਅੱਗੇ ਵੀ ਡਿਸਕਸ ਕੀਤਾ ਹੈ। ਪਰ ਦੂਜੀ ਜਿਹੜੀ ਹੈਗੀ ਆ, ਮੀਂਹ ਜਿਹੜਾ ਹੈਗਾ ਨਾ, ਮੌਨਸੂਨ ਪਾਉਣਾ ਜਿਹੜੀ ਹੈਗੀਆਂ, ਇਹ ਜਾਂਦਿਆਂ ਜਾਂਦਿਆਂ ਬੜਾ ਕੁਝ ਹੋਰ ਕੁਝ ਦਿਖਾ ਰਹੀਆਂ ਆਪਣੇ ਰੰਗ, ਜਿਹਦੇ 'ਚ ਮੀਂਹ ਕੱਲ੍ਹ ਲੁਧਿਆਣਾ, ਪਟਿਆਲਾ, ਮੁਕਤਸਰ, ਫਰੀਦਕੋਟ ਬੜਾ ਬਾਰਿਸ਼ ਹੋਈ ਕੱਲ੍ਹ ਰਾਤ ਦਾ ਮੌਸਮ ਇੱਕਦਮ ਡਿੱਗਿਆ, ਔਰ ਉਹਦੇ ਵਿੱਚ ਬਾਰਿਸ਼ ਹੋਣ ਦੇ ਨਾਲ ਫਸਲਾਂ ਵੀ ਡਿੱਗ ਪਈਆਂ। ਫਸਲਾਂ ਡਿੱਗਣ ਨਾਲ ਪਾਣੀ ਨਾਲ ਭਰ ਗਏ ਫਸਲਾਂ, ਔਰ ਝੋਨੇ ਦੀ ਖਾਸ ਕਰਕੇ ਫਸਲ ਜਦੋਂ ਡਿੱਗਦੀ ਥੱਲੇ ਪੁੰਗਰ ਵੀ ਜਾਂਦੀ ਹੈ, ਔਰ ਇਹਦੇ ਵਿੱਚ ਕਿਸਾਨ ਵੀ ਚਿੰਤਾ 'ਚ ਡੁੱਬ ਗਿਆ। ਇਸ ਕਰਕੇ ਕਿ ਜਦੋਂ ਝੋਨਾ ਸਲਾਬਿਆ ਗਿਆ, ਮੰਡੀ 'ਚ ਤਾਂ ਭਾਅ ਨਹੀਂ ਲੱਗਣਾ ਕੁਝ ਵੀ। ਜੇ ਇਹਦੇ ਵਿੱਚ ਮੱਕੀ ਦੀ ਫਸਲ ਵੀ ਹੁੰਦੀ ਆ, ਜਿਹੜੀ ਮੱਕੀ ਦੀਆਂ ਫਸਲਾਂ ਨੇ, ਛੱਲੀਆਂ ਨੇ, ਹਵਾ ਨਾਲ ਡਿੱਗਣਗੀਆਂ, ਡਿੱਗਣ ਨਾਲ ਟਾਂਡੇ ਜਾਂ ਮੱਕੀ ਦਾ ਫਸਲ ਟੁੱਟੂਗੀ, ਬਰਬਾਦ ਹੋਊਗੀ, ਉਹ ਵੀ ਖਤਮ ਹੁੰਦੀ ਆ। ਇਹਦੇ ਨਾਲ ਖਾਸ ਤੌਰ 'ਤੇ ਜਿਹੜਾ ਝੋਨਾ ਅਤੇ ਬਾਸਮਤੀ ਦੀ ਫਸਲ ਇਸ ਵੇਲੇ ਬਰਬਾਦ ਹੋ ਰਹੀ ਹੈ, ਔਰ ਇਹਨੂੰ ਹੁਣ ਜਿਹੜਾ ਮੁਆਵਜ਼ਾ ਦੇਣਾ ਜਾਂ ਸਰਕਾਰ ਨੇ ਕੁਝ ਕਰਨਾ, ਇਹਦੇ ਲਈ ਕਿਸਾਨ ਪਹਿਲਾਂ ਹੀ ਬੈਠੇ ਆ ਮੁੱਖ ਮੰਤਰੀ ਦੇ ਰਿਹਾਇਸ਼ ਦੇ ਅੱਗੇ। ਔਰ ਜੇ ਅਸੀਂ ਕਹੀਏ ਵੀ ਜਿਹੜਾ ਕਿਸਾਨੀ ਦਾ ਮਸਲਾ ਹੈਗਾ, ਇਹ ਵਿਪਤਾ ਨਾਲ ਭਰਿਆ ਹੁੰਦਾ, ਕਿਉਂਕਿ ਜਦੋਂ ਬਾਹਰਲੀਆਂ ਆਫਤਾਂ ਜਾਂ ਜਦੋਂ ਬਾਹਰੋਂ ਮੀਂਹ ਕਣੀ ਪੈਂਦਾ, ਸਾਰਾ ਕੁਝ ਹੁੰਦਾ, ਫਸਲ ਬਰਬਾਦ ਹੁੰਦੀ ਹੈ। ਫਿਰ ਇਹਨਾਂ ਨੂੰ ਗਰਦੌਰੀ ਕਰਾਉਣੀ ਪੈਂਦੀ ਹੈ, ਮੁਆਵਜ਼ਾ ਮੰਗਣਾ ਹੁੰਦਾ, ਮੁਆਵਜ਼ਾ ਦੇਣ ਲਈ ਵੀ ਸਰਕਾਰ ਨਹੀਂ ਦਿੰਦੀ ਪੂਰੀ। ਗਰਦਾਵਰੀ ਤੋਂ ਬਾਅਦ ਜਿਹੜਾ ਪੈਸਾ ਕੁਝ ਤਾਂ ਉਹਨਾਂ ਤੱਕ ਪਹੁੰਚਦਾ ਨਹੀਂ ਗਾ। ਇਸ ਵੇਲੇ ਇਹਨਾਂ ਨੇ ਮੁੱਖ ਮੰਤਰੀ ਨੇ ਕਹਿਤਾ ਕਿ ਅਸੀਂ ਪੈਸਾ ਸਿੱਧਾ ਇਹਨਾਂ ਦੇ ਅਕਾਊਂਟ 'ਚ ਪਾਵਾਂਗੇ, ਉਹ ਤਾਂ ਪੈਸਾ ਜਾ ਰਿਹਾ। ਦੂਜੀ ਗੰਨੇ ਦੀ ਫਸਲ ਆ, ਉਹਦੇ 'ਚ ਵੀ ਉਹ ਬਰਬਾਦ ਹੋਈ ਆ, ਨਾਲ ਉਹਨੂੰ ਪੈਸਾ ਵੀ ਨਹੀਂ ਪੂਰਾ ਮਿਲਿਆ, ਜਿਹੜਾ ਉਹਨਾਂ ਨੂੰ ਜਿਹੜਾ ਬੈਲੈਂਸ ਦੇਣਾ ਸੀ। ਇਹਨਾਂ ਨੇ MSP ਦਿੱਤੀ ਸੀ, ਉਹਦੇ 'ਚ ਨਹੀਂ ਦਿੱਤਾ ਨੇ। ਪਰ ਹੁਣ ਇਹਨਾਂ ਨੇ ਇਸ ਵੇਲੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਿਹੜੇ ਮਾਹਰ ਨੇ, ਸਾਇੰਸਦਾਨ ਨੇ, ਉਹਨਾਂ ਨੇ ਕਹਿਤਾ ਕਿ ਇਹਦੇ ਵਿੱਚ ਫਸਲਾਂ 'ਚ ਥੋੜ੍ਹਾ ਜਿਹਾ ਰੱਦੋ ਬਦਲ ਹੋਣਾ ਚਾਹੀਦਾ, ਕਿਉਂਕਿ ਮੌਸਮ 'ਚ ਤਬਦੀਲੀ ਆ ਗਈ। ਕਿਉਂਕਿ ਇਹਨਾਂ ਮਹੀਨਿਆਂ 'ਚ ਮੀਂਹ ਨਹੀਂ ਸੀ ਪੈਂਦਾ ਹੁੰਦਾ ਕਦੀ। ਸਾਉਣ ਦਾ ਮਹੀਨਾ ਚਲੇ ਗਿਆ, ਭਾਦੋਂ ਦਾ ਚਲੇ ਗਿਆ, ਹੈ ਨਾ, ਫਿਰ ਅੱਸੂ ਆ ਗਿਆ, ਹੁਣ ਕੱਤੇ ਦਾ ਆਉਣਾ, ਅਤੇ ਮੀਂਹ ਤਾਂ ਪਈ ਜਾ ਰਿਹਾ। ਹੁਣ ਇਹ ਤੋਂ ਬਾਅਦ ਝੋਨਾ ਕੱਟ ਕੇ ਫਿਰ ਕਣਕਾਂ ਆਉਣੀਆਂ, ਕਣਕਾਂ ਦੀ ਬਿਜਾਈ ਹੋ ਜਾਣੀ ਹੈ ਨਾ। ਕਣਕਾਂ ਅਕਤੂਬਰ ਦੇ ਵਿੱਚ ਕਣਕਾਂ ਬੀਜ ਦਿੰਦੇ, ਅਕਤੂਬਰ ਨਵੰਬਰ 'ਚ। ਪਰ ਹੁਣ ਇਹਨਾਂ ਨੇ ਕਿਹਾ ਫਸਲੀ ਚੱਕਰ ਨੂੰ ਥੋੜ੍ਹਾ ਜਿਹਾ ਬਦਲਣ ਦਾ ਇਹਨਾਂ ਦਾ ਮੁੱਦਾ ਬਣ ਗਿਆ ਨਵਾਂ, ਔਰ ਇਹਦੇ ਵਿੱਚ ਖੇਤੀ ਮਾਰ ਇਕੱਠੇ ਹੋ ਗਏ ਆ, ਔਰ ਉਹ ਚਾਹੁੰਦੇ ਨੇ ਕਿ ਜੇ ਖੇਤੀ ਪ੍ਰਧਾਨ ਸੂਬਾ ਹੀ
ਇਸ ਤੋਂ ਵਾਂਝਾ ਰਹਿ ਗਿਆ ਤੇ ਲੋਕਾਂ ਨੂੰ ਸਾਰਾ ਕੁਝ ਪੈਸਾ ਨਹੀਂ ਜਾਊਗਾ ਔਰ ਉਹ 'ਚ ਜਿਨਸਾਂ ਨਹੀਂ ਜਾਣਗੀਆਂ। 70 ਬੋਰੀਆਂ ਤਾਂ ਪੰਜਾਬ ਹੀ ਇਕੱਲਾ ਦਿੰਦਾ। ਗੱਲ ਇਹ ਹੈ ਸਰ ਕਿ ਮਾਡਰਨ ਤਰੀਕੇ ਨਾਲ ਜਦੋਂ ਤੱਕ ਤੁਸੀਂ ਖੇਤੀ ਨੂੰ ਨਹੀਂ ਕਰੋਗੇ ਜੀ, ਕਿਉਂਕਿ ਜੋ ਪਹਿਲਾ ਮੌਸਮ ਸੀਗੇ, ਜੋ ਪਹਿਲਾ ਫਸਲੀ ਚੱਕਰ ਸੀ, ਜੋ ਪੰਜਾਬ ਦੀਆਂ ਪੁਰਾਤਨ ਫਸਲਾਂ ਨੇ, ਉਹ ਕਿਉਂ ਨਹੀਂ ਲੈ ਕੇ ਆਉਂਦੇ? ਸਹੀ ਗੱਲ, ਉਹੀ ਸਾਡੀ ਜ਼ਮੀਨ ਸਰਖੇਜ਼ ਹੈ। ਬਿਲਕੁਲ ਤੁਹਾਡੀ ਸੁੜਾਨ ਹੈ, ਉਹਨਾਂ ਫਸਲਾਂ ਵਾਸਤੇ ਸਰਖੇਜ਼ ਹੈ। ਮਾਡਰਨ ਟਾਈਮ ਦੇ ਵਿੱਚ ਜਿੱਥੇ ਤੱਕ ਸਾਡੀ ਜ਼ਰੂਰਤ ਪੈਦਾ ਹੋਈ, ਅਸੀਂ ਝੋਨੇ ਦੇ ਮਗਰ ਲੱਗੇ ਹਾਂ। ਹੁਣ ਕਿਹਾ ਜਾਂਦਾ ਕਿ ਝੋਨੇ ਤੇ ਕਣਕ ਦੇ ਫਸਲੀ ਚੱਕਰ ਤੋਂ ਬਾਹਰ ਨਿਕਲ ਕੇ ਬਾਕੀ ਫਸਲਾਂ ਨੂੰ ਇੰਟਰੋਡਿਊਸ ਕਰੋ, ਸਿਆਣੀ ਗੱਲ ਹੈ। ਇੰਨੇ ਮਾਹਿਰ ਮੌਜੂਦ ਨੇ ਸਾਡੇ ਕੋਲ, ਐਗਰੀਕਲਚਰ ਦੇ ਸਾਇੰਟਿਸਟ ਮੌਜੂਦ ਨੇ ਜੋ ਇਹ ਸਾਰੇ ਫੈਸਲੇ ਕਰ ਸਕਦੇ ਨੇ ਮੌਸਮ ਦੇ ਮੁਤਾਬਿਕ ਕਿੱਦਾਂ ਦੀਆਂ ਖਾਦਾਂ ਚਾਹੀਦੀਆਂ ਨੇ ਔਰ ਕਿਹੜੀ ਜ਼ਮੀਨ, ਕਿਹੜੇ ਖਿੱਤੇ ਦੀ ਜ਼ਮੀਨ। ਮਾਝਾ, ਮਾਲਵਾ, ਦੁਆਬਾ ਸਾਡੇ ਕੋਲ ਹੈਗਾ, ਪੁਆਧ ਤਾਂ ਹੁਣ ਨਹੀਂ ਰਿਹਾ, ਚਲੋ ਤਿੰਨੋਂ ਤਾਂ ਹੈਗੇ ਨੇ। ਜਿਹੜਾ ਖੇਤਰਫਲ ਹੈ ਉਹਦੇ ਵਿੱਚ ਕਿੰਨੀ ਫਸਲ ਕਿਹਦੀ ਲਾਈ ਜਾਵੇ, ਕਿਹੜੇ ਖੇਤਰ 'ਚ ਕਿਹੜੀ ਫਸਲ ਉਗਾਈ ਜਾਵੇ, ਕਿਹੜੀ ਜ਼ਿਆਦਾ ਲਾਹੇਵੰਦ ਸਾਬਿਤ ਹੋ ਸਕਦੀ ਹੈ, ਉਹ ਸਾਡੇ ਕੋਲ ਸਾਰੇ ਮਾਹਿਰ ਬੈਠੇ ਨੇ ਜੋ ਮਿੱਟੀ ਦੀ ਜਾਂਚ ਕਰਨਾ ਜਾਣਦੇ ਨੇ ਔਰ ਹਰ ਥਾਂ ਦੇ ਉੱਤੇ ਮੌਸਮ ਦੀ ਜਾਂਚ ਕਰਨਾ ਜਾਣਦੇ ਨੇ। ਸਾਡੇ ਕੋਲ ਇਹ ਸਾਇੰਟਿਸਟ ਬੈਠੇ ਨੇ। ਸਾਨੂੰ ਪੁੱਛਿਆ ਜਾਵੇ ਸਾਡਾ ਕਲਚਰ ਕੀ ਹੈ, ਸਾਡਾ ਕਲਚਰ ਐਗਰੀਕਲਚਰ ਹੈ, ਇਹ ਸਾਡੀ ਸੰਸਕ੍ਰਿਤੀ ਹੈ। ਵੈਸੇ ਪਤਾ ਗੱਲ ਕੀ ਚੱਕਰ ਹੈਗਾ, ਕਿਸਾਨ ਵੀ ਮਿਹਨਤ ਤੋਂ ਥੋੜਾ ਜਿਹਾ ਕੰਨੀ ਕੁਤਰਾ ਰਿਹਾ, ਬਿਲਕੁਲ ਕੁਤਰਾ ਰਿਹਾ ਕਿ ਜਿਹੜੀਆਂ ਪਰੰਪਰਾਗਤ ਜਿਹੜੀਆਂ ਫਸਲਾਂ ਸੀਗੀਆਂ ਉਹ ਤੋਂ ਦੂਰ ਚਲੇ ਗਿਆ। ਜਿੱਦਾਂ ਹੁਣ ਤਿਲਾਂ ਦੀ ਫਸਲ ਹੈਗੀ ਹੈ, ਖੇਤੀਬਾੜੀ ਯੂਨੀਵਰਸਿਟੀ ਨੇ ਕਿਹਾ ਕਿ ਇਹ 'ਚ ਪਾਣੀ ਦੀ ਲੋੜ ਨਹੀਂ ਹੈਗੀ ਔਰ ਤਿਲ ਮਹਿੰਗੇ ਵੀ ਬਹੁਤ ਹੁੰਦੇ ਆ। ਤਿਲਾਂ ਦਾ ਤੇਲ ਜਿਹੜਾ ਹੈਗਾ ਹਰ ਚੀਜ਼ 'ਚ ਵਰਤਿਆ ਜਾਂਦਾ। ਉਹਨਾਂ ਨੇ ਕਿਹਾ ਮੇਥੇ ਲਾਓ, ਮੇਥਿਆਂ ਦੀ ਜਿਹੜੀ ਹੈ ਇਹ ਤੋਂ ਬੜੀਆਂ ਚੀਜ਼ਾਂ ਬਣ ਜਾਂਦੀਆਂ ਔਰ ਪਰਫਿਊਮ ਵਗੈਰਾ ਬਣਦਾ ਔਰ ਇਹ ਅਚਾਰ 'ਚ ਵੀ ਪੈਂਦੇ ਆ। ਦੇਖੋ ਫਿਰ ਉਹਦੇ ਵਿੱਚ ਜਿਹੜਾ ਸਰੋਂ ਦਾ ਜਿਹੜਾ ਖੇਤ ਨੇ ਉਹਨਾਂ 'ਚ ਲਾਏ ਨੇ, ਸਰੋਂ ਦਾ ਤੇਲ ਅਸੀਂ ਇੰਨਾ ਮੁੱਲ ਲੈ ਬਹੁਤ ਜ਼ਿਆਦਾ 250-300 ਰੁਪਏ ਨੂੰ ਤਾਂ ਬੋਤਲ ਇੱਕ ਆ ਰਹੀ ਹੈ ਤੇਲ ਦੀ, ਕੱਚੀ ਕਹਾਣੀ ਦੀ। ਔਰ ਜਿਹੜੇ ਕੋਲੂ ਖਤਮ ਹੋ ਗਏ, ਚੱਕੀਆਂ ਦੇ ਪੁੜ ਜਿਹੜੇ ਚੱਲਦੇ ਸੀ ਉਹ ਖਤਮ ਹੋ ਗਏ, ਖਰਾਸ ਖਤਮ ਹੋ ਗਏ। ਇਸ ਕਰਕੇ ਖਤਮ ਹੋ ਗਿਆ ਕਿ ਮਸ਼ੀਨਰੀ ਯੁੱਗ ਆ ਗਿਆ। ਫਸਲਾਂ ਅਸੀਂ ਉਹ ਲੈ ਲਈਆਂ ਕਿ ਜਿਹੜਾ ਅੱਜ ਬੀਜਦੀਆਂ ਮੁੜ ਕੇ 6 ਮਹੀਨੇ ਸੌਂ ਜਾਓ ਆਪਣੇ ਆਪ ਹੋ ਜੂਗੀ। ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਜੀ, ਮੈਨੂੰ ਜੋ ਲੱਗਦਾ ਨਾ ਉਹ ਇਦਾਂ ਹੈ ਕਿ ਜਦੋਂ ਅੰਗਰੇਜ਼ ਸਾਡੇ ਤੇ ਰਾਜ ਕਰਦੇ ਸੀ, ਨੀਲ ਦੀ ਖੇਤੀ ਕਰਵਾਈ ਜਾਂਦੀ ਸੀ। ਸਾਡੇ ਕੋਲ ਚੰਪਾਰਨ ਦਾ ਇਤਿਹਾਸ ਹੈ ਗੁਜਰਾਤ ਦਾ, ਉੱਥੇ ਸਭ ਤੋਂ ਪਹਿਲਾਂ ਕ੍ਰਾਂਤੀ ਸ਼ੁਰੂ ਹੋਈ ਫਸਲਾਂ ਨੂੰ ਲੈ ਕੇ। ਨੀਲ ਦੀ ਖੇਤੀ ਕਰਵਾਉਂਦੇ ਸੀ ਜਿਹਦੀ ਸਾਨੂੰ ਲੋੜ ਨਹੀਂ ਸੀ, ਅੰਗਰੇਜ਼ਾਂ ਨੂੰ ਲੋੜ ਸੀ ਕੱਪੜਾ ਰੰਗਣ ਵਾਸਤੇ, ਜਿਹੜੇ ਬ੍ਰਿਟਿਸ਼ ਆਏ ਸੀ ਈਸਟ ਇੰਡੀਆ ਕੰਪਨੀ। ਉੱਦਾਂ ਹੀ ਮੈਨੂੰ ਇਦਾਂ ਲੱਗਦਾ ਕਿ ਜਿਹੜੀਆਂ ਵਿਦੇਸ਼ੀ ਕੰਪਨੀਆਂ ਨੇ ਜਾਂ ਜਿਹੜੇ ਵਿਦੇਸ਼ੀ ਦੇਸ਼ ਨੇ ਸਾਡੇ, ਉਹਨਾਂ ਨੂੰ ਜਿਸ ਚੀਜ਼ ਦੀ ਲੋੜ ਸੀ ਉਸ ਤਰ੍ਹਾਂ ਦਾ ਪ੍ਰੋਪੇਗੈਂਡਾ ਸਾਡੀਆਂ ਯੂਨੀਵਰਸਿਟੀਆਂ ਦੀਆਂ ਕਲਾਸਾਂ ਦੇ ਵਿੱਚ, ਸਾਡੇ ਮਾਹਿਰਾਂ ਦੀਆਂ ਜ਼ੁਬਾਨਾਂ ਤੋਂ ਉਸ ਤਰ੍ਹਾਂ ਦਾ ਪ੍ਰੋਪੇਗੈਂਡਾ ਪਬਲਿਸਿਟੀ ਕਰਵਾ ਕੇ, ਯੂਨੀਵਰਸਿਟੀਆਂ ਵੱਲੋਂ ਉੱਦਾਂ ਦਾ ਪ੍ਰੋਪੇਗੈਂਡਾ ਕਰਵਾ ਕੇ ਕਿਸਾਨਾਂ ਨੂੰ ਉੱਧਰ ਤੋਰਿਆ ਔਰ ਉੱਦਾਂ ਦੀਆਂ ਫਸਲਾਂ ਉਗਵਾਈਆਂ ਜਿਹੜੀ ਲੋੜ ਉਹਨਾਂ ਨੂੰ ਸੀ। ਸੋਇਆਬੀਨ ਦੀ ਸਾਨੂੰ ਇੰਨੀ ਲੋੜ ਨਹੀਂ ਜਿੰਨੀ ਉਹਨਾਂ ਨੂੰ ਲੋੜ ਹੈ, ਇਸ ਕਰਕੇ ਅਸੀਂ ਸੋਇਆਬੀਨ ਬੀਜਦੇ ਪਏ ਹਾਂ। ਅਸੀਂ ਫਿਰ ਵੀ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਆਪਣੀ ਧਰਤੀ ਦਾ ਇਸਤੇਮਾਲ ਕੀਤਾ। ਜਿਸ ਚੀਜ਼ ਦੀ ਸਾਨੂੰ ਲੋੜ ਨਹੀਂ ਸੀ ਅਸੀਂ ਉਹ ਚੀਜ਼ ਪੈਦਾ ਕੀਤੀ, ਕਿਉਂਕਿ ਸਾਡੇ ਦਿਮਾਗ 'ਚੋਂ ਗੱਲ ਵਾੜੀ ਗਈ। ਕੈਸ਼ ਕ੍ਰੌਪਸ, ਉਹ ਸਾਡੇ ਦਿਮਾਗ 'ਚ ਗੱਲ ਵਾੜੀ ਗਈ, ਅਸੀਂ ਉਧਰ ਨੂੰ ਤੁਰ ਪਏ। ਅਸੀਂ ਆਪਣੀਆਂ ਪੁਰਾਤਨ ਫਸਲਾਂ ਨੂੰ, ਰਿਵਾਇਤੀ ਫਸਲਾਂ ਨੂੰ ਭੁੱਲ ਗਏ। ਆਪ ਖੁਦ ਮਾਹਰ ਹੈਗਾ ਕਿਸਾਨ, ਸਾਇੰਟਿਸਟ ਤੇ ਨਹੀਂ ਚੱਲਦਾ ਕਿਸਾਨ। ਪਤਾ ਕੀ ਹੈ, ਮੁੰਡੇ ਚਲੇ ਗਏ ਬਾਹਰ, ਕਿਸਾਨ ਬਜ਼ੁਰਗ ਹੈਗੇ ਆ, ਟਰੈਕਟਰ ਚੱਲ ਗਏ ਆ, ਟਰੈਕਟਰਾਂ ਨਾਲ ਹੀ ਖੇਤੀਬਾੜੀ ਹੁੰਦੀ ਆ। ਜਿਹੜੀ ਸਾਡੀ ਰਿਵਾਇਤੀ ਖੇਤੀ ਉਤੋਂ ਦੂਰ ਚਲੇ ਗਏ। ਤੁਸੀਂ ਛੋਲੇ ਬੀਜੇ ਕਿਤੇ ਕਿਸੇ ਨੇ ਵੇਖਿਆ, ਮਸਰ ਬੀਜੇ ਵੇਖਿਆ ਕਿਸੇ ਨੇ ਹੈ ਨਾ, ਗੋਭੀ ਲਾਉਂਦੇ ਨੇ ਵੇਖਿਆ ਕਿਸੇ ਨੇ, ਜਾਂ ਜਿਹੜੀਆਂ ਬਾਕੀ ਸਬਜ਼ੀਆਂ ਉਹਨਾਂ ਨਾਲ ਹੈ ਨਾ, ਮੋਠਾਂ ਦੀ ਜਿਹੜੀ ਹੁੰਦਾ ਸੀ ਦਾਲ, ਉਹ ਕਿਤੇ ਨਹੀਂ ਬੀਜਦੇ ਹੈ ਨਾ। ਉਹਦੇ ਵਿੱਚ ਮੱਕੀ ਵੀ ਦਾ ਵੀ ਹੋ ਗਿਆ, ਲਾਲ ਮੱਕੀ ਹੁੰਦੀ ਸੀ ਪਹਿਲਾਂ, ਉਹਦੇ ਖੇਤਾਂ ਦੇ ਖੇਤ ਹੁੰਦੇ ਸੀ, ਉਹ ਕਦੀ ਨਹੀਂ ਹੈਗੇ। ਹੁਣ ਇਹਨਾਂ ਨੇ ਲਾਇਆ ਵੀ ਝੋਨਾ ਲਾ ਦਿਓ, ਟਰੈਕਟਰ ਨਾਲ ਤੁਸੀਂ ਕੱਦੂ ਕੀਤਾ ਔਰ ਲਾਉਣ ਵਾਲੀ ਲੇਬਰ ਨੇ ਲਾ ਦੇਣਾ ਗਾ, ਮੁੜ ਕੇ 6 ਮਹੀਨੇ ਕੋਈ ਪ੍ਰੋਬਲਮ ਨਹੀਂ ਹੈਗੀ, ਲਾ ਦਿਓ ਜੀ। ਬਾਸਮਤੀ ਖਤਮ ਹੋ ਗਈ, ਬਾਸਮਤੀ ਵੀ ਇੰਨੀ ਨਹੀਂ ਹੈਗੀ। ਇਹ ਚੀਜ਼ਾਂ ਤੋਂ ਇਹ ਆਪ ਦੂਰ ਹੋਏ ਆ। ਮਾਹਰਾਂ ਦਾ ਜੋ ਕੁਝ ਹੁੰਦਾ ਹੀ ਹੈ, ਇਹ ਇਹਨਾਂ ਨੇ ਕਹਿਤਾ ਕਿ ਸੌਖੀ ਖੇਤੀ ਕਰੋ ਜਿਹਦੇ 'ਚ ਉਹ ਕੰਮ ਨਾ ਆਵੇ, ਜਿਹ 'ਚ ਵੱਟਾਂ ਨਾ ਪਾਉਣੀ ਪੈਣ। ਜਿੱਦਾਂ ਅੱਗੇ ਮੂਲੀਆਂ ਲਾ ਦਿੰਦੇ ਸੀ, ਉੱਤੇ ਮੂੰਗਰੇ ਲੱਗਦੇ ਸੀ, ਉਹਦੇ 'ਚ ਸਬਜ਼ੀ ਬਣਦੀ ਸੀ। ਉਹ ਕਿੱਧਰ ਗਿਆ? ਅਲਸੀ ਕਿੱਧਰ ਗਈ? ਅਲਸੀ ਜਿਹੜੀ ਲਾਉਂਦੇ ਸੀਗਾ, ਸਣ ਬੀਜੀ ਜਾਂਦੀ ਸੀਗੀ, ਉਹਦੇ 'ਚ ਸਣ ਦੇ ਨਾਲ ਰੱਸੇ ਬਣਦੇ ਸੀ, ਬੜਾ ਕੁਛ ਹੁੰਦਾ। ਉਹ ਚੀਜ਼ਾਂ ਗਈਆਂ, ਪਲਾਸਟਿਕ ਆ ਗਈ, ਪਲਾਸਟਿਕ ਦੇ ਰੱਸੇ ਆ ਗਏ। ਇਹ ਚੀਜ਼ਾਂ ਜਦੋਂ ਆ ਗਈਆਂ ਮਾਰਕੀਟ 'ਚ, ਇਹਨਾਂ ਨੇ ਆਪਣਾ ਆਪ ਸਾਰਾ ਕੁਝ ਛੱਡ ਦਿੱਤਾ। ਜ਼ਮੀਨਾਂ ਦੇ ਰੇਟ ਥੱਲੇ ਚਲੇ ਗਏ, ਜਿੱਥੇ 40 ਲੱਖ ਸੀ ਮਾਝੇ 'ਚ ਹੁਣ 20, 22, 25 ਤੱਕ ਮਿਲਦਾ। ਇਹ ਵੀ ਕਿਸਾਨਾਂ ਨੂੰ ਇੱਕ ਢਾਲ ਲੱਗ ਗਈ ਹੈ। ਕਿਸਾਨ ਨੇ ਆਪ ਵੀ ਘੱਟ ਸੋਚਿਆ, ਦੂਜੇ ਪਾਸੇ ਇੱਕ ਮਾਹਰਾਂ ਨੇ ਵੀ ਸਾਥ ਨਹੀਂ ਦਿੱਤਾ ਪੂਰਾ ਨਾ। ਹਾਂ, ਇਹ ਗੱਲ ਪਾਲਿਸੀਜ਼ ਇਦਾਂ ਦੀਆਂ ਰਹੀਆਂ, ਕੋਆਰਡੀਨੇਸ਼ਨ ਨਹੀਂ ਹੈ। ਸਹੀ ਗੱਲ ਇਹ ਹੈ ਕਿ ਅਸੀਂ ਮਿਲ ਕੇ ਆਪਣਾ ਸੁੱਖ ਤੇ ਸੋਚ ਲਿਆ, ਪਰ ਸਭ ਦਾ ਸੁੱਖ ਨਹੀਂ ਸੋਚਿਆ। ਹੁਣ ਦੇਖੋ, ਕਿਸੇ ਵਕਤ ਅਸੀਂ, ਸਾਡੇ ਬਜ਼ੁਰਗ ਦੱਸਦੇ ਨੇ ਕਿ ਸਾਡੀਆਂ ਸਾਰੀਆਂ ਲੋੜਾਂ ਸਾਡੇ ਆਪਣੇ ਖੇਤਾਂ ਤੋਂ ਪੂਰੀਆਂ ਹੋ ਜਾਂਦੀਆਂ ਸੀ, ਸਾਰੀ ਫਸਲ। ਕਹਿੰਦੇ ਪੱਤੀ ਬਾਹਰੋਂ ਲਿਆਉਂਦੇ ਕਿ ਬਾਕੀ ਸਾਰਾ ਘਰ ਦਾ ਕੰਮ। ਕਿਸੇ ਬਜ਼ੁਰਗ ਨੂੰ ਜਾਂ ਕਿਸਾਨ ਨੂੰ ਪੁੱਛਦੇ ਵੀ ਕਿੱਦਾਂ ਚੱਲ ਰਿਹਾ ਸਾਰਾ ਕੁਝ, ਚਾਹ ਪਾਣੀ ਕਿੱਦਾਂ ਚੱਲ ਰਿਹਾ, ਕਹਿੰਦੇ ਸਾਰੇ ਚੱਲ ਰਿਹਾ। ਕਹਿੰਦੇ ਕੀ ਗੱਲ? ਆਂਦਾ ਨਹੀਂ ਮਹਾਰਾਜ, ਅਸੀਂ ਤਾਂ ਸਿਰਫ ਪੱਤੀ ਬਾਹਰੋਂ ਲਿਆਉਂਦੇ। ਦੇਖੋ, ਗੁੜ ਦੀ ਚਾਹ ਪੀਂਦੇ ਨਾ, ਵਿੱਚੋਂ ਉਹਨਾਂ ਨੇ
ਘਰ ਦਾ ਸਾਰਾ ਕੁਝ ਉਹਨਾਂ ਨੇ ਪਾਉਣਾ, ਦੁੱਧ ਦਾਲਾਂ ਆਪਣੀ ਘਰ ਡੇਅਰੀ ਦੀਆਂ। ਹੈਗੀ, ਚਾਹ ਘਰ ਦੀ ਬਣਾਉਣੀ ਆ, ਦਾਲਾਂ ਘਰ ਦੀਆਂ ਹੈਗੀਆਂ, ਸਬਜ਼ੀਆਂ ਘਰ ਦੀਆਂ ਹੈਗੀਆਂ, ਹੈ ਨਾ, ਤੇ ਆਟਾ ਕੱਢ ਕੇ ਰੋਟੀ ਬਣਾਉਣੀ ਆ, ਕਿੱਧਰੋਂ ਕਰਜ਼ਾ ਹੀ ਹੋ ਸਕਦਾ। ਹੁਣ ਕਰਜ਼ੇ ਨਾਲ ਹੀ ਹੋ ਰਿਹਾ, ਸੁਸਾਈਡ ਹੋ ਰਿਹਾ, ਆਤਮ ਹੱਤਿਆ ਹੋ ਰਹੀਆਂ, ਬੜਾ ਕੁਝ ਹੋ ਰਿਹਾ। ਔਰ ਕਿਸਾਨ ਨੂੰ ਖੁਦ ਇਹਨਾਂ ਦਾ ਆਪਣਾ, ਜਿੱਦਾਂ ਤੁਸੀਂ ਇੱਕ ਵਾਰੀ ਗੱਲ ਕੀਤੀ, ਕੋਆਪਰੇਟਿਵ ਜਿਹੜੀ ਸੁਸਾਇਟੀਆਂ ਬਣ ਕੇ ਇਕੱਠੇ ਹੋ ਕੇ ਸੋਚਣਾ ਚਾਹੀਦਾ ਇਹਨਾਂ ਨੂੰ, ਤਾਂ ਬਚ ਸਕਦੇ ਆ। ਜ਼ਮੀਨਾਂ ਦੇ ਰੇਟ ਤਾਂ ਡਾਊਨ ਹੋ ਗਿਆ, ਉਹਨੂੰ ਰਹਿਣ ਦੇਣ, ਜ਼ਮੀਨ ਤਾਂ ਉਹੀ ਹੈ ਨਾ, ਟਰੈਕਟਰ ਘੱਟ ਲੈਣ, ਉਹਦੇ 'ਚ ਖੇਤੀਬਾੜੀ ਆਪ ਕਰਨਾ, ਆਪ ਰੰਬੇ ਫੜਨਾ, ਆਪ ਕਈਆਂ ਫੜਨਾ, ਆਪ ਕੰਮ ਕਰਨਾ, ਤਾਂ ਦੇ ਜਾਊਗਾ। ਜੇ ਅਸੀਂ ਲੇਬਰ ਵੀ ਬਾਹਰੋਂ ਲਿਆਵਾਂਗੇ, ਲੇਬਰ ਬਾਹਰਲੀ ਆ ਰਹੀ ਹੈ, ਸਾਡਾ ਤਾਂ ਇੱਥੋਂ ਲੇਬਰ ਵੀ ਘੱਟ ਹੈਗੀ, ਲੇਬਰ ਤਾਂ ਜਿਹੜੀ ਮਾਈਗ੍ਰੇਟਰੀ ਲੇਬਰ ਉਹ ਕੰਮ ਕਰ ਰਹੀ ਹੈ। ਔਰ ਸਾਡੇ ਖੇਤ ਤਾਂ ਉਹੀ ਹੈ ਨਾ, ਪਾਣੀ ਤਾਂ ਉਹੀ ਹੈ ਨਾ ਸਾਡੇ ਕੋਲ, ਹੈ ਨਾ, ਆਬਹਵਾ ਤਾਂ ਉਹੀ ਹੈ ਨਾ, ਸਾਰਾ ਕੁਝ, ਬੀਜ ਵੀ ਤਾਂ ਉਹੀ ਹੈ ਨਾ ਜੀ, ਖੇਤੀਬਾੜੀ ਯੂਨੀਵਰਸਿਟੀ ਤੇ ਇੱਥੇ ਸਾਡੇ ਕੋਲ ਹੈ ਨਾ। ਇਸ ਕਰਕੇ ਅਸੀਂ ਆਪ ਹੀ ਵੇਸਲੇ ਹੋ ਗਏ, ਲਾਪਰਵਾਹ ਹੋ ਗਏ, ਇਸੇ ਕਰਕੇ ਆਪਣੇ ਪੱਲੇ ਕੁਝ ਨਹੀਂ ਰਿਹਾ। ਬਿਲਕੁਲ ਸਹੀ ਗੱਲ ਹੈ ਜੀ। ਔਰ ਬਜ਼ੁਰਗ ਇਹੀ ਸਮਝਾਉਂਦੇ ਨੇ ਕਿ ਜਿਸ ਖਿੱਤੇ ਦੀ, ਜਿਸ ਦੇਸ਼ ਦੀ, ਜਿਸ ਸੂਬੇ ਦੀ ਖੇਤੀਬਾੜੀ ਅਮੀਰ ਹੈ, ਉਹ ਸੂਬਾ ਆਪੇ ਅਮੀਰ ਹੈ। ਪੂਰਾ ਖੁਸ਼ਹਾਲ। ਜੇ ਤੁਸੀਂ ਖੁਸ਼ਹਾਲੀ ਲਿਆਉਣੀ ਹੈ ਆਪਣੇ ਦੇਸ਼ ਦੇ ਵਿੱਚ, ਤਾਂ ਖੇਤੀਬਾੜੀ ਨੂੰ ਖੁਸ਼ਹਾਲ ਕਰ ਦਿਓ, ਕਿਸਾਨਾਂ ਨੂੰ ਖੁਸ਼ਹਾਲ ਕਰ ਦਿਓ, ਖੁਸ਼ਹਾਲੀ ਆਪਣੇ ਆਪ ਆ ਬਿਲਕੁਲ, ਆਪਣੇ ਆਪ ਬੋਝੇ ਭਰ ਜਾਣਗੇ, ਪੈਸਾ ਤੁਹਾਡੇ ਕੋਲ ਆ ਜਾਊਗਾ। ਬਿਲਕੁਲ ਸਹੀ ਹੈ। ਚਿਹਰੇ ਤੇ ਲਾਲੀਆਂ ਆ ਜਾਣਗੀਆਂ, ਖੁਸ਼ਹਾਲੀਆਂ ਆ ਜਾਣਗੀਆਂ, ਤੇ ਫਿਰ ਖੁਸ਼ਹਾਲ ਸੂਬਾ ਬਣ ਜੂ, ਰੰਗਲਾ ਪੰਜਾਬ ਬਣ ਜੂ। ਇਹ ਤਾਂ ਕਵਿਤਾ ਬਣ ਗਈ, ਚਿਹਰੇ ਤੇ ਲਾਲੀਆਂ ਆ ਜਾਣਗੀਆਂ, ਖੁਸ਼ਹਾਲੀਆਂ ਆ ਜਾਣਗੀਆਂ। ਕਮਾਲ ਹੋ ਗਈ। ਚਲੋ ਫਿਰ ਇਸ ਕਵਿਤਾ ਦੇ ਉੱਤੇ ਆਪਾਂ ਚਾਲੇ ਪਾਈਏ। ਹਾਂ ਬਿਲਕੁਲ, ਖੁਸ਼ੀ ਨਾਲ ਸਾਰਿਆਂ ਨਾਲ, ਦਰਸ਼ਕਾਂ ਨਾਲ ਸਾਂਝ ਪਾਈ ਆ, ਔਰ ਚੰਗੇ ਮੁੱਦੇ ਜਿਹੜੇ ਆ ਡਿਸਕਸ ਹੋ ਗਏ ਆ। ਤੁਸੀਂ ਵੀ ਬੜੇ ਅੱਛੇ ਐਤਕੀ ਮਸਲੇ ਲਏ ਆ, ਮਸਲੇ ਇਹ ਸੀਗੇ ਜਿਹੜੇ ਬਿਲਕੁਲ ਪੱਕਦੇ ਆ, ਔਰ ਅਸੀਂ ਇਸੇ ਤਰ੍ਹਾਂ ਇਹਨਾਂ ਮਸਲਿਆਂ ਤੇ ਇਹਨਾਂ ਨਾਲ ਜਾਣਕਾਰੀ ਦਿੰਦੇ ਰਹਾਂਗੇ। ਤੇ ਹੁਣ ਆਪਾਂ ਇਹਨਾਂ ਕੋਲੋਂ ਇਜਾਜ਼ਤ ਚਾਹਾਂਗੇ, ਤੇ ਤੁਸੀਂ ਆਪਣੇ ਵਿਚਾਰ ਸਾਨੂੰ ਇਨਬਾਕਸ ਜ਼ਰੂਰ ਕਰੋ, ਤੇ ਸਾਡਾ ਚੈਨਲ ਪੰਜਾਬ ਮਿਲ USA TV ਸਬਸਕ੍ਰਾਈਬ ਕਰੋ। ਸਤਿ ਸ੍ਰੀ ਅਕਾਲ ਜੀ।